ਦਾ ਟੌਪਿਕ ਆਪਣਾ ਠੀਕ ਹੈ। ਅੱਜ ਤੋਂ ਆਪਣਾ ਕੰਪਿਊਟਰ ਐਜ਼ ਅ ਸਬਜੈਕਟ ਸਟਾਰਟ ਹੋ ਰਿਹਾ ਹੈ। ਮੀਨਸ ਜਦੋਂ ਅਸੀਂ P++ ਦੇ ਐਕਸਾਈਜ਼ ਵਗੈਰਾ ਦੇ ਪੇਪਰ ਦੀ ਗੱਲ ਕਰਦੇ ਹਾਂ ਤਾਂ ਇਹਦੇ 'ਚ ਕੰਪਿਊਟਰ ਦਾ ਆਪਣਾ ਇੱਕ ਅਹਿਮ ਰੋਲ ਆ। ਠੀਕ ਹੈ, ਬੇਸ਼ੱਕ ਉਹ 10 ਨੰਬਰ ਦਾ ਆਉਣਾ ਹੈ, ਬਟ ਸਾਨੂੰ ਉਹ 10 ਨੰਬਰ ਦਾ ਵੀ ਕੰਪਿਊਟਰ ਜਿਹੜਾ ਹੈ ਉਹਦੇ 'ਚ ਪਤਾ ਹੋਣਾ ਚਾਹੀਦਾ ਹੈ ਕਿ ਬੜੇ ਸਿੰਪਲ ਜਿਹੇ ਸਵਾਲ ਕੰਪਿਊਟਰ ਵਾਲੇ ਜਿਹੜੇ ਆ ਪੇਪਰ 'ਚ ਫਰੇਮ ਹੋਣਗੇ। ਬਟ ਗੱਲ ਇਹ ਆ ਕਿ ਕੰਪਿਊਟਰ ਦੇ ਸਵਾਲ ਜਿਹੜੇ ਆ ਨਾ, ਜਦੋਂ ਤੱਕ ਪੇਪਰ ਨਿਟਰ ਲੈਂਦੀ ਸੀ ਤਾਂ ਇੱਕ ਬਹੁਤ ਸੰਭਾਵਨਾ ਹੁੰਦੀ ਸੀ ਕਿ ਪੁਰਾਣੇ ਪੇਪਰਾਂ 'ਚੋਂ ਸਵਾਲ ਆ ਜਾਊਗਾ, ਜਿਵੇਂ ਕਿ ਐਕਸਾਈਜ਼ ਦੇ ਪਿਛਲੇ ਪੇਪਰ 'ਚ। ਬਟ ਇਸ ਵਾਰ ਪੇਪਰ ਨਾਈਲੈਟ ਕੋਲ ਜਾਣ ਤੋਂ ਬਾਅਦ ਤੁਸੀਂ ਇਹ ਦੇਖੋ ਪੇਪਰਾਂ ਦਾ ਟ੍ਰੈਂਡ ਇੱਕੋਦਮ ਬਦਲ ਗਿਆ। ਕੁਐਸਚਨ ਦਾ ਲੈਵਲ ਆ ਜਿਹੜਾ ਉਹ ਉਹੀ ਰਿਹਾ ਹੈ, ਸੌਖਾ ਹੀ ਆ। ਕੰਪਿਊਟਰ ਦਾ ਕੁਐਸਚਨ ਪੇਪਰ 'ਚ ਔਖਾ ਨਹੀਂ ਆਊਗਾ, ਬਟ ਕੁਐਸਚਨ ਰਿਪੀਟ ਨਹੀਂ ਹੁੰਦਾ, ਨਵਾਂ ਹੈ। ਮੀਨਸ ਕਿ ਕੁਐਸਚਨ ਸਮਝ ਕੇ ਕਰਨ ਵਾਲਾ ਹੋ ਗਿਆ। ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਸਵਾਲ ਮੈਂ ਉੱਥੇ ਪੜ੍ਹਿਆ ਸੀ ਤਾਂ ਉਹਦੀ ਇਹ ਆਪਸ਼ਨ ਸੀ। ਇਹੋ ਜਿਹੇ ਸਵਾਲ ਹੁਣ ਕੰਪਿਊਟਰ 'ਚ 10 'ਚੋਂ ਸਿਰਫ 2 ਰਹਿ ਜਾਣਗੇ। 8 ਸਵਾਲ ਨਵੇਂ ਆ ਤੇ ਉਹਨਾਂ ਨੂੰ ਨਵਿਆਂ ਵਾਂਗ ਹੀ ਕਰਨਾ ਪੈਣਾ ਹੈ। ਲਓ ਜੀ, ਸਟਾਰਟ ਕਰਦੇ ਆ ਆਪਾਂ ਕੰਪਿਊਟਰ ਦਾ। ਅਸੀਂ ਕੰਪਿਊਟਰ ਸਭ ਤੋਂ ਪਹਿਲਾਂ ਸਟਾਰਟ ਕਿੱਥੋਂ ਕਰਨਾ ਹੈ? ਅਸੀਂ ਕੰਪਿਊਟਰ ਸਟਾਰਟ ਕਰਨਾ ਹੈ ਆਪਣਾ MS ਆਫਿਸ ਤੋਂ। MS ਆਫਿਸ ਦਾ ਮਤਲਬ ਕੀ ਆ? MS ਆਫਿਸ ਦਾ ਮਤਲਬ ਆ MS ਵਰਡ, MS ਪਾਵਰਪੁਆਇੰਟ ਤੇ MS ਐਕਸਲ। ਸੋ ਆਹ 3 ਚੀਜ਼ਾਂ ਤੋਂ ਅਸੀਂ ਕੰਪਿਊਟਰ ਸਟਾਰਟ ਕਰਾਂਗੇ ਤੇ ਇੱਥੋਂ ਬਾਅਦ ਅਸੀਂ ਕੰਪਿਊਟਰ ਨੂੰ ਅੱਗੇ ਲੈ ਕੇ ਜਾਵਾਂਗੇ। ਜਦੋਂ ਤੁਸੀਂ ਇਸ ਲੈਕਚਰ ਨੂੰ ਲਾਓਗੇ, ਲਾਉਣ ਤੋਂ ਬਾਅਦ ਤੁਸੀਂ ਆਪਣੇ ਘਰੇ ਕੰਪਿਊਟਰ ਤੇ MS ਵਰਡ ਤੇ ਇਹਦੀ ਪ੍ਰੈਕਟਿਸ ਕਰਕੇ ਦੇਖਣੀ ਆ, ਤਾਂ ਜੋ ਤੁਸੀਂ ਕੀਤਾ ਹੈ ਉਹਨੂੰ ਤੁਸੀਂ ਪ੍ਰੈਕਟੀਕਲੀ ਇੰਪਲੀਮੈਂਟ ਕਰਕੇ ਦੇਖ ਸਕਦੇ ਹੋ। ਤੇ ਜੇ ਤੁਸੀਂ ਇੱਕ ਵਾਰ ਉਹਨੂੰ ਪ੍ਰੈਕਟੀਕਲੀ ਇੰਪਲੀਮੈਂਟ ਕਰਕੇ ਦੇਖ ਲਿਆ ਤਾਂ ਸਮਝ ਲਓ ਕਿ ਤੁਹਾਡੇ ਕੋਲੋਂ ਉਸ ਸਵਾਲ ਦਾ ਹੱਲ ਹੋ ਗਿਆ। ਫਿਰ ਉਸ ਤੋਂ ਬਾਅਦ ਤੁਸੀਂ ਇੱਕ ਵਾਰ ਭਾਵੇਂ ਰਿਵਾਈਜ਼ ਕਰ ਲਿਓ। ਫਿਰ ਜਦੋਂ ਆਪਣਾ MS ਵਰਡ ਖਤਮ ਹੋ ਗਿਆ, ਅੱਜ ਤੱਕ ਜਿੰਨੇ ਵੀ ਸਵਾਲ MS ਵਰਡ ਦੇ P++ 'ਚ ਤੇ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਤੇ ਸਬ ਇੰਸਪੈਕਟਰ ਦੇ ਪੇਪਰ 'ਚ ਆਏ ਆ, ਲਾਸਟ 'ਚੋਂ ਸਾਰੇ ਕੰਪਾਈਲ ਕਰ ਦੂੰਗਾ, ਤਾਂ ਜੋ ਜੇ ਪੁਰਾਣੇ ਪੇਪਰਾਂ 'ਚੋਂ ਵੀ ਸਵਾਲਾਂ ਦੀ ਕੋਈ ਆਪਸ਼ਨ ਬਚਦੀ ਹੋਈ ਤਾਂ ਸਾਡੇ ਕੋਲ ਉਹ ਵੀ ਇੱਕ ਆਪਸ਼ਨ ਦੇ ਤੌਰ 'ਤੇ ਹੋਵੇ ਕਿ ਹਾਂ ਗਲਤੀ ਨਾਲ ਉਹੋ ਜਿਹਾ ਕੋਈ ਸਵਾਲ ਸਾਡਾ ਸਕਿਪ ਨਾ ਹੋ ਜੇ। ਆ ਜਾਓ ਜੀ, ਆਪਾਂ ਸਭ ਤੋਂ ਪਹਿਲਾਂ MS ਵਰਡ ਦੀ ਗੱਲ ਕਰਦੇ ਹਾਂ। ਸਾਨੂੰ ਇੱਕ ਗੱਲ ਪਤਾ ਹੈ ਕਿ MS ਆਫਿਸ ਬਣਿਆ ਕਿਉਂ ਆ। ਠੀਕ ਆ, ਅਸੀਂ ਅਕਸਰ ਇਹ ਕਹਿੰਦੇ ਆ ਕਿ ਅਸੀਂ ਜਦੋਂ ਵੀ ਕੋਈ ਆਪਣੀ ਡਾਕੂਮੈਂਟਰੀ ਲਿਖਣੀ ਹੋਵੇ ਜਾਂ ਅਸੀਂ ਕੋਈ ਫਾਈਲ ਬਣਾਉਣੀ ਹੋਵੇ, ਜਾਂ ਸਭ ਤੋਂ ਵੱਧ ਜੇ ਮੈਂ ਆਪਣੀ ਜ਼ਿੰਦਗੀ ਦਾ ਤਜਰਬਾ ਦੱਸਾਂ ਤੇ ਮੈਂ ਜਿੰਨਾ ਵੀ ਕੰਟੈਂਟ ਤਿਆਰ ਕਰਨਾ ਹੁੰਦਾ ਹੈ ਉਹ ਸਾਰੇ ਦਾ ਸਾਰਾ ਕੰਟੈਂਟ ਮੈਂ MS ਵਰਡ ਦੇ ਵਿੱਚ ਇੱਕ ਡਾਕੂਮੈਂਟ ਦੇ ਰੂਪ 'ਚ ਲਿਖਦਾ। ਠੀਕ ਆ, ਉਹਨੂੰ ਟਾਈਪ ਕਰੀਏ, ਕਿਸੇ ਹੋਰ ਜਗ੍ਹਾ ਤੋਂ ਕਾਪੀ ਕਰਕੇ ਆਪਣੀ ਵਰਡ ਦੀ ਫਾਈਲ 'ਚ ਪੇਸਟ ਕਰ ਦਈਏ, ਤਾਂ ਅਸਲ ਦੇ ਵਿੱਚ ਅਸੀਂ ਕੋਈ ਵੀ ਥੀਸਿਸ ਲਿਖਣਾ ਹੋਵੇ, ਕੋਈ ਰਿਸਰਚ ਵਰਕ ਲਿਖਣਾ ਹੋਵੇ ਤਾਂ ਅਸੀਂ MS ਵਰਡ ਨੂੰ ਯਾਦ ਕਰਦੇ ਹਾਂ। MS ਆਫਿਸ ਇੱਕ ਪੂਰਾ ਸੂਟ ਆ ਜਿਹਦੇ 'ਚ ਸਾਨੂੰ ਇੱਕ ਪੂਰਾ ਪੈਕੇਜ ਆ, ਜਿਹਦੇ 'ਚ ਜੇ ਅਸੀਂ ਕੋਈ ਪ੍ਰੈਜੈਂਟੇਸ਼ਨ ਦੇਣੀ ਆ, ਅਸੀਂ ਕਿਸੇ ਦਫ਼ਤਰ 'ਚ ਆਪਣੇ ਅਫਸਰਾਂ ਨੂੰ ਕੋਈ ਪ੍ਰੈਜੈਂਟੇਸ਼ਨ ਦੇਣੀ ਆ ਤੇ ਅਸੀਂ ਚਾਹੁੰਦੇ ਆ ਕਿ ਸਾਡਾ ਕੋਈ ਡਾਕੂਮੈਂਟ ਜਿਹੜਾ ਹੈ ਬੜਾ ਗੁੱਡ ਲੁਕਿੰਗ ਹੋਵੇ, ਤਾਂ ਅਸੀਂ ਉਹਦੇ ਵਾਸਤੇ ਪਾਵਰਪੁਆਇੰਟ ਯੂਜ਼ ਕਰਦੇ ਹਾਂ। MS ਆਫਿਸ ਦਾ ਇਸ ਸੂਟ ਦਾ, ਇਸ ਪੈਕੇਜ ਦਾ ਦੂਸਰਾ ਸੌਫਟਵੇਅਰ ਹੈ। ਜਦੋਂ ਅਸੀਂ ਆਪਣਾ ਹਿਸਾਬ ਕਿਤਾਬ ਵਹੀ ਖਾਤੇ ਚਲਾਉਣੇ ਹੋਣ ਕਿ ਮੇਰੇ ਕੋਲ ਇੱਥੋਂ ਇੰਨਾ ਪੈਸਾ ਆਇਆ, ਮੇਰੇ ਕੋਲ ਇੱਥੋਂ ਇੰਨਾ ਪੈਸਾ ਗਿਆ, ਤੇ ਮੈਂ ਚਾਹੁੰਦਾ ਕਿ ਉਹਦੇ 'ਚ ਮੈਂ ਆਪਣੀਆਂ ਐਂਟਰੀਆਂ ਬਦਲਾਂ ਤੇ ਉਹਦੇ ਨਾਲ ਮੇਰਾ ਹਿਸਾਬ ਕਿਤਾਬ ਨਾਲ ਦੀ ਨਾਲ ਮੇਰੇ ਅਕੋਰਡਿੰਗ ਚੇਂਜ ਹੋ ਜੇ, ਤਾਂ ਉਹਦੇ ਵਾਸਤੇ ਤੁਸੀਂ ਇਸੇ MS ਆਫਿਸ ਦਾ ਤੀਸਰਾ ਸੌਫਟਵੇਅਰ ਜਿਹੜਾ ਹੈ ਉਹ ਯੂਜ਼ ਕਰਦੇ ਹੋ, ਦੈਟ ਇਜ਼ MS ਐਕਸਲ। ਪਰ ਜਦੋਂ ਤੁਸੀਂ ਕੁਝ ਲਿਖਣ ਨਾਲ ਸੰਬੰਧਿਤ ਕਰਨਾ ਹੋਵੇ ਤਾਂ ਤੁਸੀਂ ਇਹ ਵਾਲਾ ਸੂਟ ਯੂਜ਼ ਕਰਦੇ ਹੋ, ਦੈਟ MS ਆਫਿਸ ਦਾ ਇਹ ਸੌਫਟਵੇਅਰ ਯੂਜ਼ ਕਰਦੇ ਹੋ, ਦੈਟ ਇਜ਼ MS ਵਰਡ। ਠੀਕ ਆ, ਮਾਈਕਰੋਸਾਫਟ ਕੰਪਨੀ ਆ ਜਿਹਨੇ ਇਹ ਬਣਾਇਆ ਹੈ। ਮਾਈਕਰੋਸਾਫਟ ਤੋਂ ਬਿਨਾਂ ਹੋਰ ਵੀ ਬੜੀਆਂ ਕੰਪਨੀਆਂ ਹੈ ਜਿਨ੍ਹਾਂ ਨੇ MS ਵਰਡ ਵਰਗੇ ਸੌਫਟਵੇਅਰ ਜਿਹੜੇ ਆ ਸਾਨੂੰ ਦਿੱਤੇ ਆ। ਅੱਗੇ ਜਾਵਾਂਗੇ ਤਾਂ ਸਾਰੀਆਂ ਕੰਪਨੀਆਂ ਦੇ ਵੱਖਰੇ ਵੱਖਰੇ ਸੌਫਟਵੇਅਰਸ ਦੇ ਨਾਮ ਵੀ ਦੇਖਾਂਗੇ ਕਿ ਇਹੋ ਜਿਹੇ ਸਿਨੋਨੀਅਮ, ਇਹਦੇ ਸਮਾਨ ਅੰਤਰ ਹੋਰ ਕਿਹੜੇ ਸੌਫਟਵੇਅਰ ਆ ਜਿਹੜੇ ਕੰਪਨੀਆਂ ਨੇ ਤਿਆਰ ਕਰੇ ਹੋਏ ਆ। ਫਿਲਹਾਲ ਦੀ ਘੜੀ ਸਾਡਾ ਮਕਸਦ ਸ਼ੁਰੂ 'ਚ ਸਿਰਫ ਇਸ ਚੀਜ਼ ਨਾਲ ਦੋ ਹੱਥ ਕਰਨੇ ਆ ਕਿ ਬਈ MS ਆਫਿਸ 'ਚ MS ਵਰਡ ਬੇਸਿਕਲੀ ਹੈ ਕੀ ਆ। ਠੀਕ ਆ, ਤਾਂ MS ਵਰਡ ਜਦੋਂ ਅਸੀਂ ਗੱਲ ਕਰਦੇ ਆ ਤਾਂ ਅਸਲ 'ਚ 2003 'ਚ ਇਹਦਾ ਪਹਿਲਾ ਵਰਜਨ ਆਇਆ ਸੀ। ਫਿਰ ਉਸ ਤੋਂ ਬਾਅਦ ਇਹਨੂੰ ਥੋੜ੍ਹਾ ਜਿਹਾ ਰਿਫਾਰਮ ਕੀਤਾ ਗਿਆ, ਇਹਦੇ 'ਚ ਸੁਧਾਰ ਕੀਤਾ ਗਿਆ ਤੇ 2007, ਫਿਰ ਉਸ ਤੋਂ ਬਾਅਦ 2013 ਆਇਆ, 16 ਆਇਆ, ਫਿਰ 19 ਆਇਆ, ਵਿੱਚ ਇੱਕ XP ਵੀ ਆਇਆ। ਠੀਕ ਆ, 2003 ਤੋਂ ਬਾਕੀ ਸਾਰੇ ਤਕਰੀਬਨ ਅੱਡ ਨੇ। ਜਦੋਂ ਅਸੀਂ MS ਆਫਿਸ ਦੇ ਵਿੱਚ ਕੰਮ ਕਰਦੇ ਹਾਂ ਤੇ ਆਪਣੀ ਇੱਕ ਡਾਕੂਮੈਂਟ ਨੂੰ ਤਿਆਰ ਕਰ ਲੈਂਦੇ ਹਾਂ ਤੇ ਅਸੀਂ ਐਂਡ 'ਚ ਉਹਨੂੰ ਇੱਕ ਸੇਵ ਕਰਨਾ ਹੁੰਦਾ ਹੈ ਤਾਂ ਕਿ ਉਹਨੂੰ ਅਸੀਂ ਫਿਊਚਰ ਵਾਸਤੇ, ਆਪਣੇ ਭਵਿੱਖ ਵਾਸਤੇ ਯਾਦ ਕਰ ਸਕੀਏ, ਰੱਖ ਸਕੀਏ ਆਪਣੇ ਕੋਲ ਕਿ ਹਾਂ ਸਾਡੇ ਕੋਲ ਇਹ ਡਾਕੂਮੈਂਟ ਹੈਗਾ ਹੈ।
ਜਦੋਂ ਤੁਸੀਂ MS ਆਫਿਸ 'ਚ ਕਿਸੇ ਕੰਮ ਨੂੰ ਕਰਕੇ ਸੇਵ ਕਰਕੇ ਰੱਖ ਲੈਂਦੇ ਹੋ, MS ਆਫਿਸ 'ਚ ਜਾਂ MS ਵਰਡ ਦੇ ਵਿੱਚ ਸਪੈਸ਼ਲੀ ਕਹਾਂ ਮੈਂ, ਤਾਂ ਤੁਹਾਨੂੰ ਇੱਕ ਗੱਲ ਬਹੁਤ ਕਲੀਅਰ ਆ, ਤੁਹਾਡੇ ਜਿਹੜੇ ਸੌਫਟ ਕੰਪਿਊਟਰ ਦੇ ਵਿੱਚ ਤੁਹਾਡੇ ਕੋਲ ਸਿਸਟਮ ਆ ਜਿਹੜਾ, ਉਹਦੇ 'ਚ ਇੱਕ ਕੀ ਪਤਾ ਇੱਕ ਉਹਦੇ 'ਚ ਇਮੇਜ ਵੀ ਪਈ ਹੋਵੇ, ਕਿਸੇ ਦੀ ਤੁਹਾਡੀ ਆਪਣੀ ਪੁਰਾਣੀ ਕੋਈ ਯਾਦਗਾਰ ਤੁਹਾਡੀ ਫੋਟੋ ਪਈ ਹੋਵੇ, ਕੀ ਪਤਾ ਉਹਦੇ 'ਚ ਤੁਹਾਡੀ ਕੋਈ ਵੀਡੀਓ ਪਈ ਹੋਵੇ। ਤੁਹਾਨੂੰ ਕਿਵੇਂ ਪਤਾ ਲੱਗੂਗਾ ਕਿ ਫਲਾਣੀ ਫਾਈਲ ਇੱਕ ਵੀਡੀਓ ਦੀ ਫਾਈਲ ਆ ਤੇ ਫਲਾਣੀ ਫਾਈਲ ਇੱਕ ਇਮੇਜ ਆ ਤੇ ਆਹ ਤੁਹਾਡੀ ਨਵੀਂ ਫਾਈਲ ਆ ਜਿਹੜੀ ਤੁਸੀਂ ਆਪਣੀ ਡਾਕੂਮੈਂਟਰੀ ਲਿਖ ਰਹੇ ਸੀਗੇ ਜਾਂ ਡਾਕੂਮੈਂਟ ਲਿਖ ਰਹੇ ਸੀ ਉਹਨੂੰ ਸੇਵ ਕਰਤਾ ਹੈ। ਜਦੋਂ ਵੀ ਆਪਾਂ ਕੋਈ ਡਾਕੂਮੈਂਟ ਜਾਂ ਕੁਝ ਵੀ ਸੇਵ ਕਰਦੇ ਆ, ਕੋਈ ਵੀ ਚੀਜ਼ ਸੇਵ ਕਰਦੇ ਆ, ਤਾਂ ਸਾਨੂੰ ਉਹਦੇ ਮਗਰ ਉਸ ਚੀਜ਼ ਦਾ ਇੱਕ ਨਾਮ ਹੁੰਦਾ ਹੈ। ਹੁਣ ਸਪੋਜ਼ ਕਰੋ ਮੈਂ ਇਹ ਕਹਿਦਾ ਕਿ ਮੈਂ ਇੱਕ ਫਲਾਣਾ ਇੱਕ ਮੇਰੇ ਕੋਲ ਮੇਰਾ ਥੀਸਿਸ ਆ, ਠੀਕ ਆ, ਇੱਕ ਥੀਸਿਸ ਆ ਮੇਰਾ ਜਿਹੜਾ ਵੀ ਮੈਨੂੰ ਕੰਮ ਮਿਲਿਆ ਹੋਇਆ ਹੈ, ਮੈਂ ਉਹਦੇ ਤੇ ਇੱਕ ਪ੍ਰੈਜੈਂਟੇਸ਼ਨ ਤਿਆਰ ਕੀਤੀ ਆ ਆਪਣੇ ਅਫਸਰਾਂ ਨੂੰ ਦਿਖਾਉਣ ਵਾਸਤੇ। ਉਸੇ ਤੇ ਹੀ ਮੈਂ ਇੱਕ ਡਾਕੂਮੈਂਟ ਲਿਖਿਆ ਵੀ ਆ ਤਾਂ ਕਿ ਮੈਂ ਉੱਥੇ ਉਹਨਾਂ ਨੂੰ ਸੁਣਾਉਣ ਲੱਗੇ ਉਹਨੂੰ ਪੜ੍ਹਨਾ ਹੈ, ਰਿਵਾਈਜ਼ ਕਰ ਲੈ ਇੱਕ ਵਾਰੀ। ਤੇ ਮੰਨ ਲਓ ਮੈਂ ਉਹਦਾ ਨਾਮ ਰੱਖਿਆ ਮਾਈ ਆਫਿਸ ਵਰਕ। ਹੁਣ ਮੈਂ ਆਪਣਾ ਮਾਈ ਆਫਿਸ ਵਰਕ ਦੇ ਨਾਮ ਦੀ ਹੀ ਇੱਕ ਪ੍ਰੈਜੈਂਟੇਸ਼ਨ ਆ ਤੇ ਮੇਰੇ ਕੋਲ ਮਾਈ ਆਫਿਸ ਵਰਕ ਦੇ ਨਾਮ ਦਾ ਹੀ ਇੱਕ ਵਰਡ ਦਾ ਡਾਕੂਮੈਂਟ ਆ, ਨਾਮ ਸੇਮ ਹੋ ਗਏ ਤਾਂ ਪ੍ਰੋਬਲਮ ਹੋ ਗਈ। ਤਾਂ ਜੇ ਇੱਕ ਵਰਡ ਦਾ ਡਾਕੂਮੈਂਟ ਆ ਤੇ ਇੱਕ ਮੇਰਾ ਪ੍ਰੈਜੈਂਟੇਸ਼ਨ ਆ, ਉਹਨਾਂ ਦੋਵਾਂ ਦੇ ਮਗਰ ਉਹਨਾਂ ਦੀ ਐਕਸਟੈਂਸ਼ਨ ਦੱਸੂਗੀ ਕਿ ਇਹਨਾਂ ਚੋਂ ਕਿਹੜਾ ਤੇਰਾ ਸੌਫਟਵੇਅਰ, ਕਿਹੜਾ ਤੇਰੀ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਤੇ ਕਿਹੜਾ ਤੇਰਾ ਡਾਕੂਮੈਂਟ ਆ। MS ਵਰਡ ਦੇ ਵਿੱਚ ਬਣਾਈ ਹੋਈ ਕੋਈ ਵੀ ਚੀਜ਼ ਜਿਹੜੀ ਆ ਉਹ ਜਦੋਂ ਵੀ ਸੇਵ ਹੁੰਦੀ ਆ ਤੇ ਉਹ ਸੇਵ ਹੋਣ ਤੋਂ ਬਾਅਦ DOC ਫਾਈਲ ਬਣਦੀ ਆ, ਯਾਨੀ ਕਿ ਇੱਕ ਡਾਕੂਮੈਂਟ ਫਾਈਲ ਬਣਦੀ ਆ। ਇਹ ਗੱਲ 2003 ਦੇ ਸੌਫਟਵੇਅਰ ਦੀ ਆ, ਜਦੋਂ MS ਵਰਡ 2003 ਹੁੰਦਾ ਸੀ। 2007 ਤੋਂ ਲੈ ਕੇ 2019 ਤੱਕ ਇਹ ਜਿਹੜਾ ਬਣਦੀ ਆ ਦੈਟ ਇਜ਼ DOCX, ਇਹ DOCX 'ਚ ਬਣਦੀ ਆ ਹੁਣ, ਠੀਕ ਆ। ਜਦੋਂ ਵੀ ਤੁਸੀਂ ਕਿਸੇ ਫਾਈਲ ਨੂੰ ਸੇਵ ਕੀਤਾ ਕਿਸੇ ਸੌਫਟਵੇਅਰ 'ਚ, ਕਿਸੇ ਸਿਸਟਮ 'ਚ, ਕਿਸੇ ਕੰਪਿਊਟਰ 'ਚ ਦੇਖਦੇ ਹੋ ਨਾ, ਤੇ ਜੇ ਉਸ ਫਾਈਲ ਦਾ ਨਾਮ ਕੁਝ ਵੀ ਆ files.docx, ਤਾਂ ਤੁਸੀਂ ਸਮਝ ਸਕਦੇ ਹੋ ਕਿ ਉਹ ਫਾਈਲ MS ਵਰਡ ਦੀ ਫਾਈਲ ਆ। ਫਿਰ ਜੇ ਉਹ ਡੌਕ 'ਚ ਆ ਤਾਂ ਤੁਸੀਂ ਸਮਝ ਸਕਦੇ ਹੋ ਕਿ ਇਹ ਵੀ ਫਾਈਲ MS ਵਰਡ ਦੀ ਫਾਈਲ ਆ। ਬਸ ਫਰਕ ਇਹ ਆ ਕਿ ਇਹ 2000 ਇਹੋ ਜਿਹੇ ਕੰਪਿਊਟਰ 'ਚ ਬਣੀ ਹੋਈ ਆ ਜਿਹੜੇ ਕੰਪਿਊਟਰ 'ਚ MS ਵਰਡ 2003 ਸੀ, ਤੇ ਇਹ ਉਸ ਕੰਪਿਊਟਰ 'ਚ ਬਣੀ ਹੋਈ ਆ ਜਿਹਦੇ 'ਚ MS ਵਰਡ 2007, 13, 16, 19 ਜਾਂ XP ਉਹਨਾਂ 'ਚੋਂ ਕੋਈ ਸੀਗਾ। ਬਿਕੋਜ਼ 2003 'ਚ ਹੀ ਫਾਈਲ ਦੀ ਐਕਸਟੈਂਸ਼ਨ ਡੌਕ ਹੁੰਦੀ ਸੀ ਤੇ 2007 ਤੋਂ ਲੈ ਕੇ 2019 ਤੱਕ ਫਾਈਲ ਦੀ ਐਕਸਟੈਂਸ਼ਨ ਕੀ ਆ ਗਈ ਹੈ, DOCX ਆ ਗਈ ਹੈ। ਕਿਸੇ ਨੂੰ ਕੋਈ ਡਾਊਟ ਇਹਦੇ 'ਚ? ਸਭ ਤੋਂ ਪਹਿਲੇ ਪੇਜ ਤੇ ਤੁਹਾਨੂੰ ਤਕਰੀਬਨ ਵਰਡ ਪ੍ਰੋਸੈਸਿੰਗ ਬਾਰੇ ਦੱਸਿਆ ਗਿਆ ਹੈ ਕਿ ਵਰਡ ਪ੍ਰੋਸੈਸਿੰਗ ਨਾਲ ਅਸੀਂ ਡਾਕੂਮੈਂਟ ਕ੍ਰੀਏਟ ਕਰ ਸਕਦੇ ਹਾਂ, ਸੇਵ ਕਰ ਸਕਦੇ ਹਾਂ, ਉਹਨੂੰ ਫਿਊਚਰ 'ਚ ਆਪਣੇ ਕੰਮ ਵਾਸਤੇ ਰੱਖ ਸਕਦੇ ਹਾਂ, ਕੋਈ ਦਸਤਾਵੇਜ਼ ਜਿਹੜਾ ਵੀ ਆ, ਠੀਕ ਆ। ਤਾਂ ਇਹਦੇ ਨਾਲ ਕੀ ਆ ਕਿ ਸਾਨੂੰ ਕੋਈ ਵੀ ਡਾਕੂਮੈਂਟ ਜੇ ਆਪਾਂ ਕੰਪਿਊਟਰ 'ਚ ਰੱਖ ਲਿਆ ਹੈ, ਉਹਨੂੰ ਇੱਕ ਵਾਰੀ ਅਸੀਂ ਫਾਈਲ ਨੂੰ ਟਾਈਪ ਕਰਕੇ ਰੱਖ ਲਿਆ, ਉਹਦੇ 'ਚ ਮਾੜੀ ਮੋਟੀ ਐਡੀਟਿੰਗ ਨਾਲ ਅਸੀਂ ਆਪਣਾ ਕੰਮ ਚਲਾ ਸਕਦੇ ਹਾਂ। ਸਾਨੂੰ ਬਹੁਤ ਜ਼ਿਆਦਾ ਕੁਝ ਸੇਵ ਕਰਨ ਦੀ ਜਾਂ ਦੁਬਾਰਾ ਜੇ ਉਸ 'ਚ ਕੁਝ ਚੇਂਜ ਕਰਨੇ ਆ ਤੇ ਉਹਨੂੰ ਮੁੱਢੋਂ ਛੁੱਡੋਂ ਲਿਖਣ ਦੀ ਲੋੜ ਨਹੀਂ, ਉਹਦੇ ਨਾਲ ਹੀ ਸਾਡਾ ਕੰਮ ਚੱਲ ਸਕਦਾ ਹੈ, ਠੀਕ ਹੈ। ਹਾਂਜੀ, ਇਸ ਤੋਂ ਅੱਗੇ ਕਹਾਣੀ ਸ਼ੁਰੂ ਹੁੰਦੀ ਹੈ, ਬਿਕੋਜ਼ ਇੱਥੋਂ ਅੱਗੇ ਸ਼ੁਰੂ ਕਰੂੰਗਾ ਹੁਣ ਮੈਂ। ਬਿਕੋਜ਼ ਅਸਲੀ ਤਾਂ MS ਵਰਡ ਉਦੋਂ ਸਟਾਰਟ ਹੋਊਗਾ ਨਾ ਜਦੋਂ ਅਸੀਂ ਇਹ ਦੇਖਾਂਗੇ ਕਿ ਸਾਨੂੰ ਸਾਹਮਣੇ ਵਾਲਾ ਜਿਹੜਾ ਇੰਟਰਫੇਸ ਆ MS ਵਰਡ ਦਾ ਉਹ ਕਿਵੇਂ ਦਾ ਦਿਸਦਾ ਹੈ ਤੇ ਕਿੱਥੇ ਕਲਿੱਕ ਕਰਕੇ ਕੀ ਹੁੰਦਾ ਹੈ। ਜੇ ਹੁਣ ਅਸੀਂ ਇਹਦੀਆਂ ਫੀਚਰਸ ਤੇ ਆ ਜਾਈਏ ਕਿ ਇਹਦੀਆਂ ਸੇਲੀਐਂਟ ਫੀਚਰਸ ਤੇ, ਤਾਂ ਸਾਨੂੰ ਪਤਾ ਹੈ ਕਿ ਅਸੀਂ ਕੋਈ ਵੀ ਹਿੱਸਾ ਉਹਦਾ ਕੱਟ ਕਰਕੇ ਪੇਸਟ ਕਰ ਸਕਦੇ ਹਾਂ, ਕਾਪੀ ਕਰਕੇ ਪੇਸਟ ਕਰ ਸਕਦੇ ਹਾਂ। ਇੱਕ ਡਾਕੂਮੈਂਟ ਆ ਉਹਦਾ ਮਾਰਜਨ ਇੰਨਾ ਰੱਖਣਾ ਹੈ ਕਿ ਉਹ ਇੰਨੀ ਜਗ੍ਹਾ ਤੇ ਲਿਖਣਾ ਹੈ, ਅਸੀਂ ਮਾਰਜਨ ਵਗੈਰਾ ਚੈੱਕ ਕਰ ਸਕਦੇ ਹਾਂ, ਠੀਕ ਆ। ਉਸ ਤੋਂ ਬਾਅਦ ਅਸੀਂ ਉਸ ਵਰਡ ਦੇ ਡਾਕੂਮੈਂਟ ਦੇ ਵਿੱਚ ਕੋਈ ਵੀ ਵਰਡ ਸਰਚ ਕਰਨਾ ਹੈ, ਕੋਈ ਲੈਟਰ ਸਰਚ ਕਰਨਾ ਹੈ, ਅਸੀਂ ਉਹ ਵਰਡ ਸਰਚ ਕਰ ਸਕਦੇ ਹਾਂ। ਕਿਸੇ ਵਰਡ ਨੂੰ ਆਪਾਂ ਰਿਪਲੇਸ ਕਰਕੇ ਕਿਸੇ ਦੂਸਰੇ ਵਰਡ 'ਚ, ਸਪੋਜ਼ ਕਰੋ ਮੈਂ ਉਹਦੇ 'ਚ ਆਪਣਾ ਨਾਮ ਗੁਰਸ਼ਰਨ ਲਿਖਿਆ GURSHARAN, ਤੇ ਕਿਸੇ ਬਾਬੇ ਨੇ ਕਹਿਤਾ ਕਿ ਤੂੰ ਆਪਣੇ ਆਰ ਤੋਂ ਮਗਰ ਵਾਲਾ A ਕੱਟ ਦੇ, ਤੇ ਮੈਂ ਉਸ ਡਾਕੂਮੈਂਟ ਦੇ ਵਿੱਚੋਂ ਆਪਣੇ ਨਾਮ 'ਚੋਂ A ਕੱਟਣਾ ਹੈ, ਠੀਕ ਆ। ਤਾਂ ਓਬਵੀਅਸ ਜੀ ਗੱਲ ਆ, ਮੇਰੇ ਕੋਲ ਮੇਰਾ ਵਰਡ ਇੱਕ ਮੈਨੂੰ ਅਲਾਓ ਕਰਦਾ ਹੈ, ਮੈਨੂੰ ਇੰਨੀ ਪਾਵਰ ਦਿੰਦਾ ਹੈ ਕਿ ਮੈਂ ਆਪਣੇ ਉਸ ਵਰਡ ਦੇ ਡਾਕੂਮੈਂਟ 'ਚੋਂ ਪੁਰਾਣਾ ਨਾਮ ਡਿਲੀਟ ਕਰਕੇ ਉਹ ਸਾਰੇ ਦੀ ਸਾਰੀ ਜਗ੍ਹਾ ਤੇ ਜਿੱਥੇ ਜਿੱਥੇ ਪੁਰਾਣਾ ਨਾਮ ਆ ਵਿਦਿਨ ਅ ਸੈਕਿੰਡ ਮੈਂ ਆਪਣਾ ਨਵਾਂ ਨਾਮ ਉਹਦੇ 'ਚ ਚੇਂਜ ਕਰਦਾ। ਸੋ ਬਹੁਤ ਸਾਰੀਆਂ ਆਪਸ਼ਨਸ, ਬਹੁਤ ਸਾਰੀਆਂ ਫੈਸਿਲਿਟੀਜ਼ ਮੇਰੇ ਕੋਲ ਵਰਡ ਡਾਕੂਮੈਂਟ ਜੇ ਮੇਰੇ ਕੋਲ ਪਿਆ ਹੋਇਆ ਹੈ ਤਾਂ ਮੇਰੇ ਕੋਲ ਅਵੇਲੇਬਲ ਆ। ਸ਼ਾਇਦ ਵਰਡ ਵਰਗਾ ਹੀ ਇੱਕ ਡਾਕੂਮੈਂਟ ਤੁਹਾਡੇ ਸਾਹਮਣੇ ਚੱਲ ਰਿਹਾ, ਇਹ ਇੱਕ PDF ਆ।
PDF ਤੋਂ ਵੀ ਤਾਂ ਤੁਸੀਂ ਪੜ੍ਹ ਹੀ ਸਕਦੇ ਹੋ ਤੇ ਵਰਡ ਤੋਂ ਵੀ ਤੁਸੀਂ ਪੜ੍ਹ ਸਕਦੇ ਹੋ। ਫਿਰ ਤੁਸੀਂ ਵਰਡ ਡਾਕੂਮੈਂਟ ਜ਼ਿਆਦਾ ਕਿਉਂ ਪ੍ਰੈਫਰ ਕਰਦੇ ਹੋ? ਕਿਉਂਕਿ PDF ਦੇ ਵਿੱਚ ਤੁਹਾਡੇ ਕੋਲ ਐਡਿਟ ਕਰਨ ਦੀਆਂ, PDF ਨੂੰ ਐਡਿਟ ਕਰਨ ਦੀਆਂ, ਚੇਂਜ ਕਰਨ ਦੀਆਂ ਸੰਭਾਵਨਾਵਾਂ ਤੁਹਾਡੇ ਕੋਲ ਬਹੁਤ ਘੱਟ ਜਾਂਦੀਆਂ। ਪਰ ਵਰਡ ਦੇ ਡਾਕੂਮੈਂਟ ਤੁਸੀਂ ਮਨ ਮੁਤਾਬਕ ਆਪਣੇ ਚੇਂਜਸ ਕਰ ਸਕਦੇ ਹੋ। ਆਹ ਜਿਹੜੀ ਫਾਈਲ ਬਣੀ ਆ, ਇਹ ਇੱਕ ਵਰਡ ਦਾ ਡਾਕੂਮੈਂਟ ਆ। ਜੋ ਕੁਝ ਮੈਂ ਇਹਦੇ ਤੇ ਕੀਤਾ ਹੈ ਨਾ, ਉਹ ਸਾਰਾ ਕੁਝ ਮੈਂ ਤੁਹਾਨੂੰ ਸਮਝਾਉਣਾ ਹੈ। ਤੁਸੀਂ ਦੇਖੋ, ਮੈਂ ਇਸ ਫਾਈਲ ਨੂੰ ਜਦੋਂ ਵਰਡ 'ਚ ਬਣਾਇਆ ਹੋਊਗਾ ਤਾਂ ਇਹ ਤੁਹਾਨੂੰ ਮਗਰੋਂ ਬਲੈਕ ਦਿਸ ਰਹੀ ਹੈ। ਇਟ ਮੀਨਸ ਇਟ ਇਜ਼ ਸ਼ੇਡਿੰਗ, ਇਹ ਸ਼ੇਡ ਕੀਤਾ ਗਿਆ ਇਹਨੂੰ। ਫਿਰ ਉਸ ਤੋਂ ਬਾਅਦ ਤੁਸੀਂ ਆਹ ਰੰਗ ਦੇਖੋ, ਪੀਲਾ ਰੰਗ, ਠੀਕ ਆ। ਇਟ ਮੀਨਸ ਮੈਂ ਇਹਦਾ ਜਿਹੜਾ ਟੈਕਸਟ ਆ, ਟੈਕਸਟ ਸਮਝਦੇ ਹੋ ਅੱਖਰ, ਉਹਦਾ ਜਿਹੜਾ ਟੈਕਸਟ ਆ ਉਹਨੂੰ ਮੈਂ ਕਲਰ ਕੀਤਾ ਹੋਇਆ, ਟੈਕਸਟ ਕਲਰ ਤੋਂ ਜਾ ਕੇ, ਠੀਕ ਆ। ਫਿਰ ਕਈ ਜਗ੍ਹਾ ਤੇ ਮੈਂ ਇਸ ਟੈਕਸਟ ਨੂੰ ਇੱਥੇ ਹਾਈਲਾਈਟ ਕੀਤਾ ਹੋਇਆ ਹੈ। ਇਹ ਟੈਕਸਟ ਹਾਈਲਾਈਟ ਸਾਰੇ ਦਾ ਸਾਰਾ ਸਕਰੀਨ ਨੂੰ ਕਾਲਾ ਕਰ ਦੇਣਾ। ਦਿਸ ਇਜ਼ ਕਾਲਡ ਬੈਕਗਰਾਉਂਡ। ਇਹਨੂੰ ਮੈਂ ਬੈਕਗਰਾਉਂਡ ਕਹੂੰਗਾ ਕਿ ਬੈਕਗਰਾਉਂਡ ਮੈਂ ਚੇਂਜ ਕਰ ਲਿਆ। ਤੇ ਆ ਤੀਸਰੀ ਚੀਜ਼ ਦੇਖੋ, ਇੱਕ ਹੋਰ ਚੀਜ਼ ਇੱਥੇ ਮੈਂ ਸਾਰਾ ਨਹੀਂ, ਸਿਰਫ ਇਹਦੇ ਮਗਰ ਆ ਚੀਜ਼ ਪੀਲੀ ਕੀਤੀ ਆ। ਦਿਸ ਇਜ਼ ਕਾਲਡ ਸ਼ੇਡਿੰਗ, SHADING, ਸ਼ੇਡਿੰਗ। ਜੇ ਕੋਈ ਮੈਨੂੰ ਕਹੇ ਕਿ ਆਹ ਕੀ ਚੀਜ਼ ਆ, ਇਹਦਾ ਮਤਲਬ ਆ ਤੁਸੀਂ ਸਿਰਫ ਅੱਖਰਾਂ ਨੂੰ ਮਗਰੋਂ ਹਾਈਲਾਈਟ ਕੀਤਾ ਹੈ। ਦਿਸ ਇਜ਼ ਟੈਕਸਟ ਹਾਈਲਾਈਟ। ਜੇ ਕੋਈ ਮੈਨੂੰ ਪੁੱਛੇ ਆਹ ਕੀ ਚੀਜ਼ ਕੀਤੀ ਆ, ਤਾਂ ਮੈਂ ਕਹੂੰਗਾ ਟੈਕਸਟ ਕਲਰ, ਟੈਕਸਟ ਦਾ ਰੰਗ ਚੇਂਜ ਕੀਤਾ ਹੈ। ਜੇ ਕੋਈ ਮੈਨੂੰ ਪੁੱਛੇ ਕਿ ਇਹਨੂੰ ਸਾਰੇ ਨੂੰ ਕਾਲਾ ਕੀਤਾ, ਕੀ ਇਹ ਸ਼ੇਡਿੰਗ ਆ? ਇਹ ਸ਼ੇਡਿੰਗ ਨਹੀਂ ਗੀ। ਸ਼ੇਡਿੰਗ ਤਾਂ ਸਿਰਫ ਆਹ ਚੀਜ਼ ਹੁੰਦੀ ਆ, ਦਿਸ ਇਜ਼ ਕਾਲਡ ਸ਼ੇਡਿੰਗ। ਪਰ ਜਿਹੜਾ ਆਹ ਸਾਰਾ ਬਾਕੀ ਕਾਲਾ ਹੈ, ਇਹਨੂੰ ਕਹਿੰਦੇ ਬੈਕਗਰਾਉਂਡ। ਬੈਕਗਰਾਉਂਡ ਦਾ ਕਲਰ ਚੇਂਜ ਕਰਨਾ। ਕਿੰਨੇ ਆਪਸ਼ਨਸ ਹੋ ਗਏ? ਬੈਕਗਰਾਉਂਡ, ਕਿੰਨੇ ਆਪਸ਼ਨ, ਇੱਕ ਹੋਰ ਆਪਸ਼ਨ ਦੱਸਿਆ ਸ਼ੇਡਿੰਗ, ਇੱਕ ਹੋਰ ਦੱਸਿਆ ਟੈਕਸਟ ਹਾਈਲਾਈਟ, ਇੱਕ ਹੋਰ ਦੱਸਿਆ ਟੈਕਸਟ ਕਲਰ, ਠੀਕ ਹੈ। ਉਸ ਤੋਂ ਬਾਅਦ ਮੈਂ ਕਿੰਨੀਆਂ ਜ਼ਿਆਦੀਆਂ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਉਂਗਾ, ਤਾਂ ਇਹ ਸਾਰਾ ਕੁਝ ਆਪਾਂ ਕਵਰ ਕਰਾਂਗੇ ਆਉਣ ਵਾਲੇ ਟੌਪਿਕ ਦੇ ਵਿੱਚ, ਠੀਕ ਹੈ। ਸੋ ਸਭ ਤੋਂ ਪਹਿਲਾਂ ਆਪਾਂ ਇਸ ਚੀਜ਼ ਨੂੰ ਸਟਾਰਟ ਕਰਦੇ ਹਾਂ। ਇੱਥੋਂ ਆਪਾਂ ਸਟਾਰਟ ਕੀਤਾ, MS ਵਰਡ ਨੂੰ ਅਸੀਂ ਓਪਨ ਕਿਵੇਂ ਕਰਦੇ ਹਾਂ। ਅਸੀਂ ਜਦੋਂ ਆਪਣੇ ਕੰਪਿਊਟਰ ਨੂੰ ਦੇਖਦੇ ਹਾਂ ਤਾਂ ਸਭ ਤੋਂ ਥੱਲੇ ਜਿੱਥੇ ਆਪਣੇ ਕੋਲ ਵਿੰਡੋ ਦਾ ਨਿਸ਼ਾਨ ਬਣਿਆ ਹੁੰਦਾ ਹੈ, ਉੱਥੇ ਸਰਚ ਕਰੋ MS ਆਫਿਸ। MS ਆਫਿਸ ਉੱਪਰ ਖੁੱਲੂਗਾ ਸਰਚ 'ਚ, ਉੱਥੋਂ ਜਾ ਕੇ MS ਵਰਡ ਤੇ ਜਾਓ ਤੇ MS ਵਰਡ ਨੂੰ ਤੁਸੀਂ ਓਪਨ ਕਰ ਸਕਦੇ ਹੋ। ਕੀ ਪਤਾ MS ਵਰਡ ਨਾਮ ਦਾ ਡਾਕੂਮੈਂਟ ਤੁਹਾਡੇ ਕੋਲ ਤੁਹਾਡੇ ਡੈਸਕਟਾਪ ਤੇ ਪਿਆ ਹੋਵੇ, ਤੁਸੀਂ ਉੱਥੋਂ ਕਲਿੱਕ ਕਰ ਸਕਦੇ ਹੋ। ਕਿਸੇ ਵੀ ਤਰੀਕੇ ਨਾਲ ਤੁਹਾਡੇ ਕੋਲ ਜੇ ਤੁਸੀਂ ਸਾਹਮਣੇ ਰੱਖਿਆ ਹੋਇਆ ਹੈ ਤਾਂ ਉੱਥੋਂ ਤੁਸੀਂ ਇਹਨੂੰ ਓਪਨ ਕਰੋ। ਜਦੋਂ ਤੁਸੀਂ ਆਪਣਾ MS ਵਰਡ ਓਪਨ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ MS ਵਰਡ ਇਸ ਟਾਈਪ ਦਾ ਦਿਸਦਾ ਹੈ। 2007 ਤੋਂ ਲੈ ਕੇ 2013 ਤੱਕ, ਜਿਹੜਾ 2007 ਤੋਂ ਲੈ ਕੇ 19 ਤੱਕ ਉਹ ਇਸ ਟਾਈਪ ਦਾ ਦਿਸੂਗਾ। ਵੈਸੇ ਆ ਥੋੜਾ ਜਿਹਾ ਪੁਰਾਣਾ ਵਰਜਨ ਆ। ਜਿਹੜੀਆਂ ਫੋਟੋਜ਼ ਆਪਾਂ ਆਪਣੇ ਵਾਲੀਆਂ ਕਲਿੱਕ ਕੀਤੀਆਂ ਹੋਈਆਂ ਆ ਐਗਜ਼ੈਕਟਲੀ 19 ਵਾਲਾ ਹੈ। ਮੈਂ 19 ਵਾਲੇ ਤੇ ਜ਼ਿਆਦਾ ਸਮਝਾਉਂਗਾ, ਪਰ ਪਹਿਲਾਂ ਮੈਂ ਕੁਝ ਚੀਜ਼ਾਂ ਇਹਦੇ ਤੋਂ ਹੀ ਕਲੀਅਰ ਕਰਦਾ। ਜਿਹੜੀ ਮੈਂ ਥੱਲੇ ਥਿਊਰੀ ਲਿਖੀ ਹੋਈ ਹੈ ਨਾ, ਉਹ ਥਿਊਰੀ ਉਸੇ ਗੱਲ ਨੂੰ ਸਮਝਾਊਗੀ ਜੋ ਮੈਂ ਇੱਥੇ ਪੜਾਉਂਗਾ ਹੁਣ। ਇਸ ਕਰਕੇ ਇਹਨੂੰ ਬਹੁਤ ਧਿਆਨ ਨਾਲ ਸਮਝਣਾ ਜ਼ਰੂਰੀ ਹੈ। ਜਦੋਂ ਤੁਸੀਂ ਆਪਣਾ MS ਵਰਡ ਓਪਨ ਕਰੋਗੇ, MS ਵਰਡ ਓਪਨ ਕਰੋਗੇ ਤਾਂ ਕੁਝ ਚੀਜ਼ਾਂ ਜਿਹੜੀਆਂ ਤੁਹਾਡੇ ਵਾਸਤੇ ਜਾਣਨੀਆਂ ਜ਼ਰੂਰੀ ਆ, ਉਹ ਕਿਹੜੀਆਂ ਨੇ? ਆ ਜਾਓ ਜੀ। ਸਭ ਤੋਂ ਪਹਿਲਾਂ ਇਹਦੇ ਤੇ ਇੱਕ ਪੁਆਇੰਟ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਆ ਜਾਓ। ਸਭ ਤੋਂ ਪਹਿਲਾਂ ਤੁਸੀਂ ਇਸ ਚੀਜ਼ ਨੂੰ ਦੇਖੋ, ਆਹ ਜਿਹੜੀ ਚੀਜ਼ ਹੈ, ਦਿਸ ਇਜ਼ ਕਾਲਡ ਆਈਨਾ ਬਾਕਸ। ਇਹਨੂੰ ਕਹਿੰਦੇ ਆ ਕੁਇਕ ਅਸੈਸ ਟੂਲ ਬਾਰ, ਮਤਲਬ ਕੁਇਕ ਅਸੈਸ ਟੂਲ ਬਾਰ। ਪਹਿਲਾਂ ਇਸ ਤੋਂ ਵੀ ਉੱਪਰ ਇੱਕ ਹੋਰ ਚੀਜ਼, ਆਹ ਸਭ ਤੋਂ ਉੱਪਰਲੀ ਪੱਟੀ ਹੈ, ਜਿਹੜੀ ਸਭ ਤੋਂ ਉੱਪਰਲੀ ਪੱਟੀ ਤੇ ਇਸ ਡਾਕੂਮੈਂਟ ਦਾ ਨਾਮ ਲਿਖਿਆ ਹੈ। ਜਦੋਂ ਤੁਸੀਂ ਨਵਾਂ ਡਾਕੂਮੈਂਟ ਓਪਨ ਕਰਦੇ ਹੋ, ਮੈਨੂੰ ਇੱਕ ਗੱਲ ਦੱਸੋ, ਮੈਂ ਤੁਹਾਨੂੰ ਕਿਹਾ ਕਿ ਇਦਾਂ ਕਰੋ, ਮਹਾਰਾਜਾ ਰਣਜੀਤ ਸਿੰਘ ਤੇ ਨੋਟਸ ਤਿਆਰ ਕਰੋ ਵਰਡ ਦੀ ਫਾਈਲ 'ਚ। ਤੁਸੀਂ ਡਾਕੂਮੈਂਟ ਖੋਲ੍ਹਿਆ, ਜਦੋਂ ਤੁਸੀਂ ਡਾਕੂਮੈਂਟ ਨਵਾਂ ਖੋਲ੍ਹਿਆ ਵਰਡ ਦਾ, ਕੀ ਤੁਹਾਨੂੰ ਸੁਪਨਾ ਆਇਆ ਜਾਂ ਕੰਪਿਊਟਰ ਨੂੰ ਇਹ ਸੁਪਨਾ ਆਊਗਾ ਕਿ ਬਈ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਮ ਦਾ ਟੌਪਿਕ ਪੜ੍ਹਾਉਣਾ ਹੈ ਤੇ ਮੈਂ ਇਹਦਾ ਨਾਮ ਮਹਾਰਾਜਾ ਰਣਜੀਤ ਸਿੰਘ ਲਿਖਦਾ? ਨਹੀਂ ਨਾ ਆਊਗਾ। ਇਟ ਮੀਨਸ ਸਟਾਰਟਿੰਗ ਦੇ ਵਿੱਚ ਤਾਂ ਕੰਪਿਊਟਰ ਆਪਣੇ ਹਿਸਾਬ ਨਾਲ ਡਾਕੂਮੈਂਟ, ਆਪਣੇ ਹਿਸਾਬ ਨਾਲ ਨਾਮ ਦਊਗਾ। ਤੇ ਜਦੋਂ ਤੁਸੀਂ MS ਵਰਡ ਤੇ ਨਵਾਂ ਡਾਕੂਮੈਂਟ ਖੋਲ੍ਹਦੇ ਹੋ ਤਾਂ ਬਾਏ ਡਿਫਾਲਟ ਜਿਹੜਾ ਨਾਮ ਉਹਨੂੰ ਮਿਲਦਾ ਹੈ, ਉਹ ਨਾਮ ਹੁੰਦਾ ਹੈ ਡਾਕੂਮੈਂਟ 1। ਕੀ ਨਾਮ ਹੁੰਦਾ ਹੈ? ਡਾਕੂਮੈਂਟ 1। ਤੁਸੀਂ ਪਹਿਲਾਂ ਜਦੋਂ ਆਪਣਾ ਸਭ ਤੋਂ ਪਹਿਲਾਂ ਵਰਡ ਖੋਲੋਗੇ ਤਾਂ ਬਾਏ ਡਿਫਾਲਟ ਜਿਹੜਾ ਨਾਮ ਮਿਲੂਗਾ ਦੈਟ ਇਜ਼ ਡਾਕੂਮੈਂਟ 1। ਜੇ ਉਸ ਤੋਂ ਬਾਅਦ ਤੁਸੀਂ ਇੱਕ ਡਾਕੂਮੈਂਟ ਖੋਲੀ ਬੈਠੇ ਹੋ ਤੇ ਨਾਲ ਹੀ ਤੁਸੀਂ ਇੱਕ ਹੋਰ ਨਵਾਂ ਡਾਕੂਮੈਂਟ ਕ੍ਰੀਏਟ ਕਰ ਲਿਆ ਤੇ ਉਹਦਾ ਨਾਮ ਆ ਜਾਊਗਾ ਡਾਕੂਮੈਂਟ 2। ਉਹਦੇ ਨਾਲ ਹੀ ਇੱਕ ਤੀਸਰਾ ਡਾਕੂਮੈਂਟ ਕ੍ਰੀਏਟ ਕਰ ਲਿਆ ਤੇ ਉਹਦਾ ਨਾਮ ਆ ਜਾਊਗਾ ਡਾਕੂਮੈਂਟ 3। ਇਸ ਤਰੀਕੇ ਨਾਲ ਡਾਕੂਮੈਂਟ 1, ਡਾਕੂਮੈਂਟ 2 ਤੇ ਡਾਕੂਮੈਂਟ 3 ਨਵੇਂ ਨਾਮ ਉਹਦੇ ਆਉਂਦੇ ਜਾਣਗੇ। ਸਭ ਤੋਂ ਪਹਿਲੀ ਗੱਲ, ਜਿਸ ਬਾਰ ਦੇ ਉੱਪਰ ਸਭ ਤੋਂ ਉੱਪਰ ਵਾਲੀ ਬਾਰ, ਸਭ ਤੋਂ ਉੱਪਰ ਵਾਲੀ ਬਾਰ ਜਿਸ ਬਾਰ ਦੇ ਉੱਪਰ ਇਹ ਨਾਂ ਲਿਖੇ ਹੋਣਗੇ ਦੈਟ ਇਜ਼ ਕਾਲਡ ਟਾਈਟਲ ਬਾਰ। ਉਹਨੂੰ ਆਪਾਂ ਕੀ ਕਹਿ ਕੇ ਚੱਲਦੇ ਆ? ਉਹਨੂੰ ਆਪਾਂ ਕਹਿੰਦੇ ਆ ਟਾਈਟਲ ਬਾਰ।
उस टाइटल बार के लैफ्ट वाले पासे 3 ऑप्शन होंगे आ जिन्हां नूं तुसीं बहुत फ्रीकुएंटली वर्ड नूं यूज़ करते हुए वर्ड नूं वरतदे हो। वो 3 इहो ਜਿਹੇ ऑप्शन होंगे आ जिहड़े वर्ड ते काम करते हुए तुहानूं बहुत जल्दी चाहिए आ। तुसीं लिखता आई एम अ गुड बॉय, तैनूं लग्गिया कि ओह बॉय वर्ड नहीं सी लिखना, मैं वापस उत्थे चलदा गुड ते, मैं बॉय गलत लिख लिया, तो तुसीं जो कुछ किया है तुसीं उहदा वो हिस्सा वापस करना चाहुंदे हो। इट इज़ कॉल्ड अंडू। की कहंदे इहनूं? अंडू। कि जो किया होया है उत्थों वापस चले जाओ, उहनूं आपां कहंदे आ अंडू करना। ठीक है, अंडू जे कुछ करना है तो तुसीं टाइप करते करते तुहानूं लग्गिया कुछ फालतू लिखिया गया, तुसीं अपना माउस चक्को, माउस नूं इत्थे जाके क्लिक कर दो आ पहली ऑप्शन ते, इहनूं कहंदे आ अंडू। इट मीनस वो बॉय नूं वापस कर दूगा, मतलब बॉय गैब हो जाऊगा उत्थों। फिर तुहानूं लग्गा नहीं 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 ठीक सीगा, तुसीं अगले ही ऑप्शन तो एरो नूं एक होर इत्थे हुंदा एक अगे वाला एरो, एवें वाला एरो, उत्थे क्लिक कर दो, रीडू हो जाऊगा। ठीक है, इट मीनस कि तुहाडे कोल क्विक असैस बार ते 2 ऑप्शनस मैं दसते तुहानूं, किहड़े किहड़े भला? एक अंडू, एक किहड़ा? रीडू। कंट्रोल Z, तुसीं किसी ने कहा कि मैं इत्थों अपना माउस चक के सब तो उपरली बार ते जाके क्लिक क्यों करा, मैं कीबोर्ड ते काम कर रहा, इत्थों ही मैं शॉर्टकट दे नाल ही अंडू कर दिंदा। ਤਾਂ ਜਿਹੜੀ ਚੀਜ਼ ਤੁਸੀਂ ਕੁਇਕ ਅਸੈਸ ਬਾਰ ਤੋਂ ਕਰਨਾ ਚਾਹੁੰਦੇ ਸੀਗੇ, ਜਿਹੜੀ ਚੀਜ਼ ਤੁਸੀਂ ਉੱਪਰ ਜਾ ਕੇ ਟਾਈਟਲ ਬਾਰ ਦੇ ਇੱਕ ਪਾਸੇ ਕੁਇਕ ਅਸੈਸ ਬਾਰ ਦਾ ਟੂਲ ਬਾਰ ਆ ਉੱਥੋਂ ਕਰਨਾ ਚਾਹੁੰਦੇ ਸੀ, ਇਹਨੂੰ ਕੁਇਕ ਅਸੈਸ ਟੂਲ ਬਾਰ ਪਤਾ ਕਿਉਂ ਕਿਹਾ ਜਾਂਦਾ ਹੈ? ਇਸ ਕਰਕੇ ਕਿਉਂਕਿ ਇੱਥੋਂ ਤੁਸੀਂ ਬੜਾ ਕੁਇਕਲੀ ਕੰਮ ਕਰ ਸਕਦੇ ਹੋ, ਤੁਹਾਨੂੰ ਅੰਦਰ ਲੱਭਣਾ ਨਹੀਂ ਪੈਂਦਾ ਕਿ ਕਿੱਥੇ ਜਾ ਕੇ ਅਸੀਂ ਅੰਡੂ ਕਰਨਾ ਹੈ। ਤਾਂ ਅੰਡੂ ਕਰਨ ਦੀ ਆਪਸ਼ਨ ਕੁਇਕਲੀ ਅਵੇਲੇਬਲ ਆ ਸਭ ਤੋਂ ਉੱਪਰਲੀ ਬਾਰ ਤੇ, ਦੈਟਸ ਵਾਈ ਇਹਨੂੰ ਆਪਾਂ ਕਹਿੰਦੇ ਆ ਅੰਡੂ। ਅੰਡੂ ਜੇ ਲੈਪਟਾਪ ਤੋਂ ਹੀ ਕਰਨਾ ਹੈ, ਕੀਬੋਰਡ ਤੋਂ ਹੀ ਕਰਨਾ ਹੈ, ਤਾਂ ਉਹਦੇ ਵਾਸਤੇ ਸ਼ਬਦ ਵਰਤਿਆ ਜਾਊਗਾ ਕੰਟਰੋਲ Z। ਤੇ ਗਲਤੀ ਦਾ ਅਹਿਸਾਸ ਹੋ ਗਿਆ ਕਿ ਨਹੀਂ ਜੋ ਮੈਂ ਕੀਤਾ ਉਹ ਗਲਤ ਆ, ਮੈਨੂੰ ਵਾਪਸ ਕਰਨਾ ਚਾਹੀਦਾ ਸਾਰਾ ਕੁਝ, ਫਿਰ ਤੁਸੀਂ ਦੱਬੋਗੇ ਕੰਟਰੋਲ Y C। ਹੁਣ ਕਹੋਗੇ ਕੰਟਰੋਲ ਸ਼ਬਦ ਕਿੱਥੇ ਆ ਕੀਬੋਰਡ ਤੇ? ਕੀਬੋਰਡ ਤੇ ਕੰਟਰੋਲ ਦਾ ਨਾਮ CTRL ਹੁੰਦਾ ਹੈ। ਕੰਟਰੋਲ Y ਇਟ ਮੀਨਸ ਉਹਨੂੰ ਤੁਸੀਂ ਦੁਬਾਰਾ ਵਾਪਸ ਲਿਆਂਦਾ, ਰੀਡੂ ਕਰਤਾ। ਜੇ ਤੁਸੀਂ ਸ਼ਾਰਟਕਟ ਯੂਜ਼ ਕਰਨੇ ਮੈਂ ਉਹ ਵੀ ਦੱਸਤਾ, ਪਰ ਹਜੇ ਮੇਰਾ ਮੋਟਿਵ ਤੁਹਾਨੂੰ ਸ਼ਾਰਟਕਟ ਦੱਸਣ ਦਾ ਨਹੀਂ, ਹਜੇ ਤਾਂ ਮੈਂ ਤੁਹਾਨੂੰ ਇਹ ਦੱਸਣਾ ਹੈ ਕਿ ਤੁਸੀਂ ਇਸ ਕੁਇਕ ਅਸੈਸ ਬਾਰ ਤੋਂ ਕੀ ਕੀ ਚੱਕ ਸਕਦੇ ਹੋ। ਇੱਕ ਆਪਸ਼ਨ ਹੁੰਦੀ ਹੈ ਅੰਡੂ ਦੀ, ਇੱਕ ਹੁੰਦੀ ਹੈ ਰੀਡੂ ਦੀ, ਇੱਕ ਇੱਥੇ ਹੋਰ ਆਪਸ਼ਨ ਹੁੰਦੀ ਹੈ ਜਿਹਨੂੰ ਮੈਂ ਸਰਕਲ ਕੀਤਾ ਹੈ, ਦਿਸ ਇਜ਼ ਕਾਲਡ ਆਪਸ਼ਨ ਆਫ ਸੇਵ। ਇੱਕ ਇਹਦੀ ਆਪਸ਼ਨ ਹੁੰਦੀ ਹੈ, ਸੇਵ ਦੀ ਆਪਸ਼ਨ ਹੁੰਦੀ ਹੈ। ਮਤਲਬ ਤੁਸੀਂ ਚੱਲਦਾ ਹੋਇਆ ਡਾਕੂਮੈਂਟ 50 ਵਰਡ ਲਿਖ ਲਏ ਤੇ ਤੁਹਾਨੂੰ ਲੱਗਿਆ ਕਿ ਤੁਹਾਨੂੰ ਇਸ ਡਾਕੂਮੈਂਟ ਨੂੰ ਸੇਵ ਕਰ ਲੈਣਾ ਚਾਹੀਦਾ ਹੈ, ਤਾਂ ਤੁਸੀਂ ਕੀ ਕਰੋਗੇ? ਇੱਥੇ ਜਾ ਕੇ ਫਾਈਲ ਤੇ ਜਾ ਕੇ ਥੱਲੇ ਆਪਸ਼ਨ ਆਊਗੀ ਸੇਵ, ਮੈਂ ਦਿਖਾਊਂਗਾ। ਫਾਈਲ ਤੇ ਕਲਿੱਕ ਕਰੋਗੇ, ਥੱਲੇ ਆਪਸ਼ਨ ਆਊਗੀ ਸੇਵ। ਤਾਂ ਜਦੋਂ ਤੁਸੀਂ ਸੇਵ ਤੇ ਕਲਿੱਕ ਕੀਤਾ ਤਾਂ ਤੁਹਾਡੇ ਇੱਥੇ ਇੱਕ ਸੈਂਟਰ ਜੇ 'ਚ ਡੱਬਾ ਖੁੱਲ ਜੂਗਾ, ਉਹਨੂੰ ਇੰਗਲਿਸ਼ 'ਚ ਕਹਿੰਦੇ ਆ ਡਾਇਲੌਗ ਬਾਕਸ। ਕੀ ਕਹਿੰਦੇ ਆ? ਡਾਇਲੌਗ ਬਾਕਸ। ਉਹਦੇ 'ਚ ਪੁੱਛਣਗੇ ਕਿ ਤੁਸੀਂ ਇਹਨੂੰ ਕਿਹੜੇ ਨਾਮ ਤੇ ਸੇਵ ਕਰਨਾ ਚਾਹੁੰਦੇ ਹੋ। ਜੇ ਤਾਂ ਤੁਸੀਂ ਬਿਨਾਂ ਸੋਚੇ ਜੈਸ ਦੱਬਤਾ ਤਾਂ ਉਹ ਕਹਿਣਗੇ ਕਿ ਅਸੀਂ ਇਹਦਾ ਨਾਮ ਉੱਪਰ ਡਾਕੂਮੈਂਟ 1 ਰੱਖਿਆ ਸੀ, ਅਸੀਂ ਇਹਨੂੰ ਡਾਕੂਮੈਂਟ 1 ਦੇ ਨਾਮ ਤੇ ਹੀ ਸੇਵ ਕਰ ਰਹੇ ਹਾਂ। ਪਰ ਤੁਹਾਨੂੰ ਲੱਗਿਆ ਨਹੀਂ, ਤੁਸੀਂ ਡਾਕੂਮੈਂਟ 1 ਨੂੰ ਖਤਮ ਕਰੋ ਤੇ ਉਹਦੀ ਜਗ੍ਹਾ ਤੇ ਲਿਖੋ ਮਹਾਰਾਜਾ ਰਣਜੀਤ ਸਿੰਘ। ਤੁਸੀਂ ਆਪਣੇ ਹਿਸਾਬ ਨਾਲ ਉਹਦਾ ਨਾਮ ਚੇਂਜ ਕਰਤਾ। ਠੀਕ ਆ, ਇਟ ਮੀਨਸ ਜੇ ਤੁਹਾਨੂੰ ਕੋਈ ਕਵੇ ਕਿ ਵੀ ਤੁਹਾਨੂੰ ਟਾਈਟਲ ਬਾਰ ਸਮਝ ਆ ਗਈ ਤਾਂ ਤੁਸੀਂ ਕਹਿ ਸਕਦੇ ਹੋ ਕਿ ਹਾਂ ਸਾਨੂੰ ਸਮਝ ਆ ਗਿਆ ਕਿ ਸਭ ਤੋਂ ਉੱਪਰ ਟਾਈਟਲ ਬਾਰ ਹੁੰਦੀ ਆ, ਟਾਈਟਲ ਬਾਰ ਦੇ ਲੈਫਟ ਕਾਰਨਰ ਤੇ ਕੁਇਕ ਅਸੈਸ ਬਾਰ, ਜਿੱਥੋਂ 3 ਚੀਜ਼ਾਂ ਸਾਨੂੰ ਬੜੀ ਕੁਇਕਲੀ ਕਰਨ ਦਾ ਮੌਕਾ ਮਿਲਦਾ ਹੈ, ਅੰਡੂ, ਰੀਡੂ ਤੇ ਤੀਜਾ ਕੀ ਆ? ਸੇਵ। ਤੁਸੀਂ ਅੰਡੂ, ਰੀਡੂ ਤੇ ਸੇਵ ਉੱਥੋਂ ਕਰ ਸਕਦੇ ਹੋ। ਤਿੰਨਾਂ ਦੇ ਆਪੋ ਆਪਣੇ ਸ਼ਾਰਟਕਟ ਕੀਬੋਰਡ ਤੇ ਵੀ ਅਵੇਲੇਬਲ ਨੇ। ਕੰਟਰੋਲ S ਫॉर ਸੇਵ, ਕੰਟਰੋਲ Z ਫॉर ਅੰਡੂ ਤੇ ਕੰਟਰੋਲ Y ਫॉर ਰੀਡੂ। ਤੁਸੀਂ ਕੀਬੋਰਡ ਤੋਂ ਕਰਨਾ ਤਾਂ ਕੀਬੋਰਡ ਤੋਂ ਕਰੋ, ਬਟ ਜੇ ਤੁਸੀਂ ਟਾਈਪਿੰਗ ਕਰ ਰਹੇ ਹੋ ਤਾਂ ਮਾਊਸ ਘੁਮਾ ਕੇ ਤੁਸੀਂ ਉੱਥੇ ਜਾ ਕੇ ਅੰਡੂ ਵੀ ਕਰ ਸਕਦੇ ਹੋ, ਰੀਡੂ ਵੀ ਕਰ ਸਕਦੇ ਹੋ। ਕੁਇਕ ਅਸੈਸ ਬਾਰ ਤੇ ਆ 3 ਆਪਸ਼ਨਸ ਅਵੇਲੇਬਲ ਨੇ। ਕਿਸੇ ਨੂੰ ਕੋਈ ਡਾਊਟ? ਆ ਜਾਓ ਜੀ ਅੱਗੇ। ਹੁਣ ਇਹਦੇ ਪਰਲੇ ਕੋਨੇ ਤੇ ਆ ਜਾਓ, ਇਹਦੇ ਇਸ ਹੱਥ ਰਾਈਟ ਹੈਂਡ ਸਾਈਡ ਆ ਜਾਓ। ਇੱਕ ਵਰਡ ਆ ਜੀ ਮਿਨੀਮਾਈਜ਼, ਇੱਕ ਵਰਡ ਆ ਮੈਕਸੀਮਾਈਜ਼ ਤੇ ਇੱਕ ਕ੍ਰੋਸ। ਇੱਕ ਮਿਨੀਮਾਈਜ਼, ਇੱਕ ਮੈਕਸੀਮਾਈਜ਼ ਤੇ ਇੱਕ ਕੀ ਆ ਜੀ? ਕ੍ਰੋਸ। ਜਦੋਂ ਤੁਸੀਂ ਕਿਸੇ ਵੀ ਡਾਕੂਮੈਂਟ ਨੂੰ ਸਮਝ ਰਹੇ ਹੋ, ਜਦੋਂ ਕਿਸੇ ਟੌਪਿਕ ਨੂੰ ਸਮਝ ਰਹੇ ਹੋ ਤਾਂ ਮੈਂ ਚਾਹੁੰਦਾ ਕਿ ਬੜਾ ਥੋਰੋਲੀ ਅਸੀਂ ਉਹਨੂੰ ਜਾ ਕੇ ਸਮਝੀਏ। ਜੇ ਅਸੀਂ ਬਹੁਤ ਥੋਰੋਲੀ ਉਹਨੂੰ ਜਾ ਕੇ ਸਮਝਾਂਗੇ ਤਾਂ ਜਾ ਕੇ ਸਾਨੂੰ ਹੱਲ ਮਿਲੂਗਾ ਕਿ ਅੱਛਾ ਪੇਪਰ 'ਚ ਇਸ ਟਾਈਪ ਦੇ ਸਵਾਲ ਐ ਪੁੱਛੇ ਜਾਣਗੇ ਤੇ ਉਹਦਾ ਆ ਹੱਲ ਕੱਢਣਾ ਪੈਣਾ ਸਾਨੂੰ। ਮਿਨੀਮਾਈਜ਼, ਮੈਕਸੀਮਾਈਜ਼ ਤੇ ਕਲੋਜ਼ ਤੇ ਆ ਜਾਓ। ਹੁਣ ਤੁਸੀਂ ਇੱਕ ਗੱਲ ਦੇਖੋ, ਤੁਹਾਨੂੰ ਚੱਲਦੇ ਡਾਕੂਮੈਂਟ ਨੂੰ ਤੁਸੀਂ ਸਲਾਈਡ ਕਰਕੇ ਥੱਲੇ ਲੈ ਕੇ ਆਉਣਾ ਹੈ। ਤੁਸੀਂ ਇਹਦੇ ਤੇ ਕਲਿੱਕ ਕਰ ਦਿਓ, ਸਾਰੇ ਦਾ ਸਾਰਾ ਡਾਕੂਮੈਂਟ ਤੁਹਾਡਾ ਥੱਲੇ ਆ ਜਾਊਗਾ। ਜੇ ਸਪੋਜ਼ ਕਰੋ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇਸ ਡਾਕੂਮੈਂਟ ਨੂੰ, ਤੁਹਾਨੂੰ ਲੱਗਿਆ ਕਿ ਯਾਰ ਨਾਲ ਨਾਲ ਨਾ ਇੱਕ ਗਾਣੇ ਸੁਣ ਲਈਏ ਤੇ ਤੁਸੀਂ ਆਪਣਾ VLC ਪਲੇਅਰ ਨਾਲ ਚਲਾਉਣਾ ਹੈ ਤੇ VLC ਪਲੇਅਰ ਨੂੰ ਸਾਈਡ ਤੇ ਥੋੜੀ ਜਿਹੀ ਜਗ੍ਹਾ ਤੇ ਆਪਣੀ ਸਕਰੀਨ ਤੇ ਰੱਖਣਾ ਚਾਹੁੰਦੇ ਹੋ ਕਿ ਉਹਦੇ ਤੇ ਗਾਣੇ ਬਦਲਦੇ ਜਾਈਏ, ਤਾਂ ਫਿਰ ਤੁਸੀਂ ਇਸ ਵਰਡ ਦੇ ਡਾਕੂਮੈਂਟ ਨੂੰ ਚਾਹੁੰਦੇ ਹੋ ਕਿ ਇਹ ਤੁਹਾਡੀ ਪੂਰੀ ਸਕਰੀਨ ਤੇ ਅੱਧ ਜੀ 'ਚ ਆ ਜਾਏ, ਤਾਂ ਤੁਸੀਂ ਫਿਰ ਜੇ ਤਾਂ ਇਹਨੂੰ ਮਿਨੀਮਾਈਜ਼ ਕਰੋਗੇ ਤਾਂ ਸਾਰੇ ਦਾ ਸਾਰਾ ਡਾਕੂਮੈਂਟ ਥੱਲੇ ਆ ਜਾਊਗਾ। ਤੁਸੀਂ ਕੀ ਕਰੋਗੇ? ਇਸ ਸੈਂਟਰ ਵਾਲੇ ਬਟਨ ਤੇ ਜਾਓਗੇ ਜਿਹੜਾ ਐਵੇਂ ਆ।
ਜਦੋਂ ਤੁਸੀਂ ਇਸ ਸੈਂਟਰ ਵਾਲੇ ਬਟਨ ਤੇ ਜਾਓਗੇ, ਠੀਕ ਆ, ਤਾਂ ਇਹ ਕੀ ਹੋ ਜਾਊਗਾ, ਉਸ ਪੂਰੀ ਦੀ ਪੂਰੀ ਵਿੰਡੋ ਨੂੰ, ਉਸ ਪੂਰੇ ਦੇ ਪੂਰੇ MS ਡਾਕੂਮੈਂਟ ਨੂੰ ਛੋਟਾ ਕਰ ਦੂਗਾ, ਅੱਧਾ ਕਰ ਦੂਗਾ। ਫਿਰ ਤੁਸੀਂ ਉਹਨੂੰ ਇੱਥੋਂ ਟਾਈਟਲ ਬਾਰ ਤੇ ਕਲਿੱਕ ਕਰਕੇ, ਟਾਈਟਲ ਬਾਰ ਤੇ ਆਪਣੇ ਕੀਬੋਰਡ ਨਾਲ ਕਲਿੱਕ ਕਰਕੇ ਉਹਨੂੰ ਛੋਟਾ ਹੋ ਗਿਆ ਨਾ, ਤਾਂ ਉਹਨੂੰ ਆਪਣੀ ਸਕਰੀਨ ਤੇ ਜਿੱਥੇ ਮਰਜ਼ੀ ਐਡਜਸਟ ਕਰ ਸਕਦੇ ਹੋ। ਤਾਂ ਮੈਕਸੀਮਾਈਜ਼ ਦਾ ਮਤਲਬ ਇਹ ਆ। ਤੇ ਜਦੋਂ ਤੁਸੀਂ ਤੁਹਾਨੂੰ ਲੱਗਿਆ ਕਿ ਤੁਸੀਂ ਦੁਬਾਰਾ ਫੇਰ ਕਲਿੱਕ ਕਰਨਾ ਹੈ, ਤਾਂ ਉਹ ਸ਼ਕਲ ਐਵੇਂ ਦੀ ਹੋ ਜਾਊਗੀ, ਉਹਦੇ ਤੇ ਕਲਿੱਕ ਕਰਿਓ, ਉਹ ਦੁਬਾਰਾ ਫੇਰ ਵੱਡਾ ਹੋ ਜਾਊਗਾ, ਠੀਕ ਆ। ਆ ਮੈਕਸੀਮਾਈਜ਼ ਤੋਂ ਤੁਸੀਂ ਉਹਨੂੰ ਛੋਟਾ ਤੇ ਵੱਡਾ ਕਰ ਸਕਦੇ ਹੋ। ਮਿਨੀਮਾਈਜ਼ ਤੋਂ ਤੁਸੀਂ ਉਹਨੂੰ ਪੂਰੀ ਦੀ ਪੂਰੀ ਨੂੰ ਥੱਲੇ ਉਤਾਰ ਸਕਦੇ ਹੋ। ਉਸ ਤੋਂ ਬਾਅਦ ਅਗਲਾ ਸਾਈਨ ਆ ਗਿਆ ਆਪਣੇ ਕੋਲ, ਕਿਹੜਾ ਭਲਾ, ਕ੍ਰਾਸ। ਕ੍ਰਾਸ ਦਾ ਮਤਲਬ ਆ ਕਲੋਜ਼ ਕਰਨਾ, ਕਿਸੇ ਚੀਜ਼ ਨੂੰ ਬੰਦ ਕਰ ਦੇਣਾ। ਹੁਣ ਇੱਥੇ ਵੀ ਇੱਕ ਵਿਵਾਦ ਆ, ਬਹੁਤ ਇੰਪੋਰਟੈਂਟ ਆ। ਮੈਂ ਉਹ ਹਜੇ ਸਿਰਫ ਟਾਈਟਲ ਬਾਰ ਪੜ੍ਹਾ ਰਿਹਾ, ਤੇ ਟਾਈਟਲ ਬਾਰ 'ਚ ਹੀ ਮੈਂ ਤੁਹਾਨੂੰ 2-3 ਸ਼ਾਰਟਕਟਸ ਨਾਲ ਵਾਕਫ ਕਰਾਤਾ ਕਿ ਹਾਂ ਇਸ ਤਰੀਕੇ ਦੇ ਸ਼ਾਰਟਕਟ ਆਪਾਂ ਨੂੰ ਟਾਈਟਲ ਬਾਰ ਤੇ ਮਿਲਣਗੇ। ਹੁਣ ਗੌਰ ਕਰਿਓ ਅੱਗੇ, ਪਲੀਜ਼ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ। ਕਹਿੰਦੇ ਜਦੋਂ ਤੁਸੀਂ ਕ੍ਰਾਸ ਤੇ ਗਏ, ਹੁਣ ਮੈਂ ਤੁਹਾਨੂੰ ਇੱਕ ਗੱਲ ਕਹੀ ਸੀਗੀ ਕਿ ਬਈ ਤੁਸੀਂ ਵਰਡ ਦਾ ਇੱਕ ਡਾਕੂਮੈਂਟ ਖੋਲ੍ਹਿਆ, ਨਾਮ ਆ ਮਹਾਰਾਜਾ ਰਣਜੀਤ ਸਿੰਘ, ਤੁਸੀਂ ਉਹਨੂੰ ਸੇਵ ਵੀ ਕਰ ਲਿਆ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਤੇ। ਫਿਰ ਤੁਸੀਂ ਦੂਸਰਾ ਡਾਕੂਮੈਂਟ ਖੋਲ੍ਹਿਆ, ਉਹਦਾ ਨਾਮ ਰੱਖਿਆ ਤੁਸੀਂ ਬੰਦਾ ਸਿੰਘ ਬਹਾਦਰ, ਉਹਦੇ 'ਚ ਵੀ ਤੁਸੀਂ ਬਹੁਤ ਸਾਰੇ ਵਰਡਸ, ਬਹੁਤ ਸਾਰੇ ਪੇਜ ਭਰਤੇ। ਫਿਰ ਇੱਕ ਤੀਸਰਾ ਡਾਕੂਮੈਂਟ ਖੋਲ੍ਹਿਆ, ਤੁਸੀਂ ਉਹਦਾ ਨਾਮ ਰੱਖਿਆ ਗੁਰੂ ਗੋਬਿੰਦ ਸਿੰਘ ਜੀ, ਤੁਸੀਂ ਉਹਦੇ ਤੇ ਵੀ ਬਹੁਤ ਸਾਰੇ ਡਾਕੂਮੈਂਟ, ਉਸ ਡਾਕੂਮੈਂਟ 'ਚ ਵੀ ਬਹੁਤ ਸਾਰੇ ਵਰਡਸ ਲਿਖੇ, ਬਹੁਤ ਸੈਂਟੈਂਸ ਲਿਖੇ ਤੇ ਚੱਲ ਰਹੇ ਆ। ਅਚਾਨਕ ਤੁਹਾਡੇ 'ਚੋਂ ਕਿਸੇ, ਮੈਂ ਆਇਆ ਤਾਂ ਮੈਂ ਕਿਹਾ ਇੱਦਾਂ ਕਰੋ ਯਾਰ, ਗੁਰੂ ਗੋਬਿੰਦ ਸਿੰਘ ਵਾਲਾ ਜਿਹੜੀ ਸਲਾਈਡ ਹੈ ਇਹਨੂੰ ਬੰਦ ਕਰ ਦੇ, ਕਨਫਿਊਜ਼ਨ ਹੋ ਰਹੀ ਹੈ, ਮੈਂ ਦੂਜੀਆਂ ਦੋਵਾਂ ਦੇ ਵਿੱਚ ਕੰਪੈਰੀਜ਼ਨ ਦੇਖਣਾ ਚਾਹੁੰਦਾ। ਗੁਰੂ ਗੋਬਿੰਦ ਸਿੰਘ ਵਾਲੀ ਜਿਹੜੀ ਡਾਕੂਮੈਂਟ ਹੈ ਇਹਨੂੰ ਬੰਦ ਕਰ ਦੇ। ਜਾਂ 3 ਟੌਪਿਕ ਖੁੱਲੇ ਹੋਏ ਆ ਸਾਇੰਸ ਦੇ, ਫਿਜ਼ਿਕਸ, ਕੈਮਿਸਟਰੀ, ਮੈਥ, ਫਿਜ਼ਿਕਸ, ਕੈਮਿਸਟਰੀ, ਬਾਇਓ, ਫਿਜ਼ਿਕਸ ਵਾਲੀ ਫਾਈਲ ਬੰਦ ਕਰ ਦੇ, ਠੀਕ ਆ। ਤੁਸੀਂ, ਤੁਹਾਡੇ ਕੋਲ ਇੱਕ ਆਪਸ਼ਨ ਆ ਕਿ ਤੁਸੀਂ ਫਿਜ਼ਿਕਸ ਵਾਲੀ ਫਾਈਲ ਖੁੱਲੀ ਹੋਈ ਆ, ਆਲਦੋ ਤੁਹਾਨੂੰ ਪਤਾ ਹੈ ਕਿ ਤੁਹਾਡੇ ਕੋਲ ਥੱਲੇ ਇਸ ਟਾਈਮ 3 ਫਾਈਲਸ ਨੇ ਜਿਹੜੀਆਂ ਡਾਇਰੈਕਟ ਓਪਨ ਨੇ। ਤੁਹਾਡੇ ਕੋਲ ਇਸ ਟਾਈਮ ਸਭ ਥੱਲੇ ਕੰਪਿਊਟਰ ਦੇ ਸਭ ਤੋਂ ਥੱਲੜੀ ਜਿਹੜੀ ਪੱਟੀ ਹੁੰਦੀ ਆ, ਉਹਦੇ ਤੇ 3 ਫਾਈਲਸ ਸ਼ੋ ਹੋ ਰਹੀਆਂ ਨੇ ਕਿ ਤੁਹਾਡੇ ਕੋਲ ਫਿਜ਼ਿਕਸ ਦੀ ਫਾਈਲ ਵੀ ਖੁੱਲੀ ਆ, ਕੈਮਿਸਟਰੀ ਵਾਲੀ ਵੀ ਖੁੱਲੀ ਆ, ਬਾਇਓ ਵਾਲੀ ਵੀ ਖੁੱਲੀ ਆ। ਪਰ ਫਿਲਹਾਲ ਜੋ ਸਕਰੀਨ ਤੇ ਦਿਸ ਰਹੀ ਆ ਉਹ ਕਿਹੜੀ ਆ, ਇਕੱਲੀ ਫਿਜ਼ਿਕਸ ਵਾਲੀ। ਤੇ ਮੈਂ ਤੁਹਾਨੂੰ ਕਿਸੇ ਨੇ ਕਹਿਤਾ ਕਿ ਇਹ ਫਿਜ਼ਿਕਸ ਦੀ ਜਿਹੜੀ ਫਾਈਲ ਆ ਨਾ, ਇਹਨੂੰ ਬੰਦ ਕਰ ਦਿਓ ਹੁਣ, ਠੀਕ ਆ। ਤੁਹਾਡੇ ਕੋਲ ਇੱਕ ਆਪਸ਼ਨ ਸੀਗੀ ਕਿ ਤੁਸੀਂ ਕਲੋਜ਼ ਤੇ ਗਏ, ਤੁਸੀਂ ਉਹਨੂੰ ਫਾਈਲ ਨੂੰ ਕ੍ਰੋਸ ਕੀਤਾ ਤੇ ਉਹ ਫਾਈਲ ਬੰਦ ਹੋ ਗਈ। ਇਹ ਦੱਸੋਗੇ ਜੇ ਉਹਦੇ ਥੱਲੇ ਤੁਹਾਡੇ ਕੋਲ ਕੈਮਿਸਟਰੀ ਤੇ ਬਾਇਓ ਦੀ ਫਾਈਲ ਆ, ਕੀ ਉਹ ਵੀ ਬੰਦ ਹੋ ਜਾਊਗੀ? ਨਹੀਂ, ਉਹ ਬੰਦ ਨਹੀਂ ਹੋਊਗੀ, ਇਕੱਲੀ ਕਿਹੜੀ ਬੰਦ ਹੋਊਗੀ? ਫਿਜ਼ਿਕਸ ਵਾਲੀ। ਮੰਨ ਲਓ ਤੁਹਾਨੂੰ ਮੈਂ ਕਿਹਾ ਕਿ ਕੀਬੋਰਡ ਤੋਂ ਬੰਦ ਕਰੋ, ਕੀਬੋਰਡ ਤੋਂ ਬੰਦ ਕਰਕੇ ਦਿਓ। ਤੁਸੀਂ ਕਹੋਗੇ ਕੀਬੋਰਡ ਤੋਂ ਥੋੜਾ ਬੰਦ ਹੁੰਦੀ ਆ। ਮੈਂ ਕਹੂੰਗਾ ਮੰਨ ਲਾ ਯਾਰ ਮੈਂ ਤੇਰਾ ਮਾਊਸ ਪੱਟ ਕੇ ਲੈ ਗਿਆ, ਹੁਣ ਦੱਸ ਕੀ ਕਰੇਗਾ। ਇਟ ਮੀਨਸ ਤੁਹਾਨੂੰ ਉਹ ਫਾਈਲ ਕਿੱਥੋਂ ਬੰਦ ਕਰਨੀ ਪਊਗੀ? ਕੀਬੋਰਡ ਤੋਂ। ਤੁਹਾਨੂੰ ਕਿਸੇ ਨੇ ਸਲਾਹ ਦਿੱਤੀ ਸੀ ਕਿ ਅਲਟਰਨੇਟ ਦੇ ਨਾਲ, ਅਲਟਰਨੇਟ ਦਾ ਨਾਮ ਹੁੰਦਾ ਅਲਟ, ਅਲਟ ਦੇ ਨਾਲ ਇੱਕ ਫੰਕਸ਼ਨ ਕੀ ਹੁੰਦੀ ਹੈ? F4, ਉਹਦਾ ਨਾਮ ਹੀ F4 ਹੁੰਦਾ ਹੈ। ਅਲਟ ਦੇ ਨਾਲ F4 ਦੱਬੋ, ਇਹ ਨਾ ਹੋਵੇ ਕਿ ਅਲਟ ਦੱਬੋ, ਇੱਕ F ਦੱਬੋ, ਇੱਕ 4 ਦੱਬੋ। F4 ਇੱਕ ਕੀ ਦਾ ਨਾਮ ਆ, ਸਭ ਤੋਂ ਉੱਪਰ ਹੁੰਦੀ ਹੈ ਕੀਬੋਰਡ ਤੇ। ਅਲਟ ਦੇ ਨਾਲ F4 ਦੱਬੋ, ਤੁਸੀਂ ਦੇਖਿਆ ਯਾਰ ਬੰਦ ਹੋ ਗਈ ਫਾਈਲ। ਪਰ ਬਾਅਦ 'ਚ ਤੁਸੀਂ ਪਤਾ ਲੱਗਿਆ ਕਿ ਤੁਸੀਂ ਡਾਕੂਮੈਂਟ ਦੇ ਵਿੱਚ 3 ਫਾਈਲਾਂ ਖੋਲੀਆਂ ਸੀ, ਇੱਕ ਫਿਜ਼ਿਕਸ ਦੀ, ਇੱਕ ਕੈਮਿਸਟਰੀ ਦੀ ਤੇ ਇੱਕ ਬਾਇਓ ਦੀ। ਤੇ ਪ੍ਰੋਬਲਮ ਪਤਾ ਕੀ ਆਈ ਆ? ਪ੍ਰੋਬਲਮ ਇਹ ਆਈ ਹੈ ਕਿ 3 ਫਾਈਲਾਂ ਬੰਦ ਹੋ ਗਈਆਂ। ਫਿਜ਼ਿਕਸ ਵੀ ਬੰਦ ਹੋ ਗਈ, ਕੈਮਿਸਟਰੀ ਵੀ ਬੰਦ ਹੋ ਗਈ ਤੇ ਬਾਇਓ ਵੀ ਬੰਦ ਹੋ ਗਈ, ਠੀਕ ਆ। ਫਿਜ਼ਿਕਸ, ਕੈਮਿਸਟਰੀ, ਬਾਇਓ 3 ਫਾਈਲਸ ਤੁਹਾਡੀਆਂ ਬੰਦ ਹੋ ਗਈਆਂ। ਹੁਣ ਜੇ ਤੁਹਾਡੀਆਂ 3 ਫਾਈਲਸ ਬੰਦ ਹੋ ਗਈਆਂ, ਇਟ ਮੀਨਸ ਕਿ ਤੁਹਾਨੂੰ ਇੱਕ ਗੱਲ ਤਾਂ ਸਮਝ ਆ ਗਈ ਕਿ ਯਾਰ ਇਹ ਤਾਂ ਸਾਡੇ ਵਾਸਤੇ ਬੜੀ ਪ੍ਰੋਬਲਮ ਹੋ ਗਈ ਕਿ ਅਸੀਂ ਤਾਂ ਚਾਹੁੰਦੇ ਸੀ ਕਿ ਸਾਡੇ ਕੋਲ 3 ਫਾਈਲਸ ਆ, ਉਹ 3 ਨਾ ਬੰਦ ਹੋਣ, ਉਹਨਾਂ 'ਚੋਂ ਸਿਰਫ ਇੱਕ ਫਾਈਲ ਬੰਦ ਹੋਵੇ। ਤਾਂ ਤੁਸੀਂ ਕੀ ਕੀਤਾ? ਤੁਸੀਂ ਕਿਹਾ ਕਿ ਮੈਂ ਇੱਕ ਫਾਈਲ ਬੰਦ ਕਰਨੀ ਤਾਂ ਕਲੋਜ਼ ਦੱਬਦਾ, ਪਰ ਜੇ ਮੈਂ ਅਲਟ ਦੇ ਨਾਲ F4 ਦੱਬਿਆ ਤਾਂ ਮੇਰੀਆਂ 3 ਫਾਈਲਾਂ ਬੰਦ ਹੋ ਗਈਆਂ। ਕੀ ਕੀਬੋਰਡ ਤੋਂ ਪੋਸੀਬਲ ਹੈਗਾ ਕਿ ਇੱਕੋ ਹੀ ਫਾਈਲ ਬੰਦ ਹੋਵੇ? ਤੁਸੀਂ ਕੀਬੋਰਡ ਤੋਂ ਇੱਕ ਬਟਨ ਦੱਬਣਾ ਸੀਗਾ, ਦੈਟ ਇਜ਼ Ctrl+W, ਮੋਸਟ ਇੰਪੋਰਟੈਂਟ। Ctrl+W ਇੱਕ ਅਜਿਹਾ ਬਟਨ ਆ, ਜੇ ਤੁਹਾਡੇ ਕੋਲ ਕੀ ਡਾਕੂਮੈਂਟ ਦੀਆਂ 3 ਫਾਈਲਸ ਖੁੱਲੀਆਂ ਹੋਈਆਂ ਨਾ, ਤੇ ਇਸ ਟਾਈਮ ਸਕਰੀਨ ਤੇ ਇੱਕ ਫਾਈਲ ਚੱਲ ਰਹੀ ਹੈ, ਉਹਦੇ ਚੋਂ 2 ਉਹਦੇ ਮਗਰ ਬੈਕਗਰਾਊਂਡ 'ਚ ਨੇ, 2 ਫਾਈਲਾਂ ਉਹਦੇ ਮਗਰ ਬੈਕਗਰਾਊਂਡ 'ਚ ਨੇ, ਤੇ ਤੁਸੀਂ Ctrl+W ਦੱਬੋਗੇ। ਜੇ ਤੁਸੀਂ Ctrl+W ਦੱਬੋਗੇ ਤਾਂ ਤੁਹਾਡੀ ਸਿਰਫ ਇੱਕੋ ਫਾਈਲ ਬੰਦ ਹੋਊਗੀ, ਨਾ ਕਿ ਤੁਹਾਡੀਆਂ 3 ਫਾਈਲਸ ਬੰਦ ਹੋਣਗੀਆਂ। ਕਿਸੇ ਨੂੰ ਕੋਈ ਡਾਊਟ ਇਹਦੇ 'ਚ? ਸੋ ਇਹ ਤਾਂ ਹੋ ਗਈ ਸਭ ਤੋਂ ਪਹਿਲਾਂ। ਜੇ ਕੋਈ ਮੈਨੂੰ ਕਵੇ ਕਿ ਹਾਂ ਕਿ ਸਾਨੂੰ ਟਾਈਟਲ ਬਾਰ ਸਮਝ ਆ ਗਈ, ਟਾਈਟਲ ਬਾਰ ਦੇ ਸੈਂਟਰ ਦੇ ਵਿੱਚ ਲਿਖਿਆ ਹੁੰਦਾ ਹੈ ਨਾਮ। ਬਾਈ ਡਿਫਾਲਟ ਜਿਹੜਾ ਸਭ ਤੋਂ ਪਹਿਲਾ ਨਾਮ ਨਿਕਲ ਕੇ ਆਉਂਦਾ, ਦੈਟ ਇਜ਼ ਡਾਕੂਮੈਂਟ 1। ਲੈਫਟ ਵਾਲੇ ਪਾਸੇ ਕੁਇਕ ਅਸੈਸ ਟੂਲ ਬਾਰ ਹੁੰਦੀ ਆ, ਰਾਈਟ ਵਾਲੇ ਪਾਸੇ ਮਿਨੀਮਾਈਜ਼, ਮੈਕਸੀਮਾਈਜ਼ ਤੇ ਕਲੋਜ਼ ਹੁੰਦਾ ਹੈ, ਠੀਕ ਆ। ਇਹਨੂੰ ਸਮਝਣ ਤੋਂ ਬਾਅਦ ਹੁਣ ਅਸੀਂ ਆ ਗਏ ਦੂਸਰੇ ਨੰਬਰ ਵਾਲੀ ਬਾਰ ਤੇ। ਜਿਹੜੀ ਆਹ ਚੀਜ਼ ਆਪਣੇ ਕੋਲ ਆ ਗਈ ਨਾ, ਦੂਸਰੇ ਨੰਬਰ ਵਾਲੀ ਬਾਰ, ਦਿਸ ਇਜ਼ ਕਾਲਡ ਮੈਨੂ ਬਾਰ। ਇਹਨੂੰ ਆਪਾਂ ਕੀ ਕਹਿੰਦੇ ਆ? ਮੈਨੂ ਬਾਰ। ਇਹ ਆ ਮੈਨੂ ਬਾਰ। ਸਭ ਤੋਂ ਉੱਪਰਲੀ ਕਿਹੜੀ ਬਾਰ ਸੀ ਆਪਣੇ ਕੋਲ? ਟਾਈਟਲ ਬਾਰ। ਟਾਈਟਲ ਬਾਰ ਤੋਂ ਥੱਲੇ ਆ ਗਈ ਮੈਨੂ ਬਾਰ। ਮੈਨੂ ਬਾਰ ਤੋਂ ਥੱਲੇ ਜਿਹਨੂੰ ਮੈਂ ਹੁਣ ਆਹ ਰੈੱਡ ਨੂੰ ਮੈਂ ਸਰਕਲ ਕੀਤਾ, ਕਲੋਜ਼ ਕੀਤਾ ਹੈ, ਬੰਦ ਕਰਿਆ, ਦਿਸ ਇਜ਼ ਕਾਲਡ ਰਿਬਨ। ਇਹਨੂੰ ਆਪਾਂ ਕੀ ਕਹਿੰਦੇ ਆ ਜੀ? ਰਿਬਨ ਕਹਿੰਦੇ ਆ।
ਤੇ ਇੱਕ ਗੱਲ ਯਾਦ ਰੱਖਿਓ, ਇਸ ਰਿਬਨ ਦੀ ਖਾਸੀਅਤ ਪਤਾ ਕੀ ਆ, ਆ ਜਿਹੜੀ ਮੈਨੂ ਬਾਰ ਆ, ਮੈਨੂ ਬਾਰ ਤੇ ਆ ਟਾਈਟਲ ਫਾਈਲ ਲਿਖਿਆ ਹੈ, ਆ ਹੋਮ ਲਿਖਿਆ ਹੈ, ਇਨਸਰਟ ਲਿਖਿਆ, ਪਲੇ ਆਊਟ ਲਿਖਿਆ ਹੈ। ਇਹਦੇ ਬਾਰੇ ਮੈਂ ਥੋੜੀ ਜਿਹੀ ਜਾਣਕਾਰੀ ਇੱਥੋਂ ਦੱਸਦਾ। ਆ ਦੇਖੋ, ਥੋੜੀ ਜਿਹਾ ਕਨਸੈਪਟ ਕਲੀਅਰ ਕਰੋ। ਆ ਸਭ ਤੋਂ ਉੱਪਰ ਟਾਈਟਲ ਬਾਰ ਆ ਸਭ ਤੋਂ ਉੱਪਰ ਟਾਈਟਲ ਬਾਰ ਆ, ਜਿਹਦੇ ਤੇ ਟਾਈਟਲ ਦਾ ਨਾਮ ਲਿਖਿਆ ਦੈਟ ਇਜ਼ ਡਾਕੂਮੈਂਟ। ਉਸ ਤੋਂ ਬਾਅਦ ਆਪਣੇ ਕੋਲ ਆ ਗਈ ਮੈਨੂ ਬਾਰ। ਮੈਨੂ ਬਾਰ ਦੇ ਉੱਪਰ ਕੀ ਹੁੰਦਾ ਹੈ, ਠੀਕ ਹੈ, ਯਾਦ ਰੱਖਿਓ। ਜੇ 2003 ਦੇ ਵਰਡ ਦੀ ਗੱਲ ਕਰੋਗੇ ਨਾ, ਜਦੋਂ ਮੈਂ ਹੋਮ ਤੇ ਦੱਬਦਾ ਸੀਗਾ ਥੱਲੇ ਨੂੰ ਲਿਸਟ ਖੁੱਲਦੀ ਹੁੰਦੀ ਸੀ। ਜਦੋਂ ਮੈਂ ਹੋਮ ਦੱਬਦਾ ਸੀ ਨਾ ਥੱਲੇ ਨੂੰ ਲਿਸਟ ਖੁੱਲਦੀ ਸੀ, ਉਹ ਲਿਸਟ ਦੇ ਫਾਰਮ 'ਚ ਖੁੱਲਦਾ ਹੁੰਦਾ ਸੀ। ਪਰ 2007 ਤੋਂ ਲੈ ਕੇ 2019 ਤੱਕ ਦਾ ਜ਼ਮਾਨਾ ਬਦਲ ਗਿਆ। ਮੈਂ ਕੀ ਕੀਤਾ, ਸਭ ਤੋਂ ਪਹਿਲਾਂ ਮੈਂ ਹੋਮ ਤੇ ਕਲਿੱਕ ਕੀਤਾ। ਜਦੋਂ ਮੈਂ ਹੋਮ ਤੇ ਕਲਿੱਕ ਕੀਤਾ ਤਾਂ ਤੁਸੀਂ ਆਹ ਦੇਖੋ ਥੱਲੇ ਆਹ ਚੀਜ਼ ਖੁੱਲ ਗਈ। ਇਟ ਮੀਨਸ ਜਦੋਂ ਮੈਂ ਐਸ ਟੈਬ ਤੇ ਕਲਿੱਕ ਕੀਤਾ, ਹੋਮ ਇਜ਼ ਵਨ ਆਫ ਦੀ ਟੈਬ। ਹੋਮ ਇੱਕ ਟੈਬ ਆ, ਕਿਹਦੇ ਤੇ ਭਲਾ, ਕਿਹੜੀ ਬਾਰ ਤੇ ਆ, ਮੈਨੂ ਬਾਰ ਤੇ। ਮੈਨੂ ਬਾਰ ਦੇ ਉੱਪਰ ਕਈ ਟੈਬ ਨੇ। ਮੈਨੂ ਬਾਰ ਦੇ ਉੱਪਰ ਪਹਿਲੀ ਟੈਬ ਕਿਹੜੀ ਆ, ਫਾਈਲ। ਦੂਜੀ ਟੈਬ ਕਿਹੜੀ ਆ, ਹੋਮ। ਤੀਜੀ ਟੈਬ ਕਿਹੜੀ ਆ, ਇਨਸਰਟ। ਚੌਥੀ ਟੈਬ ਕਿਹੜੀ ਆ, ਡਰਾ। ਪੰਜਵੀਂ ਟੈਬ ਡਿਜ਼ਾਈਨ। ਛੇਵੀਂ ਟੈਬ ਲੇਆਊਟ। ਸੱਤਵੀਂ ਰੈਫਰੈਂਸ। ਅੱਠਵੀਂ ਮੇਲ। ਜੇ ਮੈਂ ਪਹਿਲੀ ਟੈਬ ਤੇ ਫਾਈਲ ਤੇ ਕਲਿੱਕ ਕਰਾਂ, ਥੱਲੇ ਰਿਬਨ ਖੁੱਲੂਗਾ ਫਾਈਲ ਦਾ। ਜੇ ਮੈਂ ਕਲਿੱਕ ਕਰਾਂ ਹੋਮ ਦਾ, ਤੇ ਥੱਲੇ ਰਿਬਨ ਕਿਹਦਾ ਖੁੱਲੂਗਾ, ਇਹਦਾ, ਠੀਕ ਆ। ਜੇ ਮੈਂ ਕਲਿੱਕ ਕਰਾਂ ਇਨਸਰਟ ਤੇ ਤਾਂ ਥੱਲੇ ਰਿਬਨ ਕਿਹਦਾ ਖੁੱਲੂਗਾ, ਇਨਸਰਟ ਦਾ। ਜੇ ਮੈਂ ਕਲਿੱਕ ਕਰਾਂ ਡਰਾ ਤੇ ਤਾਂ ਥੱਲੇ ਰਿਬਨ ਕਿਹਦਾ ਖੁੱਲਿਆ, ਡਰਾ ਦਾ। ਜੇ ਮੈਂ ਕਲਿੱਕ ਕਰਾਂ ਡਿਜ਼ਾਈਨ ਤੇ ਤਾਂ ਥੱਲੇ ਡਿਜ਼ਾਈਨ ਦਾ ਰਿਬਨ ਖੁੱਲਿਆ। ਇਟ ਮੀਨਸ ਮੈਂ ਤੁਹਾਨੂੰ ਸਾਰਾ ਕਨਸੈਪਟ ਕਲੀਅਰ ਕਰਾ ਰਿਹਾ ਕਿ ਜਦੋਂ ਜਿਵੇਂ ਤੁਸੀਂ ਕਲਿੱਕ ਕਰਦੇ ਜਾਓਗੇ, ਤੁਸੀਂ ਮੈਨੂ ਬਾਰ ਦੇ ਉੱਪਰ ਜਿਹੜੀ ਟੈਬ ਤੇ ਕਲਿੱਕ ਕਰੋਗੇ, ਟੈਬ ਸਮਝ ਕੇ, ਫਾਈਲ, ਹੋਮ, ਇਨਸਰਟ, ਡਰਾ, ਡਿਜ਼ਾਈਨ, ਇਹ ਸਾਰੀਆਂ ਟੈਬ ਨੇ। ਤੇ ਜਿਹੜਾ ਡਾਕੂਮੈਂਟ ਤੁਹਾਨੂੰ ਮੈਂ ਪੜ੍ਹਾ ਰਿਹਾ ਨਾ, ਇਹ 2019 ਦਾ ਹੈ ਤੇ ਪੇਪਰ 'ਚ ਸਵਾਲ ਵੀ 2019 ਦੇ ਹਿਸਾਬ ਨਾਲ ਪੁੱਛੇ ਜਾਣਗੇ। ਤੁਸੀਂ ਜਿਹੜੀ ਟੈਬ ਤੇ ਕਲਿੱਕ ਕਰੋਗੇ ਥੱਲੇ ਉਸੇ ਦਾ ਹੀ ਰਿਬਨ ਖੁੱਲੂਗਾ। ਲੇਆਊਟ ਤੇ ਜਾਓਗੇ ਤਾਂ ਥੱਲੇ ਲੇਆਊਟ ਦਾ ਰਿਬਨ ਖੁੱਲੂਗਾ। ਆ ਗੱਲ ਸਮਝ ਆ ਗਈ ਸਾਰਿਆਂ ਨੂੰ? ਤਾਂ ਲਓ ਜੀ, ਇਹ ਸਭ ਤੋਂ ਪਹਿਲਾਂ ਮੈਂ ਸਮਝਾਉਣਾ ਚਾਹੁੰਦਾ ਸੀ। ਆ ਜਾਓ ਹੁਣ ਤੁਸੀਂ ਇਹ ਦੇਖੋ ਕਿ ਸਭ ਤੋਂ ਪਹਿਲਾਂ ਜਦੋਂ ਤੁਸੀਂ ਇਹਦੇ ਤੇ ਕਲਿੱਕ ਕੀਤਾ, ਠੀਕ ਆ, ਜਦੋਂ ਤੁਸੀਂ ਇਹਦੇ ਤੇ ਕਲਿੱਕ ਕਰੋਗੇ ਥੱਲੇ ਉਹਦਾ ਰਿਬਨ ਖੁੱਲ ਗਿਆ। ਰਿਬਨ ਸਮਝ ਆ ਗਈ? ਦਿਸ ਇਜ਼ ਕਾਲਡ ਰਿਬਨ। ਉਸ ਤੋਂ ਬਾਅਦ ਆ ਜਿਹੜੀ ਚੀਜ਼ ਆ ਗਈ ਨਾ ਆਪਣੇ ਕੋਲ, ਦਿਸ ਪੋਰਸ਼ਨ, ਜਿੱਥੇ ਜਿੱਥੇ ਅਸੀਂ ਲਿਖ ਸਕਦੇ ਹਾਂ, ਦਿਸ ਇਜ਼ ਕਾਲਡ ਡਾਕੂਮੈਂਟ ਏਰੀਆ, ਦਿਸ ਇਜ਼ ਕਾਲਡ ਵਰਕ ਏਰੀਆ, ਦਿਸ ਇਜ਼ ਕਾਲਡ ਟੈਕਸਟ ਏਰੀਆ। ਇਹਨੂੰ ਟੈਕਸਟ ਏਰੀਆ ਵੀ ਕਹਿ ਦਿੰਦੇ ਆ, ਜਿੱਥੇ ਲਿਖਿਆ ਜਾਂਦਾ ਹੈ। ਇਹਨੂੰ ਕਈ ਲੋਕ ਵਰਡ ਏਰੀਆ ਕਹਿ ਦਿੰਦੇ ਆ, ਕਈ ਲੋਕ ਇਹਨੂੰ ਡਾਕੂਮੈਂਟ ਏਰੀਆ ਕਹਿ ਦਿੰਦੇ ਆ। ਇਸ ਡਾਕੂਮੈਂਟ ਏਰੀਏ ਦੇ ਉੱਪਰ ਆਹ ਚੀਜ਼ ਦੇਖੋ, ਇੱਥੇ ਰੂਲਰ ਜੇ ਲੱਗੇ ਹੋਏ ਆ, ਦੇਖੋ ਇੱਥੇ ਦਿਸ ਰਿਹਾ ਇਹ ਚੀਜ਼, ਠੀਕ ਆ। ਆਹ ਚੀਜ਼ ਜਿਹੜੀ ਆ ਇਹ ਆਪਣੇ ਕੋਲ ਰੂਲਰ ਦੇ ਫਾਰਮ 'ਚ ਆ। ਠੀਕ ਆ। ਆਹ ਚੀਜ਼ ਜਿਹੜੀ ਆ ਇੱਥੋਂ ਲੈ ਕੇ ਇੱਥੋਂ ਤੱਕ ਇਹ ਰੂਲਰ ਆ ਕਿ ਤੁਸੀਂ ਇਸ ਏਰੀਏ ਦੇ ਅੰਦਰ ਅੰਦਰ ਲਿਖ ਸਕਦੇ ਹੋ। ਦਿਸ ਇਜ਼ ਕਾਲਡ ਰੂਲਰ। ਤੇ ਹੁਣ ਅਗਲੀ ਗੱਲ, ਤੇ ਜੇ ਤੁਸੀਂ ਚਾਹੁੰਦੇ ਹੋ, ਹੁਣ ਸਪੋਜ਼ ਕਰੋ ਤੁਸੀਂ ਇਹ ਚਾਹੁੰਦੇ ਹੋ ਕਿ ਤੁਸੀਂ ਇਤਨੇ 'ਚ ਕੁਝ ਲਿਖ ਲਿਆ, ਤੁਸੀਂ ਥੱਲੇ ਦੇਖਣਾ ਚਾਹੁੰਦੇ ਕੀ ਲਿਖਿਆ ਹੈ, ਤੁਸੀਂ ਇੱਥੋਂ ਸਕਰੋਲ ਕਰਕੇ ਥੱਲੇ ਨੂੰ ਲੈ ਕੇ ਜਾ ਸਕਦੇ ਹੋ। ਇੱਥੋਂ ਸਕਰੋਲ ਕਰਕੇ ਥੱਲੇ ਨੂੰ ਜਾ ਸਕਦੇ ਹੋ। ਜੇ ਮੰਨ ਲਓ ਤੁਹਾਨੂੰ ਪਤਾ ਕਿ ਤੁਹਾਡਾ ਡਾਕੂਮੈਂਟ ਬਹੁਤ ਵੱਡਾ ਹੈ, ਉਧਰ ਨੂੰ ਵੀ ਬਹੁਤ ਚੌੜਾ ਹੈ, ਠੀਕ ਆ, ਤੇ ਤੁਹਾਨੂੰ ਹਜੇ ਡਾਕੂਮੈਂਟ ਦਾ ਅੱਧਾ ਹਿੱਸਾ ਦਿਸ ਰਿਹਾ, ਤੁਸੀਂ ਇੱਥੋਂ ਸਕਰੋਲ ਕਰਕੇ ਇੱਧਰ ਨੂੰ ਵੀ ਜਾ ਸਕਦੇ ਹੋ ਡਾਕੂਮੈਂਟ ਨੂੰ। ਤਾਂ ਦੋ ਸਕਰੋਲ ਨੇ, ਇੱਕ ਹੌਰੀਜ਼ੌਂਟਲ ਵੀ ਸਕਰੋਲ ਕਰ ਸਕਦੇ ਹੋ ਤੁਸੀਂ ਉਸ ਡਾਕੂਮੈਂਟ ਨੂੰ, ਵਰਟੀਕਲੀ ਉੱਪਰੋਂ ਥੱਲੇ ਨੂੰ ਵੀ ਸਕਰੋਲ ਕਰ ਸਕਦੇ ਹੋ। ਕਲੀਅਰ? ਜਿੰਨੇ ਏਰੀਏ ਦੇ ਅੰਦਰ ਅੰਦਰ ਤੁਸੀਂ ਲਿਖ ਸਕਦੇ ਹੋ। ਦਿਸ ਇਜ਼ ਕਾਲਡ ਰੂਲਰ। ਇਹਨੂੰ ਆਪਾਂ ਕੀ ਕਹਿੰਦੇ ਆ? ਰੂਲਰ ਕਹਿੰਦੇ ਆ। ਦਿਸ ਇਜ਼ ਕਾਲਡ ਰਿਬਨ। ਹੁਣ ਸਭ ਤੋਂ ਪਹਿਲਾਂ ਜਦੋਂ ਤੁਸੀਂ ਡਾਕੂਮੈਂਟ ਦੇਖਦੇ ਹੋ, ਡਾਕੂਮੈਂਟ ਤੋਂ ਸਭ ਤੋਂ ਥੱਲੇ ਵਾਲੀ ਪੱਟੀ ਹੈ ਜਿਹੜੀ, ਸਭ ਤੋਂ ਥੱਲੇ ਵਾਲੀ ਜਿਹੜੀ ਡਾਕੂਮੈਂਟ ਦੀ ਪੱਟੀ ਆ, ਇਸ ਡਾਕੂਮੈਂਟ ਦੀ ਪੱਟੀ ਤੋਂ ਤੁਹਾਨੂੰ ਇਹ ਸਮਝ ਆਉਂਦਾ ਹੈ ਕਿ ਇਸ ਟਾਈਮ ਤੁਹਾਡਾ ਜਿਹੜਾ ਡਾਕੂਮੈਂਟ ਆ ਉਹਦੇ ਤੇ ਕਿੰਨੇ ਵਰਡ ਲਿਖੇ ਗਏ ਆ। ਆ ਲਿਖਿਆ ਹੋਇਆ ਹੈ ਕਿ ਇਸ ਟਾਈਮ ਇਸ ਡਾਕੂਮੈਂਟ 'ਚ ਕੋਈ ਵਰਡ ਨਹੀਂ ਲਿਖਿਆ ਗਿਆ। ਜਦੋਂ ਤੁਸੀਂ ਇਹਦੇ ਤੇ ਟਾਈਪ ਕਰੋਗੇ ਨਾ, ਜਦੋਂ ਤੁਸੀਂ ਇੱਥੇ ਟਾਈਪ ਕਰੋਗੇ, ਤੁਸੀਂ ਇਸ ਡਾਕੂਮੈਂਟ 'ਚ ਕਿੰਨੇ ਵਰਡ ਲਿਖੇ ਆ ਉਹ ਵੀ ਆ ਜਾਊਗਾ, ਤੇ ਇਹ ਵੀ ਆ ਜਾਊਗਾ ਕਿ ਇਸ ਡਾਕੂਮੈਂਟ ਦੇ ਵਿੱਚ ਪੇਜ ਕਿੰਨੇ ਆ। ਸਪੋਜ਼ ਕਰੋ ਤੁਸੀਂ ਉਸ ਡਾਕੂਮੈਂਟ 'ਚ 18 ਪੇਜ ਆ ਤੇ ਤੁਸੀਂ 15ਵੇਂ ਪੇਜ ਤੇ ਕੁਝ ਚੇਂਜ ਕਰ ਰਹੇ ਹੋ, ਤਾਂ ਲਿਖਿਆ ਆ ਜਾਊਗਾ ਪੇਜ ਨੰਬਰ 15 ਆਫ 18 ਤੇ ਵਰਡ ਆ ਜਾਣਗੇ 2087, ਕੁਝ ਵੀ ਆ, ਕੋਈ ਵੀ ਵਰਡ ਆ ਜਾਣਗੇ। ਤੇ ਜਿਹੜੀ ਜਿੱਥੇ ਸਾਰੀ ਇਨਫੋਰਮੇਸ਼ਨ ਸਾਨੂੰ ਮਿਲਦੀ ਆ, ਕਿਹੜੀ ਭਾਸ਼ਾ 'ਚ ਲਿਖਿਆ ਜਾ ਰਿਹਾ ਹੈ, ਉਹ ਇੰਗਲਿਸ਼ ਇੱਥੇ ਆ ਜਾਊਗੀ। ਤੇ ਇੱਥੋਂ ਇੱਕ ਰਾਈਟ ਹੈਂਡ ਸਾਈਡ ਇੱਥੇ ਇੱਕ ਚੀਜ਼ ਆ ਜਾਊਗੀ ਇਸ ਤਰੀਕੇ ਨਾਲ, ਇੱਕ ਲਾਈਨ ਇੱਥੇ ਪਲੱਸ, ਇੱਥੇ ਮਾਈਨਸ, ਇੱਥੇ ਲਿਖਿਆ, ਇੱਥੇ ਇੱਕ ਸੈਂਟਰ 'ਚ ਲਾਈਨ ਲੱਗੀ ਹੁੰਦੀ ਆ। ਇਹਦਾ ਮਤਲਬ ਇਹ ਹੁੰਦਾ ਹੈ ਕਿ ਜੋ ਡਾਕੂਮੈਂਟ ਦੇ ਵਿੱਚ ਲਿਖਿਆ ਹੋਇਆ ਹੈ, ਜੋ ਕੁਝ ਵੀ ਡਾਕੂਮੈਂਟ ਦੇ ਵਿੱਚ ਲਿਖਿਆ ਹੋਇਆ ਹੈ, ਠੀਕ ਆ, ਉਹਦਾ ਸਾਈਜ਼ ਕਿੰਨਾ ਹੈ। ਮੀਨਸ ਸਾਈਜ਼ ਦਾ ਮਤਲਬ ਕੀ ਆ? ਕਈ ਵਾਰੀ ਕੀ ਹੁੰਦਾ ਹੈ, ਸਪੋਜ਼ ਕਰੋ ਤੁਹਾਨੂੰ ਕਿਸੇ ਨੇ ਇੱਥੇ ਲਿਖਤਾ ਕਿ ਆਈ ਐਮ ਗੁੱਡ, ਬਸ ਇੰਨਾ ਹੀ ਲਿਖਤਾ, ਆਈ ਐਮ ਗੁੱਡ, ਠੀਕ ਆ। ਜਦੋਂ ਮੈਂ ਇੱਥੇ ਲਿਖਤਾ ਆਈ ਐਮ ਗੁੱਡ, ਠੀਕ ਆ, ਹੁਣ ਸਪੋਜ਼ ਕਰੋ ਇੱਥੇ ਮੈਂ ਆਈ ਐਮ ਗੁੱਡ ਲਿਖਤਾ, ਆਈ ਐਮ ਗੁੱਡ, ਆਈ ਐਮ ਨੋਟ ਬੈਡ, ਇਸ ਤਰੀਕੇ ਨਾਲ ਇੱਕ ਸਟੇਟਮੈਂਟ ਲਿਖੀ।
ਮੈਂ ਇਹ ਚਾਹੁੰਦਾ ਕਿ ਬਈ ਮੈਂ ਨਾ ਇਹਨੂੰ ਬਹੁਤ ਛੋਟਾ ਛੋਟਾ ਲਿਖਿਆ, ਮੈਂ ਕਿਸੇ ਨੂੰ ਕਿਹਾ ਯਾਰ ਮੈਂ ਨਾ ਟਾਈਪ ਕਰ ਰਿਹਾ ਪਰ ਮੈਨੂੰ ਇਹ ਪ੍ਰੋਪਰਲੀ ਦਿਸ ਨਹੀਂ ਰਿਹਾ, ਕੀ ਮੈਂ ਇਹਨਾਂ ਦਾ ਅੱਖਰਾਂ ਦਾ ਸਾਈਜ਼ ਵੱਡਾ ਕਰ ਸਕਦਾ? ਉੱਪਰ ਰਿਬਨ ਦੇ ਉੱਪਰ ਇੱਕ ਆਪਸ਼ਨ ਹੁੰਦੀ ਆ ਕਿ ਤੁਸੀਂ ਇੱਥੋਂ ਜਾ ਕੇ ਅੱਖਰਾਂ ਦਾ ਸਾਈਜ਼ ਵੱਡਾ ਕਰ ਸਕਦੇ ਹੋ, ਪਰ ਮੈਨੂੰ ਕਿਸੇ ਨੇ ਕਿਹਾ ਨਹੀਂ ਯਾਰ ਤੂੰ ਅੱਖਰਾਂ ਦਾ ਸਾਈਜ਼ ਵੱਡਾ ਨਹੀਂ ਕਰਨਾ, ਬਿਕੋਜ਼ ਜਿਹੜੀ ਚੀਜ਼ ਤੂੰ ਲਿਖ ਰਿਹਾ ਨਾ ਜੇ ਉਹ 11 ਫੌਂਟ ਸਾਈਜ਼ ਆ ਉਹ 11  'ਚ ਹੀ ਚਾਹੀਦੀ ਹੈ ਸਾਨੂੰ, ਬਿਕੋਜ਼ ਜੇ ਤੂੰ ਕੱਲ੍ਹ ਨੂੰ ਇਹਦਾ ਅੱਖਰਾਂ ਦਾ ਸਾਈਜ਼ ਵੱਡਾ ਕਰਤਾ ਨਾ 12 ਕਰਤਾ ਤੇ ਕੱਲ੍ਹ ਨੂੰ ਫਿਰ ਨਾ ਇਹਦਾ ਜਦੋਂ ਪ੍ਰਿੰਟ ਕੱਢਾਂਗੇ ਪ੍ਰਿੰਟ ਉਵੇਂ ਦਾ ਨਹੀਂ ਆਉਣਾ ਜਿਵੇਂ ਦਾ ਮੈਂ ਡਿਮਾਂਡ ਚਾਹੁੰਦਾ, ਬਿਕੋਜ਼ ਜਿਹੜੀ ਮੈਂ ਜਿਹੜਾ ਜਿੰਨਾ ਕੁ ਸਾਈਜ਼ ਮੈਂ ਚਾਹੁੰਦਾ ਉਹ 11 ਫੌਂਟ ਸਾਈਜ਼ ਤੇ ਬਹੁਤ ਆ, ਪਰ ਮੈਂ ਕਹੂੰਗਾ ਯਾਰ ਮੇਰੀ ਤਾਂ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਮੈਨੂੰ ਉਹ ਦਿਖ ਹੀ ਨਹੀਂ ਰਿਹਾ, ਮੈਂ ਟਾਈਪ ਕਰ ਰਿਹਾ ਮੈਨੂੰ 11 ਬਹੁਤ ਛੋਟਾ ਲੱਗ ਰਿਹਾ ਹੈ, ਮੈਂ ਇਹ ਵੀ ਚਾਹੁੰਦਾ ਕਿ ਮੇਰਾ ਫੌਂਟ ਸਾਈਜ਼ ਵੀ ਨਾ ਵਧੇ ਤੇ ਮੈਂ ਇਹ ਵੀ ਚਾਹੁੰਦਾ ਕਿ ਮੈਨੂੰ ਉਹ ਅੱਖਰ ਵੱਡਾ ਵੀ ਦਿਸੇ, ਫਿਰ ਤੁਸੀਂ ਫੌਂਟ ਸਾਈਜ਼ ਨਹੀਂ ਚੇਂਜ ਕਰੋਗੇ, ਤੁਸੀਂ ਇੱਥੋਂ ਹੀ ਉਸ ਡਾਕੂਮੈਂਟ ਨੂੰ ਕੀ ਕਰ ਲੋਗੇ, ਜ਼ੂਮ ਕਰ ਲੋਗੇ, ਕੀ ਕਰ ਲੋਗੇ, ਜ਼ੂਮ ਕਰ ਲੋਗੇ, ਉਹ ਰਹੂਗਾ ਤੇ 11 ਦੇ ਫੌਂਟ ਸਾਈਜ਼ 'ਚ ਹੀ ਰਹੂਗਾ ਤੇ 11 ਦੇ ਫੌਂਟ ਸਾਈਜ਼ 'ਚ, ਇੱਥੇ ਉਹ ਬਿਲਕੁਲ ਆਈਡੀਅਲੀ 100 ਤੇ ਹੁੰਦਾ ਹੈ, ਤੁਸੀਂ ਉਹਨੂੰ ਥੋੜਾ ਜਿਹਾ ਪਰਾਂ ਨੂੰ ਖਿਸਕਾ ਦਿਓ ਤੇ ਜਦੋਂ ਤੁਸੀਂ ਉਹਨੂੰ 120 ਤੇ ਕਰਤਾ 150 ਤੇ ਕਰਤਾ ਤੇ ਉਹ 11 ਫੌਂਟ ਸਾਈਜ਼ ਤੁਹਾਨੂੰ ਡਾਕੂਮੈਂਟ ਦੇ ਉੱਪਰ ਜਾਂ ਵਰਡ ਦੇ ਉੱਪਰ ਵੱਡਾ ਦਿਸਣਾ ਸ਼ੁਰੂ ਹੋ ਜਾਊਗਾ ਤੇ ਮੈਕਸਿਮਮ ਜਾ ਸਕਦਾ ਹੈ, ਇਹ PSSSB ਪੁੱਛ ਸਕਦੀ ਹੈ, ਮੈਕਸਿਮਮ ਜਾ ਸਕਦਾ ਹੈ 500% ਤੱਕ, ਕਿੰਨੇ ਪਰਸੈਂਟ ਤੱਕ ਜਾ ਸਕਦਾ ਹੈ 500% ਤੱਕ, ਮੰਨ ਲਓ ਤੁਸੀਂ ਇਹਨੂੰ 200 ਤੇ ਕਰਤਾ ਤੁਹਾਡਾ ਫੌਂਟ ਐਡਾ ਹੋ ਗਿਆ ਦੇਖਣ ਵਾਲਾ, ਪਰ ਤੁਹਾਨੂੰ ਪਤਾ ਉਹਦਾ ਫੌਂਟ ਸਾਈਜ਼ ਜਦੋਂ ਤੁਸੀਂ ਉੱਪਰ ਚੈੱਕ ਕਰੋਗੇ ਉਹ 11 ਹੀ ਰਹੂਗਾ, ਫੌਂਟ ਜ਼ੂਮ ਕਰਨ ਨਾਲ ਫੌਂਟ ਸਾਈਜ਼ ਤੇ ਕੋਈ ਫਰਕ ਨਹੀਂ ਪੈਂਦਾ, ਸਿਰਫ ਜਿਹੜਾ ਬੰਦਾ ਸਾਹਮਣੇ ਬੈਠ ਕੇ ਟਾਈਪ ਕਰ ਰਿਹਾ ਉਹਦੇ ਵਾਸਤੇ ਦੇਖਣਾ ਸੌਖਾ ਹੋ ਜਾਂਦਾ ਹੈ, ਤੇ ਜੇ ਸਾਨੂੰ ਕਿਸੇ ਨੇ ਪੁੱਛ ਲਿਆ ਕਿ ਜ਼ੂਮਿੰਗ ਜਾਂ ਜ਼ੂਮ ਬਾਰ, ਜਾਂ ਸਾਨੂੰ ਪੁੱਛ ਲਿਆ ਕਿ ਜੀ ਇਹ ਡਾਕੂਮੈਂਟ ਇੰਗਲਿਸ਼ 'ਚ ਲਿਖਿਆ ਜਾ ਰਿਹਾ ਕਿ ਕਿੱਥੇ ਲਿਖਿਆ ਜਾ ਰਿਹਾ ਹੈ, ਜਾਂ ਇਹ ਪੁੱਛ ਲਿਆ ਕਿ ਇਸ ਡਾਕੂਮੈਂਟ 'ਚ ਕਿੰਨੇ ਵਰਡਸ ਆ, ਜਾਂ ਇਹ ਪੁੱਛ ਲਿਆ ਕਿ ਇਸ ਡਾਕੂਮੈਂਟ 'ਚ ਕਿੰਨੇ ਪੇਜ ਆ ਤੇ ਤੁਸੀਂ ਇਸ ਟਾਈਮ ਕਿਹੜੇ ਨੰਬਰ ਪੇਜ ਤੇ ਹੋ, ਜੇ ਇਸ ਤਰੀਕੇ ਦੀ ਤੁਹਾਡੇ ਤੋਂ ਕੋਈ ਵੀ ਜਾਣਕਾਰੀ ਲਈ ਗਈ ਤਾਂ ਤੁਸੀਂ ਉਹਦੇ ਵਾਸਤੇ ਤੁਹਾਨੂੰ ਕਿੱਥੇ ਜਾਣਾ ਪਊਗਾ, ਤਾਂ ਸਾਨੂੰ ਉਹਦੇ ਵਾਸਤੇ ਜਾਣਾ ਪਊਗਾ ਸਟੇਟਸ ਬਾਰ ਤੇ, ਕਿੱਥੇ ਜਾਣਾ ਪਊਗਾ ਸਾਨੂੰ ਸਟੇਟਸ ਬਾਰ ਤੇ, ਕਿਸੇ ਨੂੰ ਕੋਈ ਡਾਊਟ ਇਹਦੇ 'ਚ? ਸੋ ਸਭ ਤੋਂ ਮੇਨ ਗੱਲ ਸਾਨੂੰ ਇਹ ਸਮਝ ਆ ਗਈ, ਸਭ ਤੋਂ ਪਹਿਲਾਂ ਮੈਂ ਇੱਥੋਂ ਸ਼ੁਰੂ ਕਰ ਰਿਹਾ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਨਸੈਪਟ ਕਲੀਅਰ ਕਰਾਇਆ ਕਿ ਇੱਕ ਵਰਡ ਦਾ ਡਾਕੂਮੈਂਟ ਜਿਹੜਾ ਹੈ ਉਹ ਕੀ ਹੁੰਦਾ ਹੈ, ਵਰਡ ਦੇ ਡਾਕੂਮੈਂਟ ਤੇ ਟਾਈਟਲ ਬਾਰ ਕੀ ਹੁੰਦੀ ਆ, ਮੈਨੂ ਬਾਰ ਕੀ ਹੁੰਦੀ ਆ, ਮੈਨੂ ਬਾਰ ਤੋਂ ਥੱਲੇ ਕੀ ਹੁੰਦਾ ਰਿਬਨ, ਤੇ ਰਿਬਨ ਬਦਲਦਾ ਰਹਿੰਦਾ ਹੈ, ਜਿਵੇਂ ਜਿਵੇਂ ਤੁਸੀਂ ਮੈਨੂ ਬਾਰ ਤੇ ਵੱਖਰੀ ਵੱਖਰੀ ਟੈਬ 'ਚ ਜਾਂਦੇ ਹੋ ਨਾ, ਜਿਵੇਂ ਜਿਵੇਂ ਤੁਸੀਂ ਮੈਨੂ ਬਾਰ ਤੇ ਟੈਬ ਬਦਲਦੇ ਜਾਂਦੇ ਹੋ ਥੱਲੇ ਵਾਲੇ ਆਪਣੇ ਨਾਲ ਦੇ ਨਾਲ ਹੀ ਰਿਬਨ, ਆਹ ਦੇਖੋ ਆਹ ਪੇਜ ਲੇਆਊਟ ਰੈਫਰੈਂਸ, ਇਹ ਸਾਰੇ ਕੀ ਆ ਭਲਾ ਟੈਬ ਨੇ, ਜਿਵੇਂ ਜਿਵੇਂ ਤੁਸੀਂ ਟੈਬ ਤੇ ਬਦਲਦੇ ਜਾਓ ਕਲਿੱਕ ਕਰਦੇ ਜਾਓਗੇ ਉਹਦੇ ਨਾਲ ਨਾਲ ਤੁਹਾਡਾ ਰਿਬਨ ਬਦਲਦਾ ਜਾਊਗਾ, ਕਲੀਅਰ ਹੈ ਕਨਸੈਪਟ? ਸੋ ਸਭ ਤੋਂ ਪਹਿਲਾਂ ਆਪਾਂ ਮੈਨੂ ਬਾਰ ਦੇਖੀ, ਇਹਦੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਇੱਕ ਕੁਇਕ ਅਸੈਸ ਟੂਲ ਬਾਰ ਹੁੰਦੀ ਹੈ, ਇਹ ਜਿਹੜੀ ਕੁਇਕ ਅਸੈਸ ਟੂਲ ਬਾਰ ਹੁੰਦੀ ਆ ਇਹ ਟਾਈਟਲ ਬਾਰ ਦੇ ਉੱਪਰ ਪਾਈ ਜਾਂਦੀ ਆ, ਇੱਥੇ ਜਿਹੜੀਆਂ ਚੀਜ਼ਾਂ ਸਾਨੂੰ ਮਿਲਦੀਆਂ ਨੇ ਉੱਥੇ 3 ਚੀਜ਼ਾਂ ਸਾਨੂੰ ਮਿਲਦੀਆਂ, ਇੱਕ ਸੇਵ, ਇੱਕ ਅਨਡੂ ਤੇ ਇੱਕ ਰੀਡੂ, ਸੇਵ ਦਾ ਸ਼ਾਰਟਕਟ ਆ ਕੀਬੋਰਡ ਤੇ Ctrl+S, ਅੰਡੂ ਦਾ ਹੈ Ctrl+Z ਤੇ ਰੀਡੂ ਦਾ ਹੈ Ctrl+Y, ਸ਼ਾਰਟਕਟ ਮੈਂ ਨਾਲ ਦੀ ਨਾਲ ਹੌਲੀ ਹੌਲੀ ਰਿਵਾਈਜ਼ ਕਰਾਉਂਦਾ ਜਾ ਰਿਹਾ। ਉਸ ਤੋਂ ਬਾਅਦ ਇੱਕ ਚੀਜ਼ ਮੈਂ ਆ ਵੀ ਦੱਸਦੀ ਆ ਕਿ ਟਾਈਟਲ ਬਾਰ ਹੁੰਦੀ ਆ, ਟਾਈਟਲ ਬਾਰ ਤੇ ਜਦੋਂ ਕੋਈ ਅਸੀਂ ਨਵਾਂ ਡਾਕੂਮੈਂਟ ਲਿਖਦੇ ਆ ਤਾਂ ਬਾਈ ਡਿਫਾਲਟ ਉਸ ਡਾਕੂਮੈਂਟ ਦਾ ਨਾਮ ਕੀ ਲਿਖਿਆ ਆਉਂਦਾ ਹੈ, ਡਾਕੂਮੈਂਟ 1 ਲਿਖਿਆ ਆਉਂਦਾ ਹੈ, ਤੇ ਉਸ ਤੋਂ ਬਾਅਦ ਜੇ ਤੁਸੀਂ ਇੱਕ ਡਾਕੂਮੈਂਟ ਹੁੰਦੇ ਹੋਏ ਇੱਕ ਫਾਈਲ ਓਪਨ ਕਰੇ ਹੋਏ ਉਹ ਦੂਜਾ ਸੇਵ ਓਪਨ ਕਰ ਲੈਂਦੇ ਹੋ ਤੇ ਉਹਦਾ ਨਾਮ ਬਾਈ ਡਿਫਾਲਟ ਕੀ ਆ ਜਾਊਗਾ, ਡਾਕੂਮੈਂਟ 2 ਆ ਜਾਊਗਾ, ਠੀਕ ਆ? ਤਾਂ ਇਹ ਸਾਰਾ ਕੁਝ ਆਪਾਂ ਨੂੰ ਇੱਥੇ ਕਲੀਅਰ ਹੋ ਗਿਆ। ਨੈਕਸਟ ਉਸ ਤੋਂ ਬਾਅਦ ਮੈਂ ਇਹ ਵੀ ਦੱਸਦਾ ਕਿ ਟੈਬ ਕੀ ਚੀਜ਼ ਹੁੰਦੀ ਹੈ, ਉੱਪਰ ਲਿਖੀਆਂ ਫਾਈਲ ਹੋ ਗਿਆ, ਇਨਸਰਟ ਹੋ ਗਿਆ, ਵਿਊ ਹੋ ਗਿਆ, ਜਾਂ ਕੁਝ ਵੀ ਡਿਜ਼ਾਈਨ ਹੋ ਗਿਆ, ਡਰਾ ਹੋ ਗਿਆ, ਇਹ ਸਾਰੀਆਂ ਕੀ ਨੇ, ਟੈਬ ਨੇ। ਇਹ ਜਿਹੜਾ ਟੈਬ ਵਾਲਾ ਕਨਸੈਪਟ ਆ ਇਸ ਤੋਂ ਪਹਿਲਾਂ 2003 ਦੇ ਵਿੱਚ ਜਦੋਂ ਤੁਸੀਂ ਫਾਈਲ ਤੇ ਕਲਿੱਕ ਕਰਦੇ ਸੀ ਥੱਲੇ ਉਹਦਾ ਰਿਬਨ ਨਹੀਂ ਸੀ ਖੁੱਲ੍ਹਦਾ, ਜਦੋਂ ਤੁਸੀਂ ਡਰਾ ਤੇ ਕਲਿੱਕ ਕਰਦੇ ਸੀ ਥੱਲੇ ਉਸ ਟੈਬ ਦਾ ਰਿਬਨ ਨਹੀਂ ਸੀ ਖੁੱਲ੍ਹਦਾ, ਥੱਲੇ ਲਿਸਟ ਖੁੱਲ੍ਹਦੀ ਹੁੰਦੀ ਸੀ। 2007 ਤੋਂ ਲੈ ਕੇ ਹੁਣ ਤੱਕ ਦੇ 2019 ਤੇ ਜਦੋਂ ਵੀ ਤੁਸੀਂ ਕਲਿੱਕ ਕਰਦੇ ਹੋ, ਜੇ ਤੁਸੀਂ ਹੋਮ ਤੇ ਕਲਿੱਕ ਕਰੋਗੇ, ਇਨਸਰਟ ਤੇ ਕਲਿੱਕ ਕਰੋਗੇ, ਪੇਜ ਲੇਆਊਟ ਤੇ ਕਲਿੱਕ ਕਰੋਗੇ, ਰੈਫਰੈਂਸ ਮੇਲਿੰਗ ਤੇ ਕਲਿੱਕ ਕਰੋਗੇ, ਹਰ ਇੱਕ ਦੇ ਥੱਲੇ ਵੱਖੋ ਵੱਖ ਆਪੋ ਆਪਣਾ ਕੀ ਹੋਊਗਾ, ਇੱਕ ਰਿਬਨ ਹੋਊਗਾ। ਕੱਲੇ ਕੱਲੇ ਦੇ ਥੱਲੇ ਕਿਹੜਾ ਕਿਹੜਾ ਰਿਬਨ ਆ ਉਹ ਮੈਂ ਤੁਹਾਨੂੰ ਚੰਗੀ ਤਰ੍ਹਾਂ ਸ਼ੋਅ ਕਰਤਾ। ਰਿਬਨ ਕੀ ਚੀਜ਼ ਹੁੰਦਾ ਹੈ ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਜਦੋਂ ਤੁਸੀਂ ਕਿਸੇ ਟੈਬ ਤੇ ਕਲਿੱਕ ਕਰੋਗੇ ਉਹਦਾ ਥੱਲੇ ਰਿਬਨ ਖੁੱਲਣਾ ਹੀ ਖੁੱਲਣਾ ਹੈ। ਕਿਸੇ ਨੂੰ ਕੋਈ ਡਾਊਟ ਇਹਦੇ 'ਚ? ਨੈਕਸਟ ਉਸ ਤੋਂ ਬਾਅਦ ਆਹ ਚੀਜ਼ ਅੱਗੇ ਆ ਗਈ। ਆਹ ਚੀਜ਼ ਤੋਂ ਹੁਣ ਮੈਂ ਤੁਹਾਨੂੰ ਕਨਸੈਪਟ ਜਿਹੜੇ ਆ ਜੀ ਕਲੀਅਰ ਕਰਾਉਣੇ ਸ਼ੁਰੂ ਕਰੂੰਗਾ। ਸਭ ਤੋਂ ਪਹਿਲਾਂ ਜਿਹੜੀ ਟੈਬ ਹੁੰਦੀ ਹੈ ਮੈਨੂ ਬਾਰ ਤੇ ਆ ਜਾਓ। ਹੁਣ
ਮੈਨੂੰ ਲੱਗਦਾ ਆ ਉੱਪਰਲੀ ਆ ਬਾਰ ਤਾਂ ਹੁਣ ਤੁਹਾਨੂੰ ਬਹੁਤ ਵਧੀਆ ਕਲੀਅਰ ਹੋ ਗਈ ਆਪਣੇ ਕੋਲ ਕਿ ਕਿਸੇ ਡਾਕੂਮੈਂਟ ਨੂੰ ਸੇਵ ਕਰਨਾ, ਅਨਡੂ ਕਰਨਾ ਤੇ ਰੀਡੂ ਕਰਨਾ, ਤਿੰਨੇ ਸਾਈਨ ਨੇ। ਜਦੋਂ ਮੈਂ ਤੁਹਾਨੂੰ ਜਦੋਂ ਤੁਹਾਨੂੰ ਇਹ ਕੰਪਿਊਟਰ ਦਾ ਲੈਕਚਰ ਮਿਲੂਗਾ ਨਾ, ਤਾਂ ਕੰਪਿਊਟਰ ਦੇ ਲੈਕਚਰ ਦੇ ਥੱਲੇ ਹੀ ਆ PDF ਪਈ ਹੋਊਗੀ, ਤਾਂ ਜੋ ਤੁਸੀਂ ਇਹਨੂੰ ਕਲੀਅਰਲੀ ਪੜ੍ਹ ਸਕੋ ਤੇ ਇਹਨੂੰ ਦੇਖ ਕੇ ਤੁਸੀਂ ਆਪਣਾ ਪ੍ਰੈਕਟੀਕਲ ਵੀ ਕਰ ਸਕੋ ਆਪਣੇ ਕੰਪਿਊਟਰ ਤੇ, ਤਾਂ ਜੋ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ। ਠੀਕ ਹੈ, ਜਦੋਂ ਤੁਸੀਂ ਇੱਥੇ ਫਾਈਲ, ਮੈਨੂ, ਇਨਸਰਟ, ਡਰਾਅ, ਡਿਜ਼ਾਈਨ, ਲੇਆਊਟ ਵਗੈਰਾ ਤੇ ਜਾਓਗੇ, ਠੀਕ ਆ, ਉਹਦੇ ਅਕੋਰਡਿੰਗ ਤੁਹਾਨੂੰ ਥੱਲੇ ਆਪਣਾ ਟੈਬ ਜਿਹੜਾ ਹੈ ਜੀ, ਉਹ ਰਿਬਨ ਜਿਹੜਾ ਹੈ ਉਹ ਚੇਂਜ ਹੋਇਆ ਮਿਲੂਗਾ। ਠੀਕ ਆ, ਆ ਸਾਰੇ ਨੇ, ਇਹ ਸਾਰੇ ਅੱਗੇ ਇੱਕ ਇੱਕ ਕਰਕੇ ਆਪਾਂ ਐਕਸਪਲੇਨ ਕਰਨੇ ਆ। ਲਓ ਜੀ, ਸਭ ਤੋਂ ਪਹਿਲਾਂ ਆਪਾਂ ਇੱਕ ਟਰਮ ਹੋਰ ਆਪਣੇ ਕੋਲ ਰੂਲਰ, ਆਲਰੇਡੀ ਮੈਂ ਇਹਦੇ ਬਾਰੇ ਦੱਸ ਚੁੱਕਿਆ, ਪਰ ਫਿਰ ਵੀ ਇੱਥੇ ਥੋੜਾ ਜਿਹਾ ਇਨਲਾਰਜ ਕਰਕੇ ਆਹ ਦੇਖੋ, ਆਹ ਚੀਜ਼ ਜਿਹੜੀ ਦਿਸ ਰਹੀ ਹੋਊਗੀ ਇੱਥੇ, ਇੱਥੋਂ ਆ ਤੇ ਇੱਥੋਂ ਆ, ਦਿਸ ਇਜ਼ ਕਾਲਡ ਰੂਲਰ। ਠੀਕ ਆ, ਇਹਦੇ ਅੰਦਰ ਲਿਖਿਆ ਜਾ ਸਕਦਾ ਇਹ ਰੂਲਰ, ਥੱਲਿਓਂ ਅਸੀਂ ਸਕਰੋਲ ਕਰਕੇ ਇੱਧਰ ਉੱਧਰ ਦੇਖ ਸਕਦੇ ਹਾਂ। ਹੁਣ ਤੁਸੀਂ ਇੱਕ ਗੱਲ ਦੇਖੋ, ਤੁਹਾਡੇ ਦਿਮਾਗ 'ਚ ਇਹ ਆਊਗਾ ਕਿ ਜਦੋਂ ਅਸੀਂ MS ਵਰਡ ਖੋਲਦੇ ਹਾਂ, ਜਿਵੇਂ ਆਹ ਸਾਡੀ ਕੰਪਿਊਟਰ ਦੀ ਸਕਰੀਨ ਆ, ਇਹਦੇ ਤੇ MS ਵਰਡ ਇੰਨੇ ਹਿੱਸੇ ਤੇ ਖੁੱਲਿਆ ਹੈ, ਇਹ ਤਾਂ ਪੂਰੇ ਦੇ ਪੂਰੇ ਪੇਜ, ਪੂਰੇ ਦਾ ਪੂਰਾ ਜਿਹੜਾ ਪੇਜ ਹੁੰਦਾ ਹੈ ਉਹ ਸਾਰਾ ਇੱਥੇ ਹੀ ਲਿਖਿਆ ਹੁੰਦਾ ਆਪਣਾ ਸਾਰਾ। ਆਪਾਂ ਨੂੰ ਸਕਰੋਲ ਕਰਕੇ ਇੱਧਰ ਉੱਧਰ ਦੇਖਣ ਦੀ ਕਿਉਂ ਲੋੜ ਪਊਗੀ? ਇੱਧਰ ਉੱਧਰ ਦੇਖਣ ਦੀ ਲੋੜ ਪਤਾ ਕਦੋਂ ਪੈਂਦੀ ਹੈ? ਜਦੋਂ ਤੁਸੀਂ ਉਹਨੂੰ 100 ਤੋਂ ਵਧਾ ਕੇ 200 ਤੇ ਜ਼ੂਮ ਕਰ ਲੈਂਦੇ ਹੋ ਨਾ, ਤਾਂ ਤੁਹਾਡਾ ਡਾਕੂਮੈਂਟ ਜਿਹੜਾ ਹੈ ਉਹ ਸਕਰੀਨ ਤੋਂ ਬਾਹਰ ਚਲਾ ਜਾਂਦਾ ਹੈ। ਉਹ ਡਾਕੂਮੈਂਟ ਸਕਰੀਨ ਤੋਂ ਬਾਹਰ ਉਦੋਂ ਚਲਾ ਜਾਂਦਾ ਹੈ ਜਦੋਂ ਤੁਸੀਂ ਉਹਨੂੰ ਕੀ ਕਰ ਲੈਂਦੇ ਹੋ, ਜ਼ੂਮ ਕਰ ਲੈਂਦੇ ਹੋ। ਫਿਰ ਥੱਲੇ ਵਾਲੇ ਇਸ ਸਕਰੋਲ ਦੀ ਲੋੜ ਪੈਂਦੀ ਹੈ, ਜਿਹੜਾ ਹੌਰੀਜ਼ੌਂਟਲ ਸਕਰੋਲ ਹੁੰਦਾ ਹੈ ਨਾ, ਉਹਨੂੰ ਇੱਧਰ ਉੱਧਰ ਕਰਨ ਦੀ ਲੋੜ ਉਸ ਵੇਲੇ ਪੈਂਦੀ ਹੈ। ਕਹਾਣੀ ਕਲੀਅਰ ਆ? ਦੇਖੋ, ਮੈਂ ਖੁਦ ਪ੍ਰੈਕਟੀਕਲ ਕਰਿਆ ਹੋਇਆ, ਤਾਂ ਹੀ ਤੁਹਾਨੂੰ ਇਹ ਸਾਰਾ ਕੁਝ ਸਮਝਾ ਪਾ ਰਿਹਾ। ਜਦੋਂ ਆਪਾਂ ਪਾਵਰ ਪੁਆਇੰਟ ਕਰਾਂਗੇ, ਚਾਹੇ ਆਪਾਂ ਐਕਸਲ ਕਰਾਂਗੇ, ਚਾਹੇ ਮੈਂ ਵਰਡ ਪੜ੍ਹਾ ਰਿਹਾ, ਤਾਂ ਮੈਂ ਸਿਰਫ ਆਪਣੇ ਹੀ ਤਜਰਬੇ ਤੁਹਾਡੇ ਨਾਲ ਸ਼ੇਅਰ ਕਰ ਸਕਦਾ ਕਿ ਹਾਂ, ਜਦੋਂ ਅਸੀਂ ਕੋਈ ਚੀਜ਼ ਪੜ੍ਹਾਉਂਦੇ ਆ ਜਾਂ ਬਣਦੀ ਹੈ ਉਹ ਕਿਵੇਂ ਬਣਦੀ ਹੈ। ਉਸ ਤੋਂ ਬਾਅਦ ਅਗਲੀ ਚੀਜ਼ ਆਪਣੇ ਕੋਲ ਟੈਕਸਟ ਏਰੀਆ ਆ ਗਿਆ, ਜਿਹਦੇ ਬਾਰੇ ਮੈਨੂੰ ਲੱਗਦਾ ਦੱਸਣ ਦੀ ਲੋੜ ਹੀ ਨਹੀਂ, ਆਲਰੇਡੀ ਮੈਂ ਸਮਝਾ ਚੁੱਕਿਆ ਕਿ ਟੈਕਸਟ ਏਰੀਆ ਨੂੰ ਅਸੀਂ ਡਾਕੂਮੈਂਟ ਏਰੀਆ ਵੀ ਕਹਿ ਦਿੰਦੇ ਆ ਤੇ ਟੈਕਸਟ ਏਰੀਆ ਨੂੰ ਅਸੀਂ ਵਰਡ ਏਰੀਆ ਵੀ ਕਹਿ ਦਿੰਦੇ ਆ। ਠੀਕ ਆ, ਉਸ ਤੋਂ ਬਾਅਦ ਵਰਟੀਕਲ ਐਂਡ ਹੌਰੀਜ਼ੌਂਟਲ ਸਕਰੋਲ ਬਾਰ ਆ ਗਏ। ਇਹ ਵਰਟੀਕਲ ਐਂਡ ਹੌਰੀਜ਼ੌਂਟਲ ਸਕਰੋਲ ਬਾਰ ਮੈਂ ਦੱਸ ਹੀ ਚੁੱਕਿਆ ਹੁਣ ਕਿ ਵਰਟੀਕਲ ਤੇ ਹੌਰੀਜ਼ੌਂਟਲ ਸਕਰੋਲ ਬਾਰ ਦੀ, ਵਰਟੀਕਲ ਸਕਰੋਲ ਬਾਰ ਦੀ ਸਾਨੂੰ ਲੋੜ ਪੈਣੀ ਆ, ਕਿਉਂਕਿ ਅਸੀਂ ਡਾਕੂਮੈਂਟ ਨੂੰ ਥੱਲੇ ਇੱਕ ਪੇਜ ਤੇ ਥੋੜਾ ਲਿਖਦੇ ਆ। ਡਾਕੂਮੈਂਟ ਤਾਂ ਸਾਡਾ 50 ਪੇਜਾਂ ਤੇ ਹੋ ਸਕਦਾ ਹੈ, ਤੇ ਜਦੋਂ ਅਸੀਂ 50 ਪੇਜਾਂ ਤੇ ਥੱਲਿਓਂ ਉੱਪਰ ਨੂੰ ਜਾਣਾ ਹੈ ਤਾਂ ਵਰਟੀਕਲ ਸਕਰੋਲ ਬਾਰ ਤੋਂ ਹੀ ਉੱਪਰ ਨੂੰ ਜਾਵਾਂਗੇ। ਹੌਰੀਜ਼ੌਂਟਲ ਸਕਰੋਲ ਬਾਰ ਦੀ ਲੋੜ ਸਾਨੂੰ ਉਦੋਂ ਪੈਂਦੀ ਹੈ ਜਦੋਂ ਅਸੀਂ ਆਪਣੇ ਡਾਕੂਮੈਂਟ ਨੂੰ ਕੀ ਕਰ ਚੁੱਕੇ ਹੁੰਦੇ ਆ, ਜ਼ੂਮ ਕਰ ਲਿਆ ਹੁੰਦਾ ਹੈ, ਤੇ ਸਾਡਾ ਡਾਕੂਮੈਂਟ ਜਿਹੜਾ ਹੈ ਸਕਰੀਨ ਤੋਂ ਬਾਹਰ ਚੱਲ ਜੇ। ਫਿਰ ਸਾਨੂੰ ਥੱਲੇ ਵਾਲੇ ਜਿਹੜਾ ਸਕਰੋਲ ਬਾਰ ਆ, ਉਹ ਤੋਂ ਇੱਧਰ ਉੱਧਰ ਕਰਕੇ ਆਪਣੇ ਡਾਕੂਮੈਂਟ ਨੂੰ ਦੇਖਣਾ ਪੈਂਦਾ ਹੈ। ਨੈਕਸਟ, ਸਭ ਤੋਂ ਥੱਲੇ ਆ ਗਈ ਆਪਣੇ ਕੋਲ ਸਟੇਟਸ ਬਾਰ, ਜਿਹੜੀ ਮੈਂ ਉੱਪਰ ਵੀ ਦਿਖਾਈ ਸੀ, ਇੱਥੇ ਉਹ ਕਲੀਅਰ ਦਿਸ ਰਹੀ ਹੈ। ਜਿਹੜੇ ਡਾਕੂਮੈਂਟ ਦੀ ਮੈਂ ਸਟੇਟਸ ਬਾਰ ਆਪਣੀ ਸਕਰੀਨਸ਼ਾਟ ਲੈ ਕੇ ਤੁਹਾਡੇ ਤੱਕ ਲੈ ਕੇ ਆਇਆ, ਉਹਦੇ ਤੇ ਮੈਂ 3 ਪੇਜ ਬਣਾਏ ਸੀ, ਤੇ ਫਿਲਹਾਲ ਜਿਹੜਾ ਮੈਂ ਸਟੇਟਸ ਲਿਆ ਹੈ ਇਹ ਆ ਪੇਜ ਨੰਬਰ 2 ਆਫ 3, ਤੇ ਇਸ ਟਾਈਮ ਤੱਕ ਮੈਂ ਇਹਦੇ ਤੇ 112 ਵਰਡ ਲਿਖ ਚੁੱਕਿਆ, ਤੇ ਜਿਹੜੀ ਭਾਸ਼ਾ 'ਚ ਮੈਂ ਲਿਖ ਰਿਹਾ ਉਹ ਹੈਗੀ ਹੈ ਇੰਗਲਿਸ਼ ਯੂਨਾਈਟਿਡ ਸਟੇਟਸ ਦੀ। ਠੀਕ ਆ, ਇਸੇ ਸਟੇਟਸ ਬਾਰ ਸਮਝ ਆ ਗਈ ਇਹ ਚੀਜ਼? ਸੋ ਸਟੇਟਸ ਬਾਰ ਤੇ ਕੀ ਹੁੰਦਾ ਹੈ ਉਹ ਮੈਂ ਤੁਹਾਨੂੰ ਸਾਰਾ ਕਲੀਅਰ ਦੱਸਦਾ। ਇਹ ਸਟੇਟਸ ਬਾਰ ਆ ਗਿਆ ਆਪਣੇ ਕੋਲ। ਇਸੇ ਸਟੇਟਸ ਬਾਰ ਦੇ ਪਰਲੇ ਪਾਸੇ ਲਾਸਟ ਵਿੱਚ ਉਸ ਹਿੱਸੇ ਦਾ ਸਕਰੀਨਸ਼ਾਟ ਨਹੀਂ ਲਿਆ ਮੈਂ, ਇਸੇ ਸਟੇਟਸ ਬਾਰ ਦੇ ਪਰਲੇ ਪਾਸੇ ਜ਼ੂਮ ਟੈਬ ਬਾਰ ਹੁੰਦੀ ਆ ਜ਼ੂਮ ਕਰਨ ਵਾਸਤੇ। ਤੇ ਜ਼ੂਮ ਬਾਏ ਡਿਫਾਲਟ ਜਦੋਂ ਤੁਸੀਂ ਇੱਕ MS ਵਰਡ ਦਾ ਕੋਈ ਡਾਕੂਮੈਂਟ ਖੋਲਦੇ ਹੋ ਨਾ, ਤੁਸੀਂ MS ਵਰਡ ਦਾ ਡਾਕੂਮੈਂਟ ਕਿਵੇਂ ਖੋਲਦੇ ਹੋ? ਤੁਸੀਂ ਇੱਕ MS ਵਰਡ ਦਾ ਡਾਕੂਮੈਂਟ ਖੋਲਣ ਵਾਸਤੇ ਪਹਿਲਾਂ ਸਟਾਰਟ ਤੇ ਜਾਂਦੇ ਹੋ, ਉੱਥੋਂ ਕਲਿੱਕ ਕਰਦੇ ਹੋ MS ਵਰਡ ਤੇ ਨਵਾਂ ਡਾਕੂਮੈਂਟ ਖੋਲ ਲਿਆ। ਫਿਰ ਤੁਹਾਨੂੰ ਲੱਗਿਆ ਕਿ ਨਹੀਂ ਯਾਰ, ਇੱਕ ਡਾਕੂਮੈਂਟ ਹੋਰ ਖੋਲੀਏ, 2 ਫਾਈਲਾਂ ਇਕੱਠੀਆਂ ਤਿਆਰ ਕਰੀਏ। ਤੁਹਾਡੇ ਕੋਲ ਬਹੁਤ ਆਪਸ਼ਨਸ ਹੋ ਸਕਦੇ ਆ ਕਿ ਦੂਜਾ ਡਾਕੂਮੈਂਟ ਕਿਵੇਂ ਖੋਲਿਆ ਜਾ ਸਕਦਾ ਹੈ। ਦੂਜਾ ਡਾਕੂਮੈਂਟ ਖੋਲਣ ਵਾਸਤੇ ਤੁਸੀਂ ਨਵੇਂ ਸਿਰਿਓਂ ਦੁਬਾਰਾ ਫਿਰ ਸਟਾਰਟ ਤੇ ਜਾਓ, ਸਟਾਰਟ ਤੋਂ ਜਾ ਕੇ MS ਵਰਡ ਆਫਿਸ ਤੇ ਜਾਓ, MS ਆਫਿਸ ਤੋਂ MS ਵਰਡ ਤੇ ਕਲਿੱਕ ਕਰੋ। ਇੱਕ ਡਾਕੂਮੈਂਟ ਦੇ ਉੱਪਰ ਹੀ ਦੂਜੇ ਡਾਕੂਮੈਂਟ ਚੜ ਜਾਊਗਾ, ਦੂਜਾ ਡਾਕੂਮੈਂਟ ਉਹਦੇ ਉੱਪਰ ਹੀ ਖੁੱਲ ਜਾਊਗਾ। ਤੁਸੀਂ ਇੱਕ ਕੰਮ ਹੋਰ ਕਰ ਸਕਦੇ ਹੋ, ਜਿਹੜੀਆਂ ਉੱਪਰ ਤੁਹਾਡੇ ਕੋਲ ਬਾਹਰ ਨੇ ਨਾ, ਜਿਹੜੀਆਂ ਤੁਹਾਡੇ ਕੋਲ ਉੱਪਰ ਆ ਟੈਬ ਆ, ਤੁਸੀਂ ਇਸ ਟੈਬ 'ਚ ਸਭ ਤੋਂ ਪਹਿਲੀ ਟੈਬ ਤੇ ਜਾਓ। ਪਹਿਲੀ ਟੈਬ ਦਾ ਨਾਮ ਕੀ ਆ? ਫਾਈਲ। ਜਦੋਂ ਫਾਈਲ ਤੇ ਜਾਓਗੇ ਤਾਂ ਫਾਈਲ ਦੇ ਥੱਲੇ ਤੁਹਾਨੂੰ ਕੁਝ ਆਪਸ਼ਨ ਮਿਲਣਗੇ। ਪਹਿਲਾ ਆਪਸ਼ਨ ਮਿਲੂਗਾ ਨਿਊ, ਦੂਜਾ ਆਪਸ਼ਨ ਮਿਲੂਗਾ ਓਪਨ, ਤੀਜਾ ਆਪਸ਼ਨ ਮਿਲੂਗਾ ਸੇਵ, ਇੱਕ ਆਪਸ਼ਨ ਮਿਲੂਗਾ ਸੇਵ ਐਜ਼। ਹੋਰ ਵੀ ਬੜੇ ਮਿਲਣਗੇ, ਪਰ ਮੋਟੇ ਤੌਰ ਤੇ ਜਿਹੜੇ ਤੁਹਾਨੂੰ ਟੌਪ ਮਿਲਣਗੇ ਉਹ ਕਿਹੜੇ ਆ? ਨਿਊ, ਓਪਨ, ਸੇਵ ਐਜ਼, ਐਕਸਟ੍ਰੈਕਟ ਫਾਈਲਸ। ਬੜੇ ਮਿਲਣਗੇ, ਪਰ ਮੈਂ ਜਸਟ ਤੁਹਾਨੂੰ 2-3 ਬਾਰੇ ਜਾਣਕਾਰੀ ਦੇਣੀ ਆ। ਵੈਸੇ ਤਾਂ ਮੈਂ ਐਕਸਟ੍ਰੈਕਟ ਫਾਈਲਸ ਵੀ ਸਮਝਾਊਂਗਾ, ਸਾਰੇ ਸਮਝਾਊਂਗਾ, ਪਰ ਮੈਂ ਇੱਕ ਚੀਜ਼ ਮੇਰੇ ਕੋਲ ਮਿਸ ਹੋ ਗਈ ਕਿ ਫਾਈਲ ਤੇ ਜਾ ਕੇ ਉਹਦਾ ਸਕਰੀਨਸ਼ਾਟ ਲੈਣਾ ਭੁੱਲ ਗਿਆ ਮੈਂ। ਜਦੋਂ ਤੁਸੀਂ ਫਾਈਲ ਤੇ ਜਾਓਗੇ ਤਾਂ ਤੁਹਾਨੂੰ ਮਿਲੂਗਾ ਇੱਕ ਆਪਸ਼ਨ, ਕੀ ਮਿਲੂਗਾ? ਨਿਊ। ਤੁਸੀਂ ਨਿਊ ਤੇ ਕਲਿੱਕ ਕਰ ਦਿਓ, ਜਿਹੜਾ ਡਾਕੂਮੈਂਟ ਖੁੱਲਿਆ ਹੈ ਉਹਦੇ ਉੱਪਰ ਇੱਕ ਹੋਰ ਡਾਕੂਮੈਂਟ ਖੁੱਲ ਜਾਊਗਾ। ਇਟ ਮੀਨਸ ਨਵਾਂ ਡਾਕੂਮੈਂਟ ਖੋਲ੍ਹਣ ਵਾਸਤੇ ਜਿਹੜੀ ਮੈਂ ਪੁਰਾਣੀ ਗੱਲ ਕਹੀ ਸੀ ਕਿ ਮੁੱਢੋਂ
ਛੱਡੋ ਦੁਬਾਰਾ ਫਿਰ ਸਟਾਰਟ ਤੇ ਜਾਓ, ਜਾਣ ਦੀ ਲੋੜ ਹੀ ਨਹੀਂ। ਤੁਸੀਂ ਫਾਈਲ ਤੇ ਫਾਈਲ ਤੋਂ ਕਿੱਥੇ ਜਾਓ ਭਲਾ ਅੱਗੇ, ਨਿਊ ਤੇ। ਇੱਕ ਤੀਸਰਾ ਕੰਮ ਵੀ ਕਰ ਸਕਦੇ ਹੋ, ਕੀਬੋਰਡ ਤੇ ਜੇ ਤੁਹਾਨੂੰ ਸ਼ਾਰਟਕਟ ਪਤਾ ਹੈ ਤਾਂ ਤੁਸੀਂ ਉਹਦੇ ਤੋਂ ਵੀ ਨਵਾਂ ਡਾਕੂਮੈਂਟ ਓਪਨ ਕਰ ਸਕਦੇ ਹੋ। Ctrl+N ਕੀ ਆ ਜੀ, Ctrl+N। Ctrl+N ਇੱਕ ਸ਼ਾਰਟਕਟ ਆ ਨਿਊ ਡਾਕੂਮੈਂਟ ਓਪਨ ਕਰਨ ਦਾ। ਆ ਗੱਲ ਸਮਝ ਆ ਗਈ? ਇਟ ਮੀਨਸ ਮੈਂ ਹੁਣ ਤੱਕ ਕਿੰਨੇ ਡਾਕੂਮੈਂਟ, ਕਿੰਨੇ ਸ਼ਾਰਟਕਟ ਤੁਹਾਨੂੰ ਅਹਿਸਾਸ ਕਰਾਤੇ ਆ। ਕੋਈ ਦੱਸ ਸਕਦਾ ਕਿ ਸਭ ਤੋਂ ਜਿਹੜੀ ਉੱਪਰਲੀ ਟਾਈਟਲ ਬਾਰ ਹੁੰਦੀ ਆ ਉਹਦੇ ਤੇ ਲੈਫਟ ਕਾਰਨਰ ਤੇ ਤਿੰਨ ਚੀਜ਼ਾਂ ਕੁਇਕਲੀ ਯੂਜ਼ ਕਰ ਸਕਦੇ ਹੋ ਤੁਸੀਂ ਵਰਡ ਵਾਸਤੇ, ਉਹ ਕਿਹੜੀਆਂ? ਅਨਡੂ, ਰੀਡੂ ਤੇ ਸੇਵ। ਅਨਡੂ ਦਾ ਸ਼ਾਰਟਕਟ Ctrl+Z, ਰੀਡੂ ਦਾ Ctrl+Y ਤੇ ਸੇਵ ਦਾ Ctrl+S। ਤੇ ਮੈਂ ਇੱਕ ਨਵੀਂ ਗੱਲ ਦੱਸਦੀ ਕਿ ਜੇ ਤੁਸੀਂ ਨਵਾਂ ਕੋਈ ਡਾਕੂਮੈਂਟ ਓਪਨ ਕਰਨਾ ਹੈ ਤਾਂ ਉਹਦੇ ਵਾਸਤੇ ਕੀ ਕਰੋਗੇ ਤੁਸੀਂ ਭਲਾ, Ctrl+N। ਉਹਦੇ ਵਾਸਤੇ ਕੀ ਕਰੋਗੇ ਭਲਾ, Ctrl+N ਕਰੋਗੇ। Ctrl+N ਕਰਤਾ ਤਾਂ ਤੁਸੀਂ ਨਵਾਂ ਡਾਕੂਮੈਂਟ, ਇੱਕ ਡਾਕੂਮੈਂਟ ਤਾਂ ਖੁੱਲਿਆ ਹੋਇਆ ਹੈ, ਉਹਦੇ ਉੱਪਰ ਦੂਜਾ ਡਾਕੂਮੈਂਟ ਖੋਲ ਲੋਗੇ। ਚਲੋ ਠੀਕ ਆ, ਤੁਸੀਂ ਨਵਾਂ ਡਾਕੂਮੈਂਟ ਖੋਲ ਲਿਆ, 1 ਸਕਿੰਟ ਬਾਅਦ ਕੋਈ ਆ ਗਿਆ ਤੁਹਾਡੇ ਕੋਲ, ਉਹਨੇ ਕਿਹਾ ਯਾਰ ਨਵਾਂ ਡਾਕੂਮੈਂਟ ਕਿਉਂ ਖੋਲਿਆ? ਅਜੀ ਮੈਂ ਉਹਦੇ 'ਚ ਕੁਛ ਨਵਾਂ ਟਾਈਪ ਕਰਨਾ। ਬੰਦ ਕਰ, ਪਹਿਲਾਂ ਪੁਰਾਣਾ ਕੰਪਲੀਟ ਕਰ। ਇਟ ਮੀਨਸ ਉਹਨੇ ਆ ਕੇ ਤੁਹਾਨੂੰ ਫੱਟ ਕਹਿਤਾ ਕਿ ਆਹ ਨਵਾਂ ਡਾਕੂਮੈਂਟ ਬੰਦ ਕਰ। ਤੁਸੀਂ ਕੀ ਕਰੋਗੇ? ਉਹਦੇ ਉੱਪਰ ਕ੍ਰੋਸ ਤੇ ਜਾਓਗੇ, ਉਹ ਨਵਾਂ ਡਾਕੂਮੈਂਟ ਬੰਦ। ਪਰ ਉਹਨੇ ਤੁਹਾਡੇ ਨਾਲ ਅੱਗੇ ਸਵਾਲ ਵੀ ਖੜਾ ਕਰਤਾ ਕਿ ਨਵਾਂ ਡਾਕੂਮੈਂਟ ਬੰਦ ਕਰ, ਮਾਊਸ ਨੂੰ ਹੱਥ ਨਹੀਂ ਲਾਉਣਾ। ਫਿਰ ਤੁਸੀਂ ਕੀ ਕਰੋਗੇ? Ctrl+W। ਕੀ ਕਰੋਗੇ? Ctrl+W। ਯਾਦ ਆ, Ctrl+W ਨਾਲ ਜਿਹੜਾ ਤੁਹਾਡਾ ਕਰੰਟ ਡਾਕੂਮੈਂਟ ਓਪਨ ਹੋਇਆ ਹੈ, ਜਿਹੜਾ ਕਰੰਟ ਡਾਕੂਮੈਂਟ ਜੋ ਸਾਹਮਣੇ ਚੱਲ ਰਿਹਾ ਡਾਕੂਮੈਂਟ ਤੁਹਾਡਾ ਓਪਨ ਹੋਇਆ, ਤੁਸੀਂ ਸਿਰਫ ਉਹ ਬੰਦ ਕਰਨਾ ਹੈ। ਉਹਦੇ ਵਾਸਤੇ ਕਿਹੜਾ ਸ਼ਾਰਟਕਟ ਆ ਤੁਹਾਡੇ ਕੋਲ? Ctrl+W। 5 ਡਾਕੂਮੈਂਟ ਖੁੱਲੇ ਸੀਗੇ ਪਰ ਤੁਸੀਂ ਉਹਨਾਂ ਚੋਂ ਸਭ ਤੋਂ ਉੱਪਰਲਾ ਬੰਦ ਕਰਿਆ ਹੈ। ਪਰ ਜੇ ਪੰਜੇ ਦੇ ਪੰਜੇ ਇਕੱਠੇ ਬੰਦ ਕਰਨੇ ਹੁੰਦੇ Alt+F4, ਫਿਰ 5 ਦੇ 5 ਆਲ ਡਾਕੂਮੈਂਟਸ ਕਲੋਜ਼ ਹੋ ਜਾਂਦੇ। ਪਰ ਜੇ ਤੁਸੀਂ ਸਿਰਫ ਇੱਕੋ ਹੀ ਬੰਦ ਕਰਨਾ ਸੀ, ਫਿਰ ਕੰਟਰੋਲ ਦੇ ਨਾਲ ਕੀ ਦੱਬਿਆ ਤੁਸੀਂ? W ਦੱਬਿਆ। ਕਿਸੇ ਨੂੰ ਕੋਈ ਡਾਊਟ ਇਹਦੇ 'ਚ? ਇਟ ਮੀਨਸ ਆਨੇ ਬਹਾਨੇ ਕਿੰਨੇ ਸ਼ਾਰਟਕਟ ਮੈਂ ਨਾਲ ਡਿਸਕਸ ਕਰ ਰਿਹਾ ਤੇ ਇਹ ਤੁਹਾਡੇ ਪੇਪਰ 'ਚ ਤੁਹਾਨੂੰ ਤੰਗ ਕਰ ਸਕਦੇ ਆ। ਤੇ ਮੈਂ ਨਹੀਂ ਚਾਹੁੰਦਾ ਕਿ ਆਪਾਂ ਪੇਪਰ 'ਚ ਤੰਗ ਹੋਈਏ। ਉਸ ਤੋਂ ਪਹਿਲਾਂ ਅਸੀਂ ਆਪਣਾ ਕਾਫੀ ਹੱਦ ਤੱਕ ਆਪਣੇ ਕਨਸੈਪਟ ਕਲੀਅਰ ਕਰ ਲਈਏ। ਉਮੀਦ ਕਰਦਾ ਕਿ ਰੂਲਰ ਜਿਹੜਾ ਹੈ ਇਹ ਤੁਹਾਨੂੰ ਕਾਫੀ ਹੱਦ ਤੱਕ ਸਮਝ ਆ ਗਿਆ ਹੋਊਗਾ। ਟੈਕਸਟ ਏਰੀਆ ਆਪਾਂ ਨੂੰ ਕਾਫੀ ਹੱਦ ਤੱਕ ਸਮਝ ਆ ਗਿਆ, ਠੀਕ ਆ। ਸਟੇਟਸ ਬਾਰ ਸਾਨੂੰ ਸਮਝ ਆ ਗਈ। ਉਸ ਤੋਂ ਬਾਅਦ ਅਸੀਂ ਅੱਗੇ ਦੇਖਦੇ ਹਾਂ ਅਗਲੀ ਚੀਜ਼, ਠੀਕ ਆ। ਮੈਂ ਇਸ ਫੋਟੋ ਤੇ ਵੀ ਦੁਬਾਰਾ ਫੇਰ ਆਊਂਗਾ। ਆ ਸਾਰਾ ਟੌਪਿਕ ਜਿਹੜਾ ਹੈ ਇਹਨੂੰ ਆਪਾਂ ਦੁਬਾਰਾ ਫੇਰ ਇਸ ਫਾਈਲ ਨੂੰ ਆਪਾਂ ਦੁਬਾਰਾ ਕਲੀਅਰ ਕਰਾਂਗੇ ਇੱਕ ਵਾਰ ਕਿ ਆ ਕਹਾਣੀ ਕੀ ਹੈ ਸਾਰੀ, ਠੀਕ ਆ। ਪਰ ਇਸ ਤੋਂ ਪਹਿਲਾਂ ਮੈਂ ਇਸ ਚੀਜ਼ ਤੇ ਇੱਕ ਵਾਰੀ ਇੱਥੋਂ ਤੱਕ ਸਾਰਾ ਸਮਝ ਆ ਗਿਆ ਸਾਰਿਆਂ ਨੂੰ, ਸਟੇਟਸ ਬਾਰ। ਉਸ ਤੋਂ ਬਾਅਦ ਅੱਗੇ ਚੀਜ਼ ਆ ਗਿਆ ਆਪਣੇ ਕੋਲ ਡਾਕੂਮੈਂਟ ਵਿਊ ਇਨ ਦੀ ਵਰਡ, ਕਿ ਇਸ ਵਰਡ ਦੇ ਵਿੱਚ ਜਿਹੜੇ ਡਾਕੂਮੈਂਟ ਨੂੰ ਵਿਊ ਕਰਨ ਦਾ ਤਰੀਕਾ ਕਿਹੜਾ ਹੋ ਸਕਦਾ ਜਾਂ ਕਿਹੜੇ ਤਰੀਕੇ ਨਾਲ ਆਪਾਂ ਡਾਕੂਮੈਂਟ ਨੂੰ ਵਿਊ ਕਰ ਸਕਦੇ ਹਾਂ। ਤੁਸੀਂ ਕਹੋਗੇ ਡਾਕੂਮੈਂਟ ਵਿਊ ਵਾਲਾ ਪੋਰਸ਼ਨ ਜਿਹੜਾ ਹੈ ਇਹ ਇੱਥੇ ਕਿਉਂ ਪੜਾਤਾ? ਗੌਰ ਕਰਿਓ, ਮੈਂ ਹਮੇਸ਼ਾ ਦੱਸਦਾ ਹੁੰਦਾ ਕਿ ਸਭ ਤੋਂ ਥੱਲੇ ਵਾਲੀ ਆ ਕਿਹੜੀ ਬਾਰ ਆ ਭਲਾ ਆਪਣੇ ਕੋਲ? ਡਾਕੂਮੈਂਟ ਦੀ ਆ ਕਿਹੜੀ ਬਾਰ ਆ ਆਪਣੇ ਕੋਲ? ਸਟੇਟਸ ਬਾਰ। ਸਟੇਟਸ ਬਾਰ ਦੇ ਇੱਕ ਪਾਸੇ ਕੀ ਲਿਖਿਆ ਹੋਇਆ ਹੈ? ਪੇਜ 1 of 1। ਇਟ ਮੀਨਸ ਇਹਦੇ ਤੇ ਪੇਜ ਦੀ ਜਾਣਕਾਰੀ ਆ, ਇਹਦੇ ਤੇ ਕਿੰਨੇ ਵਰਡ ਲਿਖੇ ਹੋਏ ਆ ਇਹ ਵੀ ਦੱਸਿਆ ਹੋਇਆ ਇਹਨਾਂ ਨੇ ਆਪਾਂ ਨੂੰ। ਤੇ ਇਹਦੇ ਤੇ ਇੱਕ ਚੀਜ਼ ਹੋਰ ਆ ਕਿ ਇੱਥੇ ਮਾਈਨਸ, ਇੱਥੇ ਪਲੱਸ, ਇਹ 500 ਤੱਕ ਜਾਂਦਾ ਹੈ, ਇਹ 0 ਤੱਕ ਹੁੰਦਾ, ਇੱਥੇ 100 ਹੁੰਦਾ ਹੈ। ਇਹ ਕਿਹੜੀ ਬਾਰ ਆ ਗਈ ਭਲਾ ਆਪਣੇ ਕੋਲ? ਜ਼ੂਮ ਬਾਰ, ਕਿ ਉਹਨੂੰ ਜ਼ੂਮ ਕਰਕੇ ਦੇਖਣਾ। ਪਰ ਇੱਥੇ ਆ 3 ਚੀਜ਼ਾਂ ਹੋਰ ਪਈਆਂ ਹੋਈਆਂ, ਆ 3-4 ਚੀਜ਼ਾਂ ਹੋਰ ਪਈਆਂ, ਆ 3-4 ਚੀਜ਼ਾਂ ਹੋਰ ਪਈਆਂ ਹੋਈਆਂ, ਠੀਕ ਆ। ਇਹ ਕੀ ਆ ਅਸਲ 'ਚ? ਦੀਜ਼ ਆਰ ਕਾਲਡ ਲੇਆਊਟ। ਇਹਨਾਂ ਨੂੰ ਕੀ ਕਹਿੰਦੇ ਆਪਾਂ? ਲੇਆਊਟ। ਜੇ ਤੁਹਾਨੂੰ ਕੋਈ ਪੇਪਰ 'ਚ ਇਹ ਪੁੱਛਣਗੇ ਕਿਉਂ ਨਾ ਯਾਰ ਪੇਪਰ 'ਚ ਆਹੀ ਚੀਜ਼ਾਂ, ਤੁਸੀਂ ਇਹ ਨਾ ਕਹਿ ਦਿਓ ਕਿ ਇਹ ਸਵਾਲ ਅੱਜ ਤੱਕ ਕਦੀ ਆਏ ਤੇ ਨਹੀਂ। ਮੈਂ ਇਹੀ ਕਹਿ ਰਿਹਾ ਕਿ ਹੁਣ ਪੇਪਰ 'ਚ ਉਹੀ ਸਵਾਲ ਆਉਣੇ ਆ ਜਿਹੜੇ ਅੱਜ ਤੱਕ ਨਹੀਂ ਆਏ। ਪੇਪਰ 'ਚ ਸਿੱਧਾ ਸਵਾਲ ਪਤਾ ਕੀ ਆਊਗਾ ਕਿ ਜਿਹੜੇ ਲੇਆਊਟ ਹੁੰਦੇ ਆ ਉਹ ਤੁਹਾਨੂੰ ਕਿਹੜੀ ਬਾਰ ਤੇ ਮਿਲਦੇ ਆ? ਮੈਨੂ ਬਾਰ, ਜਾਂ ਤੁਹਾਨੂੰ ਆਪਣੀ ਉੱਪਰ ਵਾਲੀ ਕਿਹੜੀ ਟਾਈਟਲ ਬਾਰ, ਜਾਂ ਆਪਾਂ ਨੂੰ ਕਿਸੇ ਨੇ ਕਹਿਤਾ ਸਕਰੋਲ ਬਾਰ, ਜਾਂ ਕਿਸੇ ਨੇ ਕਹਿਤਾ ਜਸਟ ਰੂਲਰ ਤੋਂ ਉੱਪਰ। ਕੁਛ ਵੀ ਕਨਫਿਊਜ਼ ਕਰਦਾ ਕਿ ਤੁਹਾਨੂੰ ਵਿਊ ਜਿਹੜੇ ਆ ਲੇਆਊਟ ਆ ਜਿਹੜੇ ਉਹ ਕਿੱਥੇ ਮਿਲਦੇ ਆ। ਹੁਣ ਸਪੋਜ਼ ਕਰੋ ਤੁਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਡਾਕੂਮੈਂਟ ਲਿਖਿਆ ਹੋਇਆ ਹੈ, ਤੁਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਡਾਕੂਮੈਂਟ ਲਿਖਿਆ ਹੋਇਆ ਹੈ, ਠੀਕ ਆ। ਤੁਸੀਂ ਇਹ ਦੱਸੋ, ਤੁਸੀਂ ਆ ਮੇਰੇ ਬਣਾਏ ਹੋਏ ਨੋਟਸ ਆਪਣੀ ਫਾਈਲ 'ਚ ਪੜ੍ਹਦੇ ਹੋ, ਤੁਸੀਂ ਮੇਰੇ ਬਣਾਏ ਹੋਏ ਨੋਟਸ ਜਿਹੜੇ ਆ ਉਹ ਆਪਣੀ ਫਾਈਲ 'ਚ ਪੜ੍ਹਦੇ ਹੋ, ਠੀਕ ਆ। ਈਵਨ ਕਿ ਕਈ ਵਾਰੀ ਕੀ ਹੁੰਦਾ ਹੈ, ਉੱਪਰ ਬੈਠੇ ਕੋਈ ਵੀ ਜਿਹੜੇ ਮੇਰੀ ਟੀਮ ਦੇ ਮੈਂਬਰ ਆ, ਠੀਕ ਆ, ਜਿਹੜੇ ਮੇਰੇ ਨਾਲ ਬੈਠੇ ਕੰਮ ਕਰ ਰਹੇ ਹੁੰਦੇ ਆ, ਉਹਨਾਂ ਨੂੰ ਮੈਂ ਇਹ ਗੱਲ ਕਹਿ ਦਿੰਦਾ ਹੁੰਦਾ ਕਿ ਯਾਰ ਮੈਂ ਵਰਡ ਦਾ ਡਾਕੂਮੈਂਟ ਇੱਕ ਬਣਾਇਆ ਹੈ, ਠੀਕ ਆ। ਇਹਨੂੰ ਹੁਣ ਮੈਂ PDF 'ਚ ਬਣਾ ਕੇ ਪ੍ਰਿੰਟ ਆਊਟ ਕਢਾ ਕੇ ਸਟੂਡੈਂਟਸ ਨੂੰ ਦੇਣਾ ਹੈ। ਇਸ ਤੋਂ ਪਹਿਲਾਂ ਮਾੜਾ ਜਿਹਾ ਚੈੱਕ ਕਰ ਲਾ ਕਿ ਇਹ ਠੀਕ ਲਿਖਿਆ ਹੋਇਆ ਕਿ ਨਹੀਂ। ਤਾਂ ਉਹਨਾਂ 'ਚੋਂ ਕਈ ਪਤਾ ਮੈਨੂੰ ਕੀ ਕਹਿੰਦੇ ਆ ਕਿ ਜੀ ਜਿਹੜਾ ਤੁਸੀਂ ਡਾਕੂਮੈਂਟ ਬਣਾਇਆ ਨਾ ਇਹ ਲੈਪਟਾਪ 'ਤੇ ਜਾਂ ਕੰਪਿਊਟਰ 'ਤੇ ਬਣਾਇਆ ਹੋਇਆ, ਜਾਂ ਇਹ ਕਹਿ ਲਓ ਕਿ ਇਹ MS ਵਰਡ ਦੇ ਵਿੱਚ ਲਿਖਿਆ ਹੋਇਆ ਹੈ, ਅਤੇ ਸਾਡੇ ਵਾਸਤੇ ਇਹ MS ਵਰਡ 'ਚ ਪੜ੍ਹਨਾ ਬਹੁਤ ਔਖਾ ਹੈ।
ठीक है। असल च की हुंदा है जदों मैं डॉकूमेंट बनाउणा जां कोई भी जदों डॉकूमेंट बनाउंदा है सब तो पहलां वो नवां डॉकूमेंट क्रिएट करदा है ते नवां डॉकूमेंट क्रिएट करके उहदे च टाइप करदा है। यही हुंदा सब तो पहला प्रोसीजर कि तुसीं एक नवां डॉकूमेंट बनाया उहनूं क्रिएट करके उहदे च टाइप कीता। असल दे विच की आ वो किसी ना किसी लेआउट च तां पिया ही होया है। असल चो पता किहड़े लेआउट च पिया हुंदा है उहनूं कहंदे आ प्रिंट लेआउट। किहड़ा लेआउट हुंदा वो प्रिंट लेआउट। ਇਹਦਾ मतलब ਇਹ ਆ कि उस फॉर्मेट ਦੇ ਵਿੱਚ ਜਦੋਂ ਤੁਹਾਡੇ ਕੰਪਿਊਟਰ ਦੇ ਵਿੱਚ ਉਹ ਡਾਕੂਮੈਂਟ ਪਿਆ ਹੈ ਉਹ ਪ੍ਰਿੰਟ ਹੋਣ ਤੋਂ ਬਾਅਦ ਕਿਵੇਂ ਆਊਗਾ ਉੱਥੋਂ ਪਤਾ ਲੱਗ ਰਿਹਾ ਹੁੰਦਾ ਆਪਾਂ ਨੂੰ। ਪਰ ਜਦੋਂ ਵੀ ਭਲੇ ਮਾਨਸ ਨੇ ਕਿਸੇ ਨੇ ਉਹਨੂੰ ਪੜ੍ਹਨਾ ਹੈ ਪ੍ਰਿੰਟ ਲੇਆਊਟ ਦੇ ਵਿੱਚ ਕੋਈ ਵੀ ਡਾਕੂਮੈਂਟ ਪੜ੍ਹਨਾ ਸੌਖਾ ਹੈ ਹੀ ਨਹੀਂ। ਉਹਨੂੰ ਪਤਾ ਕੀ ਕਰਨਾ ਚਾਹੀਦਾ ਹੈ ਉਸੇ ਡਾਕੂਮੈਂਟ ਨੂੰ ਐਵੇਂ ਦੇ ਫਾਰਮ 'ਚ ਕਨਵਰਟ ਕਰ ਲੈਣਾ ਚਾਹੀਦਾ ਹੈ ਕਿ ਉਹ ਐਵੇਂ ਲੱਗੇ ਜਿਵੇਂ ਤੁਸੀਂ ਸਾਹਮਣੇ ਕੋਈ ਕਿਤਾਬ ਪਈ ਪੜ੍ਹ ਰਹੇ ਹੋ। ਉਹਦੇ ਵਾਸਤੇ ਉਹਨੂੰ ਇੱਥੇ ਜਾਣਾ ਪਊਗਾ, ਇਸ ਜਗ੍ਹਾ ਤੇ ਜਾਣਾ ਪਊਗਾ। ਇਸ ਜਗ੍ਹਾ ਤੇ ਜਾ ਕੇ ਉਹ ਸੈਂਟਰ ਵਾਲੇ ਤੇ ਕਲਿੱਕ ਕਰੇ। ਇਹ ਜਿਹੜਾ ਸੈਂਟਰ ਵਾਲਾ ਨਾ ਇਹ ਰੀਡਿੰਗ ਲੇਆਊਟ ਆ। ਫਿਰ ਉਹਦੇ ਕੰਪਿਊਟਰ ਤੇ ਹੀ ਉਹ ਡਾਕੂਮੈਂਟ ਐਵੇਂ ਖੁੱਲ੍ਹ ਜੂਗਾ ਜਿਵੇਂ ਕਿਤਾਬ ਖੁੱਲ੍ਹੀ ਆ ਤੇ ਉਹਨੂੰ ਪੜ੍ਹਨਾ ਕਿਤਾਬ ਦਾ ਪੇਜ ਜਿਵੇਂ ਕਿਤਾਬ ਦਾ ਪੇਜ ਹੁੰਦਾ ਉਵੇਂ। ਜਦੋਂ ਤੁਸੀਂ ਉਹਨੂੰ ਪੇਜ ਵਾਂਗ ਪੜ੍ਹੋਗੇ ਸ਼ਾਇਦ ਉਹ ਪੜ੍ਹਨਾ ਉਨਾ ਸੌਖਾ ਨਹੀਂ ਗਾ। ਫਿਰ ਇੱਕ ਬੰਦਾ ਹੋਰ ਆ ਗਿਆ ਮੈਨੂੰ ਕਹਿੰਦਾ ਜੀ ਇਹ ਡਾਕੂਮੈਂਟ ਛਪਵਾ ਕਿਉਂ ਰਹੇ ਹੋ ਜਾਂ ਟਾਈਪ ਕਿਉਂ ਕਰਾ ਰਹੇ ਹੋ। ਉਹ ਮੈਂ ਕਹੂੰਗਾ ਯਾਰ ਮਾਸਟਰ ਕਲਾਸਿਸ ਪਟਿਆਲਾ ਦੀ ਜਿਹੜੀ ਵੈਬਸਾਈਟ ਬਣਾਈ ਆ ਨਾ ਉਹਦੇ ਹੋਮ ਪੇਜ ਤੇ ਨਾ ਜਿਵੇਂ ਕੋਈ ਜਾਣਕਾਰੀ ਦੇਣੀ ਆ, ਠੀਕ ਆ। ਉਹ ਮੈਨੂੰ ਕਹੂਗਾ ਅੱਛਾ ਇਟ ਮੀਨਸ ਤੂੰ ਜਿਹੜਾ ਡਾਕੂਮੈਂਟ ਵਰਡ ਦੇ ਵਿੱਚ ਲਿਖਿਆ ਹੈ ਇਹਨੂੰ ਬਾਅਦ 'ਚ ਤੂੰ ਆਪਣੀ ਵੈਬਸਾਈਟ ਤੇ ਪਾਉਣਾ ਹੈ। ਮੈਂ ਕਹੂੰਗਾ ਬਿਲਕੁਲ ਪਾਉਣਾ ਹੈ। ਅਗਲਾ ਮੈਨੂੰ ਸਭ ਤੋਂ ਪਹਿਲੀ ਗੱਲ ਪਤਾ ਕੀ ਕਹੂਗਾ ਕਿ ਤੂੰ ਇੱਦਾਂ ਕਰ ਤੈਨੂੰ ਪਤਾ ਕਿ ਵੈਬਸਾਈਟ ਤੇ ਜਦੋਂ ਤੇਰਾ ਡਾਕੂਮੈਂਟ ਜਾਊਗਾ ਕਿਵੇਂ ਦਿਸੂਗਾ। ਆ ਜਿਹੜੀਆਂ ਵਿੱਚ ਫੋਟੋਗ੍ਰਾਫਸ ਆ ਇਹ ਕਿਵੇਂ ਸੈੱਟ ਹੋਣਗੀਆਂ, ਇਹ ਕਿੱਥੇ ਦਿਸਣਗੀਆਂ ਤੈਨੂੰ ਤੇਰੀ ਵੈਬਸਾਈਟ ਤੇ। ਮੈਂ ਕਹੂੰਗਾ ਕੋਈ ਚੱਕਰ ਹੀ ਨਹੀਂ, ਮੈਂ ਵਿਕੀਪੀਡੀਆ ਤੇ ਦੇਖ ਲੈਣਾ ਜਿਵੇਂ ਵਿਕੀਪੀਡੀਆ ਖੁੱਲਿਆ। ਉਹ ਕੋ ਵਿਕੀਪੀਡੀਆ ਤੇ ਤੇਰਾ ਡਾਕੂਮੈਂਟ ਥੋੜਾ ਪਿਆ ਹੈ। ਤੂੰ ਆਪਣੀ ਡਾਕੂਮੈਂਟ ਨੂੰ ਜੇ ਇਹ ਦੇਖਣਾ ਹੈ ਕਿ ਇਹ ਵੈਬਸਾਈਟ ਤੇ ਕਿਵੇਂ ਖੁੱਲੂਗਾ ਤੂੰ ਇੱਦਾਂ ਕਰ ਇੱਥੇ ਕਲਿੱਕ ਕਰ ਤੀਸਰੇ ਪਾਸੇ ਉਹ ਵੈਬ ਲੇਆਊਟ ਆ। ਉੱਥੋਂ ਤੈਨੂੰ ਇਹ ਪਤਾ ਲੱਗ ਜੂਗਾ ਕਿ ਜੇ ਇਹ ਤੇਰਾ ਡਾਕੂਮੈਂਟ ਵੈਬਸਾਈਟ ਤੇ ਪਵੇ ਤਾਂ ਉਹ ਕਿਵੇਂ ਦਿਸੂਗਾ। ਰੀਡਿੰਗ ਲੇਆਊਟ ਆ ਕਿ ਜਦੋਂ ਇਹ ਕਿਤਾਬ ਬਣ ਕੇ ਬਾਹਰ ਆਊਗਾ ਤੇ ਕਿਵੇਂ ਦਿਸੂਗਾ। ਪ੍ਰਿੰਟ ਲੇਆਊਟ ਆ ਕਿ ਜੇ ਤੂੰ ਇਹਦਾ ਡਾਇਰੈਕਟ ਪ੍ਰਿੰਟ ਕੱਢੇਗਾ ਤਾਂ ਉਹ ਪ੍ਰਿੰਟ ਕਿਵੇਂ ਦਿਸੂਗਾ। ਇਟ ਮੀਨਸ ਇੱਕ ਸਵਾਲ ਤੁਹਾਡੇ ਸਾਹਮਣੇ ਪੱਕਾ ਕਿ ਇਹ ਲੇਆਊਟ ਕੀ ਹੁੰਦੇ ਆ ਕਲੀਅਰ ਹੋ ਗਿਆ। ਲੇਆਊਟ ਦਾ ਮਤਲਬ ਆ ਕਿ ਤੁਹਾਡਾ ਬਣਾਇਆ ਹੋਇਆ ਡਾਕੂਮੈਂਟ ਤੁਸੀਂ ਪ੍ਰਿੰਟ ਦੇ ਫਾਰਮ 'ਚ ਦੇਖਣਾ ਹੈ ਤਾਂ ਪ੍ਰਿੰਟ ਲੇਆਊਟ 'ਚ ਜਾਓ। ਤੁਸੀਂ ਰੀਡਿੰਗ ਫਾਰਮੈਟ 'ਚ ਦੇਖਣਾ ਹੈ ਤਾਂ ਤੁਸੀਂ ਰੀਡਿੰਗ ਲੇਆਊਟ 'ਚ ਜਾਓ। ਤੁਸੀਂ ਉਹਨੂੰ ਵੈਬਸਾਈਟ ਤੇ ਦੇਖਣਾ ਚਾਹੁੰਦੇ ਹੋ ਕਿ ਉਹ ਕਿਵੇਂ ਦਿਸੂਗਾ ਤਾਂ ਤੁਸੀਂ ਵੈਬ ਲੇਆਊਟ 'ਚ ਜਾਓ। ਪਰ ਇਸ ਤੋਂ ਬਾਅਦ ਵੀ ਇੱਕ ਕਹਾਣੀ ਆ ਹੋਰ ਜਿਹੜੀ ਕਿ ਇਸ ਤੋਂ ਵੀ ਵੱਧ ਖਤਰਨਾਕ ਆ ਕਿ ਬਈ ਜਦੋਂ ਤੁਸੀਂ ਇੱਕ ਡਾਕੂਮੈਂਟ ਆਪਣਾ ਬਣਾਉਂਦੇ ਹੋ ਟਾਈਪ ਕਰਦੇ ਹੋ ਤੁਸੀਂ ਕੋਈ ਛੇੜਖਾਨੀ ਨਹੀਂ ਕੀਤੀ ਬਾਏ ਡਿਫਾਲਟ। ਉਹਨੂੰ ਆਪਾਂ ਪੰਜਾਬੀ 'ਚ ਕੀ ਕਹਿੰਦੇ ਆ ਕਿ ਜਦੋਂ ਸ਼ੁਰੂ ਕੀਤਾ ਹੈ ਉਦੋਂ ਵੀ ਤਾਂ ਡਾਕੂਮੈਂਟ ਦਾ ਕੋਈ ਇੱਕ ਲੇਆਊਟ ਹੋਊਗਾ ਹੀ। ਉਹ ਕਿਹੜਾ ਲੇਆਊਟ ਹੁੰਦਾ ਹੈ ਬਾਏ ਡਿਫਾਲਟ ਜਿਹੜਾ ਲੇਆਊਟ ਹੁੰਦਾ ਹੈ ਦੈਟ ਇਜ਼ ਪ੍ਰਿੰਟ ਲੇਆਊਟ। ਉਹ ਕਿਹੜਾ ਹੁੰਦਾ ਹੈ ਪ੍ਰਿੰਟ ਲੇਆਊਟ। ਅੱਜ ਕੱਲ੍ਹ ਸਵਾਲ 'ਚ ਨਾ ਇੱਕ ਨਵਾਂ ਟ੍ਰੈਂਡ ਆ ਗਿਆ ਕਿ ਜੀ ਚਲੋ ਠੀਕ ਆ ਕਿ ਤੁਸੀਂ ਆਪਣਾ ਜਿਹਦਾ ਤੁਸੀਂ ਡਾਕੂਮੈਂਟ ਟਾਈਪ ਕਰਨਾ ਹੈ ਤੁਸੀਂ ਉਹਦਾ ਸਾਈਜ਼ 14 ਦੇਣਾ ਹੈ ਕਿ 16 ਦੇਣਾ ਹੈ ਕਿ 24 ਦੇਣਾ ਹੈ ਕਿ 32 ਦੇਣਾ ਤੁਹਾਡੀ ਸਿਰਦਰਦੀ ਆ। ਪਰ ਤੁਸੀਂ ਇਹ ਦੱਸੋ ਕਿ ਜਦੋਂ ਤੁਹਾਡਾ ਡਾਕੂਮੈਂਟ ਬਣਦਾ ਹੈ ਜਦੋਂ ਜਸਟ ਤੁਹਾਡਾ ਡਾਕੂਮੈਂਟ ਬਣਦਾ ਹੈ ਬਾਏ ਡਿਫਾਲਟ ਜਦੋਂ ਡਾਕੂਮੈਂਟ ਓਪਨ ਹੁੰਦਾ ਹੈ ਤਾਂ ਉਦੋਂ ਉਹਦਾ ਸਾਈਜ਼ ਕੀ ਹੁੰਦਾ ਹੈ 11। ਉਦੋਂ ਆਪਾਂ ਨੂੰ ਇਹੋ ਜਿਹੇ ਕਈ ਪ੍ਰਕਾਰ ਦੇ ਸਵਾਲ ਜਿਹੜੇ ਆ ਜੀ ਤੁਹਾਡੇ ਸਾਹਮਣੇ ਆਪਾਂ ਨੂੰ ਪਰੇਸ਼ਾਨ ਕਰ ਸਕਦੇ ਆ। ਹੁਣ ਤੁਸੀਂ ਇੱਕ ਗੱਲ ਦੇਖੋ ਤੁਸੀਂ ਮੈਨੂੰ ਇਹ ਕਹੋਗੇ ਕਿ ਜਿਹੜਾ ਆ ਅੱਖਰ ਆ ਨਾ ਲਾਰਜ ਲਿਖਿਆ ਇਹ ਇਸ ਅੱਖਰ ਦਾ ਫੇਸ ਦਾ ਮਤਲਬ ਇਹ ਆ ਅੱਖਰ ਲਾਰਜ ਐਵੇਂ ਵੀ ਲਿਖਿਆ ਹੈ ਕੀ ਪਤਾ ਮੈਂ ਲਾਰਜ L ਐਵੇਂ ਪਾਇਆ ਹੋਵੇ LARGE ਕਿਸੇ ਜਗ੍ਹਾ ਤੇ L ਐਵੇਂ ਪਿਆ ਹੋਵੇ A ਐਵੇਂ ਪਿਆ ਹੋਵੇ R ਐਵੇਂ ਪਿਆ ਹੋਵੇ G ਐਵੇਂ ਪਿਆ ਹੋਵੇ A ਐਵੇਂ ਪਿਆ ਹੋਵੇ। ਅਸਲ ਦੇ ਵਿੱਚ ਇਹਦੇ 'ਚ ਕੀ ਆ ਅਸਲ 'ਚ ਇਹ ਕੁਛ ਨਹੀਂ ਗਾ। ਇਹ ਜਿਹੜਾ ਮੇਰਾ ਫੌਂਟ ਆ ਨਾ ਇਹਦੇ 'ਚ ਸ਼ਾਇਦ ਮੈਂ ਫੌਂਟ ਦਾ ਕੋਈ ਹੋਰ ਫੇਸ ਵਰਤਿਆ ਹੈ। ਇੱਥੇ ਮੈਂ ਫੌਂਟ ਦਾ ਕੋਈ ਹੋਰ ਫੇਸ ਵਰਤਿਆ ਹੈ। ਸ਼ਾਇਦ ਇੱਕ ਫੌਂਟ ਦਾ ਫੇਸ ਇਹ ਵੀ ਹੋ ਸਕਦਾ LARGE ਆ ਵੀ ਇੱਕ ਫੇਸ ਆ। ਇਟ ਮੀਨਸ ਮੇਰੇ ਡਾਕੂਮੈਂਟ ਦੇ ਵਿੱਚ ਗੌਰ ਕਰਿਓ ਤੁਸੀਂ ਆਹ ਚੀਜ਼ ਤੇ ਫੋਕਸ ਕਰੋ। ਆਹ ਵਾਲੀ ਚੀਜ਼ ਜਿਹੜੀ ਮੈਂ ਦੱਸਣੀ ਚਾਹੁੰਦਾ ਹੈ ਇੱਥੋਂ ਮੈਂ ਇਹਦੇ ਉੱਪਰ ਇੱਥੋਂ ਇਹ ਪਤਾ ਲੱਗਦਾ ਹੈ ਕਿ ਤੁਸੀਂ ਆਪਣਾ ਡਾਕੂਮੈਂਟ ਕਿਹੜੇ ਫੇਸ 'ਚ ਲਿਖਣਾ ਚਾਹੁੰਦੇ ਹੋ। ਤੁਸੀਂ ਇਸ ਪੋਰਸ਼ਨ ਤੇ ਜਦੋਂ ਤੁਸੀਂ ਹੋਮ ਤੇ ਜਾਓਗੇ ਨਾ ਇੱਥੇ ਤੁਹਾਨੂੰ ਪਤਾ ਕੀ ਲਿਖਿਆ ਮਿਲੂਗਾ ਟਾਈਮਜ਼ ਰੋਮਨ ਜਾਂ ਇੱਥੇ ਲਿਖਿਆ ਮਿਲੂਗਾ ਏਰੀਅਲ ਜਾਂ ਇੱਥੇ ਲਿਖਿਆ ਮਿਲੂਗਾ ਫਲਾਣਾ ਫਲਾਣਾ ਫਲਾਣਾ। ਤੁਸੀਂ ਕਹੋਗੇ ਇਸ ਚੀਜ਼ ਦੀ ਕੋਈ ਅਹਿਮੀਅਤ ਹੈਗੀ ਆ। ਤੁਸੀਂ ਇੱਥੇ ਕਈ ਫੇਸ ਇਹੋ ਜਿਹੇ ਦੇਖੋਗੇ ਜਿਹੜੇ ਕੀ ਆ ਡਿਜ਼ਾਈਨੇਬਲ ਜੇ ਆ ਡਿਜ਼ਾਈਨਿੰਗ ਜੇ ਆ ਥੋੜੇ ਜਿਹੇ ਫੇਸ ਕਈ ਇਹੋ ਜਿਹੇ ਆ।
ਹੁਣ ਤੁਸੀਂ ਕਹੋਗੇ ਇਹਦੀ ਕਿਸੇ ਬੰਦੇ ਨੂੰ ਲੋੜ ਪੈਂਦੀ ਆ? ਤੁਹਾਨੂੰ ਪਤਾ ਕਾਇਦੇ ਦੇ ਮੁਤਾਬਕ ਪੁਲਿਸ ਇਹ ਇਨਸਟਰਕਸ਼ਨਸ ਦੇ ਚੁੱਕੀ ਆ ਕਿ ਜਿਹੜੀ ਵੀ ਨੰਬਰ ਪਲੇਟ ਤੁਸੀਂ ਕਿਸੇ ਤੋਂ ਟਾਈਪ ਕਰਾ ਕੇ ਆਪਣੇ ਮੋਟਰਸਾਈਕਲ ਤੇ ਜਾਂ ਕਾਰ ਤੇ ਲਾਉਣੀ ਆ ਨਾ, ਉਹ ਟਾਈਮਜ਼ ਰੋਮਨ 'ਚ ਹੋਣੀ ਚਾਹੀਦੀ ਆ। ਕਿਹਦੇ 'ਚ ਹੋਣੀ ਚਾਹੀਦੀ ਆ? ਟਾਈਮਜ਼ ਰੋਮਨ 'ਚ ਹੋਊਗੀ ਤਾਂ ਤੁਹਾਡਾ ਚਲਾਨ ਨਹੀਂ ਹੋਊਗਾ। ਜੇ ਤੁਸੀਂ ਟਾਈਮਜ਼ ਰੋਮਨ ਤੋਂ ਬਿਨਾਂ ਕਿਸੇ ਹੋਰ ਡਿਜ਼ਾਈਨ 'ਚ ਆਪਣੀ ਨੰਬਰ ਪਲੇਟ ਡਿਜ਼ਾਈਨ ਕਰਵਾਉਂਦੇ ਹੋ, ਠੀਕ ਆ, ਤਾਂ ਉਹਦਾ ਚਲਾਨ ਹੋ ਸਕਦਾ, ਬਿਕੋਜ਼ ਉਹਦੀ ਵਿਜ਼ੀਬਿਲਟੀ ਅੱਡ ਹੋ ਸਕਦੀ ਹੈ। ਹੁਣ ਜਿਹੜਾ ਵੀ ਤੁਹਾਡਾ ਡਾਕੂਮੈਂਟ ਮੈਂ ਬਣਾਉਣਾ ਹੈ, ਮੈਂ ਸਭ ਤੋਂ ਪਹਿਲਾਂ ਇਹ ਕੋਸ਼ਿਸ਼ ਕਰਦਾ ਹਾਂ, ਮੈਨੂੰ ਇਹ ਵੀ ਸਲਾਹ ਦੇਣ ਵਾਲੇ ਦਿੰਦੇ ਆ ਕਿ ਤੂੰ ਜਿਹੜਾ ਫੌਂਟ ਫੇਸ ਯੂਜ਼ ਕਰਦਾ ਹੈ ਨਾ, ਉਹ ਫੌਂਟ ਫੇਸ ਟਾਈਮਜ਼ ਰੋਮਨ ਨਾ ਯੂਜ਼ ਕਰ। ਇਹਦੇ ਨਾਲੋਂ ਵੀ ਇੱਕ ਵਧੀਆ ਫੇਸ ਹੋਰ ਆਉਂਦਾ ਹੈ, ਦੈਟ ਇਜ਼ ਏਰੀਅਲ, ਜਿਹਦੇ 'ਚ ਅੱਖਰ ਹੋਰ ਗੋਲ ਹੋ ਕੇ ਤੇ ਥੋੜਾ ਜਿਹਾ ਚੌੜਾ ਹੋ ਕੇ ਸਾਫ਼ ਸੁਥਰਾ ਦਿਸਦਾ ਹੈ। ਮੈਨੂੰ ਕਿਹੜੇ ਟਾਈਪ ਦਾ ਅੱਖਰ ਪਸੰਦ ਆ ਤੇ ਬੱਚਿਆਂ ਨੂੰ ਕਿਹੜੇ ਟਾਈਪ ਦਾ ਕਨਵੀਨੀਅੰਟ ਹੋਊਗਾ, ਉਹ ਸਾਨੂੰ ਪਤਾ ਲੱਗਦਾ ਹੈ ਇਸ ਜਗ੍ਹਾ ਤੋਂ। ਦਿਸ ਇਜ਼ ਕਾਲਡ ਫੌਂਟ ਫੇਸ। ਇਹਨੂੰ ਆਪਾਂ ਕੀ ਕਹਿੰਦੇ ਆ? ਇੱਥੋਂ ਪਤਾ ਲੱਗਦਾ ਸਾਡਾ ਫੌਂਟ ਫੇਸ। ਹੁਣ ਪੇਪਰ 'ਚ ਇੱਕ ਸਵਾਲ ਇਹ ਵੀ ਆ ਜਾਂਦਾ ਹੁੰਦਾ ਹੈ ਕਿ ਜਦੋਂ ਤੁਹਾਡਾ ਡਾਕੂਮੈਂਟ ਬਾਏ ਡਿਫਾਲਟ ਖੁੱਲ੍ਹਦਾ ਹੈ, ਜਦੋਂ ਤੁਸੀਂ ਨਵਾਂ ਡਾਕੂਮੈਂਟ ਛਾਪਦੇ ਹੋ, ਤਾਂ ਉਹਦਾ ਫੌਂਟ ਸਾਈਜ਼ ਕਿੰਨਾ ਹੁੰਦਾ ਹੈ ਤੇ ਫੌਂਟ ਫੇਸ ਕਿਹੜਾ ਹੁੰਦਾ ਹੈ। ਜਿਹੜੇ ਲੋਕ ਤਾਂ ਟਾਈਮਜ਼ 2003 ਤੱਕ ਦੇ ਡਾਕੂਮੈਂਟ ਨੂੰ ਯੂਜ਼ ਕਰਦੇ ਆ, ਉਹ ਨਵਾਂ ਡਾਕੂਮੈਂਟ ਓਪਨ ਕਰਨ, ਉੱਥੇ ਆਊਗਾ ਟਾਈਮਜ਼ ਰੋਮਨ ਤੇ ਸਾਈਜ਼ ਆਊਗਾ 12। ਪਰ ਜਿਹੜੇ 2007 ਤੋਂ ਲੈ ਕੇ 19 ਤੱਕ ਦਾ ਯੂਜ਼ ਕਰਦੇ ਆ, ਹੁਣ ਤੁਸੀਂ ਕਹੋਗੇ ਇਹ ਵੀ ਪੇਪਰ 'ਚ ਆ ਸਕਦਾ ਕਿ 2007 ਕਿ 2013। ਪਿੱਛੇ ਪੇਪਰ ਹੋਏ ਸੀ ਪੰਜਾਬ ਪੁਲਿਸ ਦੇ, ਅਗਲਿਆਂ ਨੇ ਕਹਿ ਕੇ ਗਿਆ ਸੀ ਸਵਾਲ ਕਿ 2019 ਦੇ ਅਕੋਰਡਿੰਗ ਦੱਸੋ। 2019 ਦੇ ਅਕੋਰਡਿੰਗ ਜਿਹੜਾ ਫੌਂਟ ਫੇਸ ਆਉਂਦਾ ਹੈ ਦੈਟ ਇਜ਼ ਕੈਲੀਬਰੀ। ਉਹ ਕਿਹੜਾ ਆਉਂਦਾ ਹੈ? ਕੈਲੀਬਰੀ। ਤੇ ਜਿਹੜਾ ਸਾਈਜ਼ ਹੁੰਦਾ ਹੈ ਦੈਟ ਇਜ਼ 11। ਤੇ 2007 ਤੋਂ ਲੈ ਕੇ 19 ਤੱਕ ਇਹੀ ਚੱਲਦਾ ਆ ਰਿਹਾ ਹੈ। ਤੇ ਇਸ ਤੋਂ ਪਹਿਲਾਂ 2003 'ਚ ਕਿਹੜਾ ਸੀਗਾ? ਟਾਈਮਜ਼ ਰੋਮਨ ਤੇ ਸਾਈਜ਼ ਕਿੰਨਾ ਹੁੰਦਾ ਸੀ? 12। ਕਲੀਅਰ ਹੈ ਗੱਲ? ਖੈਰ, ਮੈਂ ਜਸਟ ਤੁਹਾਨੂੰ ਇਸ ਚੀਜ਼ ਨੂੰ ਦੱਸਣਾ ਚਾਹੁੰਦਾ ਕਿ ਭਾਈ ਮੈਂ ਟੌਪਿਕ ਵਾਈਜ਼ ਬਿਲਕੁਲ ਸਹੀ ਚੱਲ ਰਿਹਾ, ਤੇ ਮੈਂ ਇੱਥੇ ਤੁਹਾਨੂੰ ਸਿਰਫ ਇਹ ਦੱਸਿਆ ਕਿ ਜੀ ਇੱਕ ਲੇਆਊਟ ਹੁੰਦਾ ਹੈ ਪ੍ਰਿੰਟ ਲੇਆਊਟ, ਕਿ ਤੁਹਾਡਾ ਡਾਕੂਮੈਂਟ ਜਦੋਂ ਪ੍ਰਿੰਟ ਹੋਊਗਾ ਕਿਵੇਂ ਦਿਸੂਗਾ। ਤੇ ਵੈਸੇ ਵੀ ਤੁਸੀਂ ਘਬਰਾਉਣ ਦੀ ਲੋੜ ਨਹੀਂ, ਜਦੋਂ ਤੁਸੀਂ ਆਪਣਾ ਨਵਾਂ ਡਾਕੂਮੈਂਟ ਓਪਨ ਕਰਦੇ ਹੋ ਨਾ, ਉਹ ਕਿਹੜੇ ਲੇਆਊਟ 'ਚ ਪਿਆ ਹੁੰਦਾ? ਪਹਿਲਾਂ ਸਟਾਰਟਿੰਗ 'ਚ ਪ੍ਰਿੰਟ ਲੇਆਊਟ 'ਚ। ਰੀਡਿੰਗ ਲੇਆਊਟ 'ਚ ਤਾਂ ਉਹਨੂੰ ਤੁਸੀਂ ਕਰਨਾ ਹੁੰਦਾ ਹੈ, ਘਰੇ ਜਾ ਕੇ ਕਰਕੇ ਦੇਖਿਓ। ਰੀਡਿੰਗ ਲੇਆਊਟ 'ਚ ਨਾ ਜਦੋਂ ਤੁਸੀਂ ਆਪਣੇ ਡਾਕੂਮੈਂਟ ਨੂੰ ਲੈ ਜਾਓਗੇ ਤਾਂ ਬਾਅਦ 'ਚ ਤੁਹਾਨੂੰ ਇੱਕ ਗੱਲ ਪਤਾ ਲੱਗੂਗਾ, ਜੇ ਤੁਹਾਡੇ 'ਚ ਕੋਈ ਵਰਡ 'ਚ ਕੰਮ ਕਰਦਾ ਹੈ, ਰੀਡਿੰਗ ਲੇਆਊਟ 'ਚ ਕੰਮ ਕਰਨਾ ਬਹੁਤ ਔਖਾ ਹੈ। ਰੀਡਿੰਗ ਲੇਆਊਟ 'ਚ ਪੜ੍ਹਨਾ ਹੀ ਸੌਖਾ ਹੈ, ਪਰ ਰੀਡਿੰਗ ਲੇਆਊਟ 'ਚ ਟਾਈਪਿੰਗ ਵੀ ਔਖੀ ਆ, ਤੇ ਉਹਨੂੰ ਕਾਪੀ ਕਰਕੇ ਕਿਸੇ ਹੋਰ ਵੈਬਸਾਈਟ ਤੋਂ ਉੱਥੇ ਪੇਸਟ ਕਰਨਾ ਵੀ ਔਖਾ ਹੈ, ਅਜੀਬ ਜਿਹਾ ਲੱਗਦਾ ਹੈ। ਤੇ ਵੈਬ ਲੇਆਊਟ 'ਚ ਸਿਰਫ ਇਹ ਪਤਾ ਲੱਗ ਸਕਦਾ ਕਿ ਵੈਬਸਾਈਟ ਤੇ ਪਿਆ ਕਿਵੇਂ ਲੱਗੂਗਾ, ਕੰਮ ਕਰਨਾ ਉਹਦੇ 'ਚ ਵੀ ਔਖਾ ਹੈ। ਇਹ ਨਹੀਂਗਾ ਕਿ ਜਦੋਂ ਤੁਸੀਂ ਆਪਣੇ ਡਾਕੂਮੈਂਟ 'ਚ ਨੂੰ ਵੈਬ ਲੇਆਊਟ 'ਚ ਲੈ ਜਾਓਗੇ ਫਿਰ ਉਹ ਕਾਪੀ ਪੇਸਟ ਹੋਣਾ ਬੰਦ ਹੋ ਜਾਊਗਾ, ਐਵੇਂ ਦਾ ਕੁਝ ਨਹੀਂ ਹੁੰਦਾ, ਸਭ ਕੁਝ ਉਵੇਂ ਚੱਲੂਗਾ। ਪਰ ਕਨਵੀਨੀਅੰਟ ਪ੍ਰਿੰਟ ਲੇਆਊਟ 'ਚ ਕੰਮ ਕਰਨਾ, ਠੀਕ ਆ। ਡਾਕੂਮੈਂਟ ਬਣਾਉਣਾ ਸਭ ਤੋਂ ਕਨਵੀਨੀਅੰਟ ਕਿਹਦੇ 'ਚ ਆ? ਪ੍ਰਿੰਟ ਲੇਆਊਟ 'ਚ। ਉਮੀਦ ਕਰਦਾ ਕਿ ਪ੍ਰਿੰਟ ਲੇਆਊਟ, ਫੁੱਲ ਸਕਰੀਨ, ਵੈਬ ਲੇਆਊਟ, ਆਊਟਲਾਈਨ ਲੇਆਊਟ ਜਿਹੜਾ ਹੁੰਦਾ ਉਹ ਬਸ ਇਹ ਹੁੰਦਾ ਹੈ ਕਿ ਜਿਹੜਾ ਡਾਕੂਮੈਂਟ ਆ, ਹੁਣ ਜਿਵੇਂ ਸਪੋਜ਼ ਕਰੋ ਮੈਂ ਲਿਖਿਆ ਕਿ ਰਾਮ ਇਜ਼ ਏ ਗੁੱਡ ਬॉय ਫਲਾਂ ਫਲਾਂ ਫਲਾਂ, ਇੱਥੇ ਮੈਂ ਬਿੰਦੀ ਪਾ ਕੇ ਲਿਖਤਾ ਕਿ ਹੀ ਇਜ਼ ਵੈਰੀ ਨਾਈਸ, ਉਹ ਹੀ ਇੱਥੇ ਆ ਗਿਆ, ਹੀ ਇਜ਼ ਵੈਰੀ ਨਾਈਸ। ਅਸਲ ਦੇ ਵਿੱਚ ਮੈਂ ਫਿਰ ਇਸ ਤੋਂ ਬਾਅਦ ਅਗਲਾ ਪੈਰਾ ਆ ਗਿਆ ਕਿ ਸ਼ਾਮ ਇਜ਼ ਦਿਸ ਔਰ ਦਿਸ ਦੈਟ, ਠੀਕ ਆ। ਮੈਂ ਇੱਕ ਡਾਕੂਮੈਂਟ ਇੰਨੇ ਸਾਈਜ਼ 'ਚ ਲਿਖਣਾ, ਇੱਥੇ ਲੈ ਕੇ ਇੱਥੋਂ ਤੱਕ ਮੇਰਾ ਰੂਲਰ ਸੀਗਾ, ਠੀਕ ਆ। ਮੈਂ ਇੱਥੋਂ ਲਾਈਨ ਸ਼ੁਰੂ ਕੀਤੀ ਤੇ ਬਾਈ ਚਾਂਸ, ਵੈਸੇ ਇੱਕ ਗੱਲ ਹੋਰ, ਇਹ ਕੋਈ ਗਰੰਟੀ ਥੋੜਾ ਹੈ ਕਿ ਮੇਰਾ ਫੁੱਲ ਸਟਾਪ ਡਾਕੂਮੈਂਟ ਦੇ ਐਂਡ 'ਚ ਹੀ ਆਵੇ, ਲਾਈਨ ਦੇ ਐਂਡ 'ਚ, ਇਹ ਤਾਂ ਨਹੀਂ ਪੋਸੀਬਲ। ਫੁੱਲ ਸਟਾਪ ਤਾਂ ਕਿਤੇ ਵੀ ਆ ਸਕਦਾ ਹੈ। ਮੰਨ ਲਓ ਮੇਰਾ ਫੁੱਲ ਸਟਾਪ ਇੱਥੇ ਆਇਆ ਬਿਲਕੁਲ ਐਂਡ 'ਚ, ਤੇ ਉਸ ਤੋਂ ਅਗਲਾ ਅੱਖਰ ਮੈਂ ਲਿਖਣਾ ਚਾਹੁੰਦਾ ਹੀ, ਉਹ ਆਪਣੇ ਆਪ ਅਗਲੀ ਲਾਈਨ 'ਚ ਚਲੇ ਗਿਆ, ਠੀਕ ਆ। ਮੈਨੂੰ ਐਵੇਂ ਦਾ ਭੁਲੇਖਾ 6-7 ਜਗ੍ਹਾ ਤੇ ਪੈ ਗਿਆ। ਮੈਂ ਚਾਹੁੰਦਾ ਕਿ ਯਾਰ ਹੀ ਜਿਹੜਾ ਹੈ ਉਹ ਪੈਰਾ ਤਾਂ ਨਹੀਂ ਮੈਂ ਬਦਲਿਆ, ਮੈਨੂੰ ਐ ਭੁਲੇਖਾ ਜਿਹਾ ਪੈ ਗਿਆ ਕਿ ਹੀ ਥੱਲੇ ਆ ਗਿਆ, ਸ਼ਾਇਦ ਪੈਰਾ ਬਦਲ ਗਿਆ ਹੋਵੇ। ਮੇਰੇ ਦਿਮਾਗ 'ਚ ਇਹ ਚੀਜ਼ ਆ ਗਈ ਕਿ ਹੀ ਤੇ ਸ਼ਾਇਦ ਪੈਰਾ ਬਦਲ ਗਿਆ, ਪਰ ਮੈਂ ਹੁਣ ਕਿਵੇਂ ਕਨਫਰਮ ਕਰਾਂ ਕਿ ਹੀ ਤੇ ਪੈਰਾ ਬਦਲ ਗਿਆ, ਕਿ ਹੀ ਉਸੇ ਦੀ ਹੀ ਅਗਲੀ ਲਾਈਨ ਅੱਗੇ ਆਈ ਹੋਈ ਹੈ। ਤਾਂ ਮੈਂ ਕੀ ਕਰੂੰਗਾ, ਮੈਂ ਲੈ ਜਾਊਂਗਾ ਕਿਹੜੇ ਲੇਆਊਟ 'ਚ? ਆਊਟਲਾਈਨ ਲੇਆਊਟ 'ਚ। ਜਿੱਥੇ ਪੈਰਾ ਬਦਲਿਆ ਉਹਦੇ ਅੱਗੇ ਲਾਈਨਾਂ ਮਾਰ ਦੂਗਾ, ਮੈਨੂੰ ਪਤਾ ਲੱਗ ਜੂਗਾ ਕਿ ਅੱਛਾ ਮੈਂ ਆਪਣੇ ਪੈਰੇ ਇੱਥੋਂ ਬਦਲੇ ਆ। ਤੇ ਜੇ ਹੀ ਦੇ ਅੱਗੇ ਉਹ ਲਾਈਨ ਨਹੀਂ ਲੱਗੀ ਹੋਈ, ਇਟ ਮੀਨਸ ਹੀ ਕੁਦਰਤੀ ਹੀ ਅਗਲੀ ਲਾਈਨ 'ਚ ਆਇਆ ਹੈ, ਹੀ ਤੋਂ ਬਾਅਦ ਮੈਂ ਪੈਰਾ ਨਹੀਂ ਬਦਲਿਆ। ਤਾਂ ਆਊਟਲਾਈਨ ਲੇਆਊਟ ਵੀ ਇੱਕ ਤਰੀਕਾ ਹੈ। ਤੁਸੀਂ ਕਹੋਗੇ ਕੀ ਪੇਪਰ 'ਚ ਆਊਗਾ ਇਹਦੇ 'ਚੋਂ? ਬਸ ਇੱਕ ਚੀਜ਼ ਪੇਪਰ 'ਚ ਆਊਗੀ, ਆਪਸ਼ਨ ਪਤਾ ਕੀ ਪੁੱਛਦੇ ਆ ਕਿ ਇਹ ਲੇਆਊਟ ਜਿਹੜੇ ਕੁਇਕਲੀ ਜੇ ਤੁਸੀਂ ਅਸੈਸ ਕਰਨੇ ਆ ਤਾਂ ਤੁਹਾਨੂੰ ਕਿਹੜੀ ਬਾਰ ਤੇ ਜਾਣਾ ਪਊਗਾ? ਸਟੇਟਸ ਬਾਰ ਤੇ। ਉੱਥੇ ਕੁਇਕ ਪਏ ਹੋਇਆ, ਕੁਇਕ ਦਾ ਮਤਲਬ ਸਾਹਮਣੇ ਪਏ ਜਿੱਥੋਂ ਚੱਕ ਸਕਦੇ ਹੋ। ਦੂਜਾ ਸਵਾਲ ਪੇਪਰ 'ਚ ਆਊਗਾ ਕਿ ਬਾਏ ਡਿਫਾਲਟ ਕਿਹੜਾ ਲੇਆਊਟ ਹੁੰਦਾ ਹੈ, ਤਾਂ ਉਹ ਕਿਹੜਾ ਹੁੰਦਾ ਭਲਾ? ਪ੍ਰਿੰਟ ਲੇਆਊਟ। ਤੀਸਰਾ ਪੇਪਰ 'ਚ ਇਹ ਆਊਗਾ ਕਿ ਹੇਠ ਲਿਖਿਆ
ਲਿਖਿਆਂ ਦੇ ਵਿੱਚੋਂ ਕਿਹੜਾ ਲੇਆਊਟ ਨਹੀਂਗਾ, ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਲੇਆਊਟ ਦੀ ਫਾਰਮ ਨਹੀਂਗੀ, ਰੱਟਾ ਮਾਰ ਲਿਓ। ਇੱਕ ਡਰਾਫਟ ਵਿਊ ਹੁੰਦਾ ਹੈ, ਪੜ੍ਹਨ ਸਮਝਣ ਦੀ ਲੋੜ ਹੀ ਨਹੀਂ। ਇੱਕ ਆਊਟਲਾਈਨ ਵਿਊ ਹੁੰਦਾ ਹੈ, ਇੱਕ ਵੈਬ ਲੇਆਊਟ ਹੁੰਦਾ ਹੈ, ਇੱਕ ਪ੍ਰਿੰਟ ਲੇਆਊਟ ਹੁੰਦਾ ਹੈ, ਇੱਕ ਫੁੱਲ ਸਕਰੀਨ ਲੇਆਊਟ ਹੁੰਦਾ ਹੈ। ਇਹ ਕੁਝ ਲੇਆਊਟ ਨੇ ਜਿਹੜੇ ਸਾਡੇ ਵਾਸਤੇ ਇੰਪੋਰਟੈਂਟ ਆ ਯਾਦ ਕਰਨੇ, ਤੇ ਜਿਹੜੇ ਸਾਨੂੰ ਪ੍ਰੈਕਟੀਕਲੀ ਪਤਾ ਹੋਣੇ ਚਾਹੀਦੇ ਆ ਉਹ ਤਿੰਨ ਹੀ ਆ। ਆਊਟਲਾਈਨ ਵੀ ਨਹੀਂ ਸਾਨੂੰ ਕੋਈ ਬਾਹਲਾ ਚੱਕਰ ਪਾਉਂਦਾ, ਸਾਨੂੰ ਤਾਂ ਤਿੰਨ ਪਤਾ ਹੋਣੇ ਚਾਹੀਦੇ ਆ। ਪ੍ਰਿੰਟ ਲੇਆਊਟ, ਦੂਜਾ ਕਿਹੜਾ ਦੱਸਿਆ ਸੀ ਮੈਂ, ਆਊਟਲਾਈਨ ਵੀ ਨਹੀਂ ਪਤਾ ਹੋਣਾ ਚਾਹੀਦਾ, ਦੂਜਾ ਵੈਬ ਲੇਆਊਟ, ਤੇ ਤੀਸਰਾ ਕਿਹੜਾ ਸੀ ਆਪਣੇ ਕੋਲ, ਰੀਡਿੰਗ ਲੇਆਊਟ। ਵੈਸੇ ਇਸ ਤੋਂ ਬਿਨਾ ਇੱਕ ਫੁੱਲ ਸਕਰੀਨ ਵੀ ਹੁੰਦਾ ਹੈ, ਇੱਕ ਉਸ ਤੋਂ ਬਿਨਾ ਫੁੱਲ ਸਕਰੀਨ ਹੁੰਦਾ ਹੈ, ਤੇ ਇੱਕ ਹੁੰਦਾ ਡਰਾਫਟ। ਕਿਸੇ ਨੂੰ ਕੋਈ ਡਾਊਟ? ਲਾਸਟ 'ਚ ਇੱਕ ਚੀਜ਼ ਹੋਰ ਆਪਣੇ ਕੋਲ ਜਿਹੜੀ ਇਸ ਤੋਂ ਬਾਅਦ ਆਪਾਂ ਨਾਲ ਇਹ ਵੀ ਜ਼ਰੂਰ ਕਰ ਲਈਏ, ਦੈਟ ਇਜ਼ ਜ਼ੂਮ ਸਲਾਈਡਰ। ਜ਼ੂਮ ਸਲਾਈਡਰ ਕੀ ਆ? ਜਦੋਂ ਤੁਹਾਨੂੰ ਡਾਕੂਮੈਂਟ ਤੁਹਾਨੂੰ ਕਿਸੇ ਨੇ ਕਹਿਤਾ ਕਿ ਤੁਸੀਂ ਕੈਲੀਬਰੀ 11 'ਚ ਹੀ ਲਿਖਣਾ ਹੈ ਬਸ, ਜੇ ਤੁਸੀਂ ਆਪਣੇ ਵੱਲੋਂ ਅੱਖਰ ਵੱਡਾ ਕਰਕੇ ਦੇਖਣਾ ਤਾਂ ਦੇਖ ਲਓ, ਉਹਦੇ 'ਚ ਸਾਡੀ ਕੋਈ ਸਿਰਦਰਦੀ ਨਹੀਂ, ਪਰ ਤੁਸੀਂ ਸਾਈਜ਼, ਫੌਂਟ ਦਾ ਸਾਈਜ਼ ਤੇ ਫੌਂਟ ਦਾ ਫੇਸ ਚੇਂਜ ਨਹੀਂ ਕਰ ਸਕਦੇ। ਫੌਂਟ ਫੇਸ 11 ਰੱਖੋ ਤੇ ਫੌਂਟ ਫੇਸ ਕੈਲੀਬਰੀ ਰੱਖੋ ਤੇ ਫੌਂਟ ਸਾਈਜ਼ 11 ਰੱਖੋ। ਅੱਖਰ ਵੱਡਾ ਕਰਨਾ ਤਾਂ ਆਪਣੀ ਸਿਰਦਰਦੀ ਨਾਲ ਕਰੋ। ਤਾਂ ਤੁਸੀਂ ਪਤਾ ਕੀ ਕਰੋਗੇ, ਤੁਸੀਂ ਫਿਰ ਜ਼ੂਮ ਸਲਾਈਡਰ ਤੇ ਜਾਓਗੇ, ਸਕਰੋਲ ਬਾਰ ਦੇ ਬਿਲਕੁਲ ਥੱਲੇ, ਸਕਰੋਲ ਬਾਰ ਦੇ ਬਿਲਕੁਲ ਥੱਲੜੇ ਇੱਥੇ, ਸਕਰੋਲ ਬਾਰ ਦੇ ਬਿਲਕੁਲ ਇਸ ਹਿੱਸੇ 'ਚ ਜਾਓਗੇ ਤੇ ਯਾਦ ਰੱਖਿਓ ਆ ਲਿਖਿਆ ਹੋਇਆ ਹੈ, ਇਹਨੂੰ ਮੈਂ ਮੈਕਸਿਮਮ ਕਰਕੇ ਸਕਰੀਨਸ਼ਾਟ ਲਿਆ ਹੈ। ਮੈਂ ਮੈਕਸਿਮਮ ਕਰਕੇ ਡਾਕੂਮੈਂਟ ਦਾ ਸਕਰੀਨਸ਼ਾਟ ਲੈ ਕੇ ਤੁਹਾਨੂੰ ਦੱਸਿਆ ਹੈ ਕਿ ਬਈ ਆਹ ਚੀਜ਼ ਹੁੰਦੀ ਹੈ, ਠੀਕ ਆ। ਤੇ ਆਹ ਚੱਕੋ ਜੀ, ਮੈਕਸਿਮਮ ਸਾਈਜ਼ ਕਿੰਨਾ ਹੁੰਦਾ ਹੈ, 500। ਪੇਪਰ 'ਚ ਇਹ ਵੀ ਆ ਸਕਦਾ ਹੈ ਕਿ ਬਾਏ ਡਿਫਾਲਟ ਇਹ ਕਿੰਨਾ ਹੁੰਦਾ ਹੈ, ਬਾਏ ਡਿਫਾਲਟ ਇਹ ਕਿੰਨਾ ਹੁੰਦਾ ਹੈ, 100। ਤੇ ਪੇਪਰ 'ਚ ਇਹ ਵੀ ਆ ਸਕਦਾ ਕਿ ਇਹ ਪਿਆ ਕਿੱਥੇ ਹੁੰਦਾ। ਆਹ ਦੇਖੋ, ਆਹ ਇਧਰਲੇ ਪਾਸੇ ਆਹ ਡੱਬੇ ਦੇ ਥੱਲੇ ਨਾ ਇੱਕ ਗੋਲਾ ਜਿਹਾ ਬਣਿਆ ਹੋਇਆ, ਇਹਦਾ ਮਤਲਬ ਇਹ ਸੀ ਕਿ ਇਹ ਵੈਬਸਾਈਟ ਤੇ ਕਿਵੇਂ ਦੱਸੂਗਾ। ਤਾਂ ਨਹੀਂ, ਇਹਨੂੰ ਕੀ ਪ੍ਰੋਬਲਮ ਆ ਗਈ, ਇੱਕ ਮਿੰਟ। ਚਲੋ ਆਪਾਂ ਇਦਾਂ ਕਰਦੇ ਹਾਂ, ਫਿਲਹਾਲ ਅੱਜ ਵਾਸਤੇ ਇੰਨਾ ਹੀ ਬਹੁਤ ਆ, ਤੇ ਇਸ ਤੋਂ ਅੱਗੇ ਕੁਝ ਟੈਕਨੀਕਲ ਪ੍ਰੋਬਲਮ ਕਰਕੇ ਬੰਦ ਹੋ ਗਈ ਆ, ਠੀਕ ਆ। ਤਾਂ ਜ਼ੂਮ ਸਲਾਈਡਰ ਤੋਂ ਅੱਗੇ ਆਪਾਂ ਕੱਲ ਸਟਾਰਟ ਕਰਾਂਗੇ।